ਤੇ ਦੁੱਖ ਪੈਦਾ ਕਰਦੇ ਨੇ। ਅੱਜ ਆਪਾਂ 149 ਅੰਗ ਤੋਂ ਅੰਗ 149 ਉੱਥੋਂ 25ਵੀਂ ਪੌੜੀ ਜਿਹੜੀ ਹੈਗੀ ਮਾਰਚ ਦੀ ਵਾਰ ਪਹਿਲੀ ਪਾਤਸ਼ਾਹੀ ਦੀ ਜਿਹੜੀ ਹੈ 25ਵੀਂ ਪੌੜੀ ਲੈ ਰਹੇ ਹਾਂ। ਸ਼ਲੋਕ ਮਹੱਲਾ ਤੀਜਾ। ਭੈ ਵਿੱਚੇ ਜੰਮੈ ਭੈ ਮਰੈ ਪੀ ਪਾਉ ਮਨ ਮੇ ਹੋਏ। ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਭੈ ਵਿੱਚ ਜੰਮੈ ਭੈ ਮਰੈ ਪੀ ਪਾਉ ਮਨ ਮੇ ਹੋਏ। ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਤੀਸਰੀ ਪਾਤਸ਼ਾਹੀ ਗਿਆਨ ਦੇ ਰਹੀ ਹੈ ਕਿ ਇਨਸਾਨ ਜਿਹੜਾ ਹੈ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਕਰਮਾਂ ਦਾ ਜਿਹੜਾ ਹੈਗਾ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਇਹ ਆਪਾਂ ਜੋ ਵੀ ਇਹ ਮਨੁੱਖਾ ਸਰੀਰ ਦੇ ਵਿੱਚ ਜਿਹੜਾ ਹੈਗਾ ਜੋ ਕੁਛ ਵੀ ਆਪਾਂ ਕਮਾਉਂਦੇ ਹਾਂ, ਜੋ ਵੀ ਜਿੱਥੇ ਵੀ ਆਪਾਂ ਸਵਾਸ ਲਗਾਉਂਦੇ ਹਾਂ, ਇੱਕ ਮਾਇਆ ਹੈਗੀ, ਇੱਕ ਪਰਮੇਸ਼ਰ ਦਾ ਰਸਤਾ ਹੈਗਾ ਲਿਵ ਵਾਲਾ। ਜਿੱਧਰ ਵੀ ਆਪਣੇ ਸਵਾਸ ਲੱਗਦੇ ਆ ਉਹਨਾਂ ਦਾ ਆਪਾਂ ਨੂੰ ਫਲ ਮਿਲਦਾ ਹੈ ਭਾਈ। ਔਰ ਆਪਣੇ ਜਿਹੜੇ ਹੈਗੇ ਆ ਕਿਉਂਕਿ ਮਾਇਆ ਇੰਨੀ ਪ੍ਰਬਲ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ, ਅਤੇ ਇਸ ਕਰਕੇ ਮੱਛੀ ਵਾਂਗੂ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਉਹ ਫਸਦੇ ਹਾਂ ਚੋਗੇ ਦੇ ਵਿੱਚ। ਅਤੇ ਇਹ ਜਿਹੜਾ ਜਨਮ ਮਰਨ ਦਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਆਪਣੇ ਲੇਖ ਜਿਹੜੇ ਹੈਗੇ ਆ ਇਹ ਕਰਮਾਂ ਦਾ ਜਿਹੜਾ ਹੈਗਾ ਭੁਗਤਾਨ ਜਿਹੜਾ ਹੈਗਾ ਇਹ ਕੋਹਲੂ ਦੇ ਬੈਲ ਵਾਂਗੂ ਆਪਾਂ ਜਿਹੜੇ ਆ ਇਹਦੇ ਵਿੱਚ ਚੱਲੀ ਜਾ ਰਹੇ ਹਾਂ। ਇਹ ਭੈ ਦੇ ਵਿੱਚ ਇਹ ਲੇਖ ਲੈ ਕੇ ਹੀ ਆਪਾਂ ਜਿਹੜੇ ਹੈਗੇ ਆ ਕਿਰਤ ਕਰਮ ਕੇ ਵਿਛੜੇ। ਇਹ ਕਿਰਤ ਜਿਹੜੀ ਕੀਤੀ ਹੋਈ ਆ ਇਹ ਕਰਮ ਜਿਹੜੇ ਹੈਗੇ ਆ ਇਹਨਾਂ ਨੂੰ ਲੈ ਕੇ ਪੈਦਾ ਹੁੰਦੇ ਆਪਾਂ। ਭੈ ਮਰੈ ਔਰ ਭੈ ਦੇ ਵਿੱਚ ਹੀ ਆਪਾਂ ਜਿਹੜੇ ਹੈਗੇ ਇਹ ਲੇਖ ਵਧਾ ਕੇ ਅਤੇ ਆਪਾਂ ਇੱਥੋਂ ਚਲੇ ਜਾਂਦੇ ਹਾਂ। ਪੀ ਪਾਉ ਮਨ ਮੈ ਹੋਏ ਔਰ ਲੇਖਾਂ ਦਾ ਜਿਹੜਾ ਹੈਗਾ ਫਿਰ ਸਿਲਸਿਲਾ ਅੱਗੇ ਗਾਹਾਂ ਦੀ ਯਾਤਰਾ ਵਾਸਤੇ ਵੀ ਹੁੰਦਾ ਹੈ ਭਾਈ। ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਜਿਹੜੇ ਹੈਗੇ ਆਪਾਂ ਇਹ ਕਰਮਾਂ ਦੇ ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਹੈਗੇ ਆਪਾਂ ਬੱਝੇ ਪਏ ਹਾਂ। ਇਹ ਜਾਲ ਦੇ ਵਿੱਚ ਜਿਹੜੇ ਹੈਗੇ ਇਹ ਜੋ ਮਾਲਕ ਨੇ ਖੇਡ ਪਾਈ ਹੋਈ ਹੈ ਪ੍ਰਕਿਰਤੀ ਇਹਨੂੰ ਕਹਿ ਲਓ, ਇਹਦੀ ਕੈਦ ਦੇ ਵਿੱਚ ਆਪਾਂ ਜਿਹੜੇ ਇਹਦੇ ਭੈ ਦੇ ਵਿੱਚ ਜਿਹੜੇ ਹੈਗੇ ਆਪਣਾ ਜੀਵਨ ਆਪਾਂ ਇਸ ਤਰੀਕੇ ਦੇ ਨਾਲ ਮਨੁੱਖੀ ਜੂਨ ਮਿਲਦੀ ਆ ਔਰ ਆਪਾਂ ਉਹਨੂੰ ਜਿਹੜੇ ਹੈਗੇ ਗਵਾ ਦਿੰਦੇ ਹਾਂ। ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਜੇ ਕਿਤੇ ਆਪਾਂ ਨੂੰ ਜਿਹੜਾ ਹੈਗਾ ਕੋਈ ਗਿਆਨ ਮਿਲ ਜਾਏ, ਇਹ ਮਨੁੱਖੀ ਜੂਨ ਮਿਲੀ ਆ ਆਪਾਂ ਨੂੰ ਕਿਉਂਕਿ ਮਾਲਕ ਨੇ ਆਪਾਂ ਨੂੰ ਦੁਨੀਆ ਦੇ ਵਿੱਚ ਭੇਜਿਆ ਆ, ਮਨੁੱਖਾ ਸਰੀਰ ਦਿੱਤਾ ਹੈ। ਇਹਦੇ ਮਤਲਬ ਵੀ ਆਪਾਂ ਨੂੰ ਦਿੱਤਾ ਹੈ ਸਰੀਰ, ਇਹਦਾ ਮਤਲਬ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਨਿਕਲਣ ਦਾ ਜਿਹੜਾ ਹੈਗਾ ਕੰਮ ਵੀ ਆਪਾਂ ਕਰ ਸਕਦੇ ਹਾਂ। ਔਰ ਆਪਣੇ ਜਿਹੜੇ ਸੰਸਕਾਰ ਹੈਗੇ ਆ ਜੋ ਲੇਖ ਹੈਗਾ ਜੇ ਭੈ ਹੈਗਾ ਜਿਹੜਾ ਇਹ ਜਨਮਾਂ ਜੂਨਾਂ ਦਾ ਔਰ ਜਿਹੜੇ ਕਰਮਾਂ ਦਾ ਇਹਨੂੰ ਆਪਾਂ ਮਿਟਾ ਸਕਦੇ ਹਾਂ। ਇਹਦੇ ਵਾਸਤੇ ਮਨੁੱਖਾ ਸਰੀਰ ਆਪਾਂ ਨੂੰ ਮਿਲੀ ਹੋਈ ਆ। ਜੇ ਕਿਉਂਕਿ ਜੀਵਨ ਦੇ ਸਫ਼ਰ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਅਧਿਆਤਮਿਕ ਸੇਧ ਵੀ ਮਿਲਣੀ ਆ ਔਰ ਮਾਇਆ ਵਾਲੀ ਸੇਧ ਜਿਹੜੀ ਹੈ ਦੁਨੀਆ ਦੇ ਵਿੱਚ ਜਿਹੜੇ ਹੈਗੇ ਆਪਾਂ ਨੇ ਜਿਹੜੇ ਹੈਗੇ ਪੈਸਾ ਧਨ ਦੌਲਤ ਜਿਹੜਾ ਹੈਗਾ ਜੀਵਨ ਯਾਪਨ ਕਿਵੇਂ ਕਰਨਾ ਹੈ ਬਾਹਰੀ ਮੈਟਰ ਦਾ 5 ਤੱਤਾਂ ਦਾ ਗਿਆਨ ਇਹ ਵੀ ਆਪਾਂ ਨੂੰ ਲੱਭਣਾ ਹੈ। ਔਰ ਜੇ ਇਨਸਾਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਭੈ ਉਹਦੇ ਵਿੱਚ ਆ ਕੇ ਔਰ ਜੇ ਆਪਣੇ ਆਪ ਨੂੰ ਆਪਣੇ ਮਨ ਨੂੰ ਜਿਹੜਾ ਹੈਗਾ ਮਨ ਨੂੰ ਸਵਾਦਾਂ ਦੇ ਵਿੱਚੋਂ ਜਿਹੜਾ ਹੈਗਾ ਮਨ ਨੂੰ ਕੰਟਰੋਲ ਕਰ ਲਏ, ਓਨਾ ਕੁ ਲਏ ਓਨਾ ਕੁ ਚੋਗਾ ਚੁਗੇ ਜਿੰਨਾ ਕੁ ਜਿਹੜਾ ਹੈਗਾ ਜ਼ਰੂਰਤ ਹੈਗੀ ਆ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜਾ ਆਪਣੇ ਮਨ ਨੂੰ ਮਾਰ ਲੈਂਦਾ ਆ। ਨਾਨਕ ਭੈ ਵਿੱਚ ਜੇ ਮਰੈ, ਮਾਲਕ ਪਰਮਾਤਮਾ ਦੇ ਭੈ ਦੇ ਵਿੱਚ ਜਿਹਨੂੰ ਪਤਾ ਹੋਏ ਵੀ ਮੇਰੇ ਜਿਹੜੇ ਹੈਗੇ ਕਰਮ ਜਿਹੜੇ ਹੈਗੇ ਅੱਗੇ ਵਾਚੇ ਜਾਣੇ ਆ, ਇਹ ਕਰਮ ਹੀ ਜਿਹੜਾ ਹੈਗਾ ਮੇਰਾ ਅਗਲਾ ਇਹਨਾਂ ਨੇ ਕਰਮਾਂ ਨੇ ਹੀ ਮੇਰਾ ਡਿਸਾਈਡ ਕਰਨਾ ਆ।
ਜਿਹੜਾ ਇਸ ਤਰੀਕੇ ਦੇ ਨਾਲ ਜੀਵਨ ਯਾਪਨ ਕਰਦਾ ਹੈ, ਸਹਿਲਾ ਆਇਆ ਸੋਏ। ਜਿਹਨੇ ਇਸ ਤਰ੍ਹਾਂ ਆਪਣੇ ਮਨ ਨੂੰ ਕੰਟਰੋਲ ਕੀਤਾ, ਕਹਿੰਦੇ ਉਹ ਦੁਨੀਆ ਦੇ ਵਿੱਚ ਆਇਆ, ਖੁਸ਼ਹਾਲ ਆ ਗਿਆ, ਖੁਸ਼ਹਾਲ, ਸਹਿਲਾ, ਸੌਖਾ ਆ ਗਿਆ। ਉਹ ਜਿਹਨੇ ਦੁਨੀਆ ਦੇ ਵਿੱਚ ਆ ਕੇ ਆਪਣੇ ਮਨ ਨੂੰ ਕੰਟਰੋਲ ਕੀਤਾ, ਜਿਸਨੇ ਆਪਣੇ ਮਨ ਨੂੰ, ਕਿਉਂਕਿ ਮਨ ਐਸਾ ਪਤੰਦਰ, ਐਸਾ ਬੱਚਾ ਹੈਗਾ ਕਿ ਇਹ ਜਿਹੜਾ ਹੈਗਾ ਇਹਨੇ ਜਿਹੜਾ ਹੈਗਾ ਦੁਨੀਆ, ਕਿਉਂਕਿ ਇਹ ਮਨ ਦੀ ਹੋਂਦ ਦੀ ਜਿਹੜੀ ਹੈਗੀ ਹੈ ਪੰਜਾਂ ਤੱਤਾਂ ਤੋਂ ਹੈਗੀ। ਮਨ ਜਿਹੜਾ ਹੈ ਜਿਹੜੇ ਪਾਸੇ ਨੂੰ ਗਤੀ ਕਰਦਾ ਹੈ ਉਸੇ ਉਹੋ ਜਿਹਾ ਬਣ ਜਾਂਦਾ ਹੈ। ਇਹ ਮਨ ਕਰਮਾ ਕੇ ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ। ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਫਿਰ ਜਿਹੜਾ ਹੈਗਾ ਇਹਨੂੰ ਪਤਾ ਨਹੀਂ ਹੈ, ਜਦ ਜਿਹੜਾ ਹੈਗਾ ਜੇ ਗਿਆਨ ਆ ਜਾਏ ਤੇ ਮਨ ਨੂੰ ਮਨ ਨੇ ਮਾਰ ਦੇਣਾ ਹੈ, ਮਨ ਨੂੰ ਮਨ ਨੇ ਕੰਟਰੋਲ ਕਰ ਲੈਣਾ ਹੈ। ਮਾਰਨਾ ਕੀ ਹੈਗਾ? ਮਨ ਨੂੰ ਮਨ ਨੇ ਹੀ ਰੋਕਣਾ ਹੈਗਾ। ਜਿਹੜਾ ਇਸ ਤਰੀਕੇ ਦੇ ਨਾਲ ਰੋਕਦਾ ਹੈ ਉਹਦਾ ਜੀਵਨ ਜਿਹੜਾ ਹੈਗਾ ਸੌਖਾ ਹੋ ਜਾਂਦਾ ਦੁਨੀਆ ਤੇ ਆਏ ਦਾ। ਗੋਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੇਟ ਤੁਸੀਂ ਕੰਟੀਨਿਊ ਕਰੋ। ਨਿੱਜਾ ਸਾਹਿਬ, ਕਿੰਨੇ ਅੰਗ ਤੋਂ ਕਰ ਰਹੇ ਹੋ ਆਪ? ਕੱਲ ਵਾਲੇ ਹੀ ਕਰ ਰਹੇ ਜੀ, 149 ਅੰਗ ਤੋਂ। ਅੱਛਾ, ਅੱਜ ਰਿਕਾਰਡਿੰਗ ਚਾਲੂ ਆ ਆਪਣੀ? ਹਾਂਜੀ ਹਾਂਜੀ, ਅੱਜ ਚਾਲੂ ਹੈ ਜੀ। ਚਲੋ ਠੀਕ ਆ, ਕੋਈ ਗੱਲ ਨਹੀਂ, ਠੀਕ, ਕੋਈ ਗੱਲ। ਤੇ ਹਾਂ, ਤੇ ਉਹ ਹਾਂਜੀ ਆਪ ਦੁਬਾਰਾ ਬੋਲ ਦਿਓ ਫਿਰ ਜੋ ਤੁਕ ਬੋਲ ਰਹੇ ਸੀ। ਹਾਂਜੀ ਹਾਂਜੀ, ਸ਼ਲੋਕ ਮਹਲਾ ਤੀਜਾ। ਭੈ ਵਿੱਚ ਜੰਮੇ ਭੈ ਮਰੈ, ਪੀ ਪਉ ਮਨ ਮੇ ਹੋਏ। ਕਿ ਭੈ ਕਾਹਦਾ ਹੈਗਾ? ਭੈ ਹੈਗਾ, ਦੇਖੋ ਮਾਲਕ ਨੇ ਜਿਹੜੀ ਗੇਮ ਬਣਾਈ ਹੋਈ ਆ, ਉਹ ਕਹਿੰਦੇ ਵੀ ਜੋ ਤੂੰ ਕਰਮ ਕਰਦਾ ਆ, ਤੂੰ ਆਪਣੇ ਕਰਮ ਦੇਖ ਲਾ ਪਿਆਰਿਆ, ਤੇ ਇਹ ਕਰਮਾਂ ਦੇ ਨਾਲ ਹੀ ਤੇਰਾ ਜਿਹੜਾ ਹੈਗਾ ਅਗਲਾ ਜੀਵਨ ਹੈ ਕਰਮਾਂ ਦੇ ਨਾਲ। ਔਰ ਕਰਮ ਲੈ ਕੇ ਹੀ ਤੂੰ ਜਿਹੜੇ ਪਿਛਲੇ ਕਿਰਤ ਕਰਮ ਲੈ ਕੇ ਤੂੰ ਆਇਆ, ਉਹ ਤੈਨੂੰ ਇੱਥੇ ਵੀ ਉਹਦਾ ਭੁਗਤਾਨ ਹੋ ਰਿਹਾ ਹੈ। ਤੇ ਜੋ ਹੁਣ ਤੂੰ ਕਰਮ ਕਰ ਰਿਹਾ, ਹੁਣ ਤੇਰੇ ਕੋਲ ਆਪਸ਼ਨ ਹੈਗਾ, ਤੂੰ ਪਿਛਲੇ ਵੀ ਮਿਟਾ ਸਕਦਾ ਹੈ ਔਰ ਅਗਲੇ ਵੀ ਠੀਕ ਕਰ ਸਕਦਾ ਹੈ। ਜੇ ਤਾਂ ਤੂੰ ਆਹ ਕੰਮ ਕਰੇਗਾ ਤਾਂ ਤੂੰ ਗੇਮ ਜਿੱਤ ਜਾਏਗਾ, ਤੇਰਾ ਸੌਖਾ ਜੀਵਨ ਹੋ ਜਾਏਗਾ। ਨਾਨਕ ਭੈ ਵਿੱਚ ਜੇ ਮਰੈ, ਜੇ ਤੈਨੂੰ ਪਰਮਾਤਮਾ ਦੇ ਭੈ ਦੇ ਵਿੱਚ ਜੀਵਨ ਗੁਜ਼ਾਰੇਗਾ, ਉਹ ਮਨ ਨੂੰ ਜਿਹੜਾ ਹੈਗਾ ਸੰਕੋਚ ਕੇ ਰੱਖੇਗਾ, ਤੇ ਤਾਂ ਤੇਰਾ ਸੌਖਾ ਹੋ ਜਾਏਗਾ। ਅਗਲਾ ਪਿਛਲਾ ਜਿਹੜਾ ਲੋਕ ਪਰਲੋਕ ਸਵਰ ਜਾਏਗਾ। ਤੇ ਨਹੀਂ ਤਾਂ ਤੂੰ ਪਿਛਲੇ ਸੰਸਕਾਰ ਲੈ ਕੇ ਭੈ ਵਿੱਚ ਹੀ ਜੰਮਿਆ ਆ, ਭੈ ਵਿੱਚ ਹੀ ਹੋਰ ਸੰਸਕਾਰ ਵਧਾ ਕੇ ਭੈ 'ਚ ਹੀ ਮਰ ਜਾਏਗਾ ਇਹ ਕਰਮ ਲੈ ਕੇ, ਕਰਮਾਂ ਦੇ ਨਾਲ। ਤੇ ਭੀ ਭਉ ਮਨ ਮੇ ਹੋਏ, ਤੇ ਗਾਹਾਂ ਵੀ ਜਿਹੜਾ ਹੈਗਾ ਤੇਰਾ ਇਹ ਸੰਸਕਾਰਾਂ ਦੇ ਨਾਲ ਹੀ ਤੇਰਾ ਜਿਹੜਾ ਹੈਗਾ ਗਤੀ ਚੱਲਦੀ ਰਹਿਣੀ ਆ ਪਿਆਰਿਆ। ਜੇ ਤੂੰ ਆਪਣੇ ਮਨ ਦੇ ਉੱਤੇ ਅੰਕੁਸ਼ ਨਹੀਂ ਲਗਾਇਆ, ਤੇ ਮਨ ਦੇ ਉੱਤੇ ਅੰਕੁਸ਼ ਮਨ ਨਹੀਂ ਲਾਉਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜੇਕਰ ਤੂੰ ਭੈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਹਾਂ, ਤੇ ਫਿਰ ਤੇ ਕੋਈ ਗੱਲ ਹੀ ਨਹੀਂ। ਬਿਲਕੁਲ। ਤੇ ਜੇ ਤੇਰੀ ਜ਼ਿੰਦਗੀ 'ਚ ਭੈ ਨਹੀਂ ਹੈਗਾ, ਹਾਂ, ਤੇ ਫਿਰ ਕੋਈ ਵਧੀਆ ਗੱਲ ਨਹੀਂ ਹੈ। ਔਰ ਇਹ ਭੈ ਦੀ ਬਹੁਤ ਜ਼ਿਆਦਾ ਕਮੀ ਹੈ। ਸੰਸਾਰ ਭੈ ਦੇ ਵਿੱਚ ਨਹੀਂ ਹੈ, ਮਨੁੱਖ ਭੈ ਦੇ ਵਿੱਚ ਨਹੀਂ ਹੈ। ਜੇਕਰ ਭੈ ਦੇ ਵਿੱਚ ਹੋਵੇ ਤੇ ਇਹੋ ਜਿਹੇ ਕਰਮ ਹੀ ਨਾ ਕਰੇ। ਬਿਲਕੁਲ, ਪਰਮਾਤਮਾ ਦਾ ਭੈ ਲੈਣਾ ਹੈ ਭਾਈ। ਹਾਂਜੀ ਵੀਰ ਜੀ। ਹਾਂ, ਭੈ ਹੈ ਹੀ ਨਹੀਂ ਹੈ ਪਰਮਾਤਮਾ ਦਾ। ਕਿਹੜਾ ਪਰਮਾਤਮਾ? ਜੇ ਪਰਮਾਤਮਾ ਦਾ ਪਤਾ ਹੋਵੇ ਤੇ ਏਦਾਂ ਦੇ ਲੋਕ ਮਾੜੇ ਕੰਮ ਹੀ ਨਾ ਕਰਨ। ਬਿਲਕੁਲ। ਆਪਣੇ ਹੱਕ ਤੇ ਰਹਿਣ, ਆਪਣਾ ਜੋ ਹੱਕ ਬਣਦਾ ਉਹ ਖਾਣ। ਬਾਣੀ ਤੇ ਇਹ ਵੀ ਕਹਿੰਦੀ ਹੈ ਕਿ ਜਿਹੜਾ ਮੁਰਦਾ ਵਾ, ਜਿਹੜਾ ਤੂੰ ਖਾ ਰਿਹਾ ਪਰਾਇਆ ਹੱਕ, ਮੁਰਦਾ। ਬਿਲਕੁਲ। ਇਹ ਮੁਰਦਾ ਪਤਾ ਨਹੀਂ ਏਦਾਂ ਲਿਖਿਆ, ਖਾਏ, ਏਦਾਂ ਬਾਣੀ 'ਚ ਲਿਖਿਆ। ਤੇ ਭੈ ਦਾ ਮਤਲਬ ਇਹੋ ਹੀ ਆ ਕਿ ਆਪਣਾ ਹੱਕ ਖਾਓ। ਆਪਣੇ ਹੱਕ ਦੇ ਵਿੱਚ ਜੋ ਤੁਹਾਡੀ ਥਾਲੀ 'ਚ ਪਿਆ, ਜੋ ਪ੍ਰਕਿਰਤੀ ਨੇ ਤੁਹਾਡੀ ਥਾਲੀ 'ਚ ਪਾਇਆ ਨਾ, ਉਹਨੂੰ ਸਵੀਕਾਰ ਕਰ ਲਓ। ਤੇ ਜਿਹੜਾ ਭੈ ਦੇ ਵਿੱਚ ਨਹੀਂ ਆ, ਉਹ ਸਵੀਕਾਰ ਨਹੀਂ ਕਰਦਾ। ਉਹ ਆਪਣੀ ਥਾਲੀ ਛੱਡ ਕੇ ਦੂਜੀ ਥਾਲੀ 'ਚ ਚੁੱਕ ਕੇ ਆਪਣੀ ਥਾਲੀ 'ਚ ਪਾ ਲੈਂਦਾ। ਬਸ ਇਹ ਮਾੜੀ ਚੀਜ਼ ਹੈ, ਇਹ ਕਾਫੀ ਮਾੜੀ ਚੀਜ਼। ਇਹਦੇ ਨਾਲ ਕੀ ਹੁੰਦਾ ਹੈ ਕਿ ਦੁੱਖਾਂ ਸੁੱਖਾਂ ਦੇ ਇਹ ਦੁੱਖਾਂ ਸੁੱਖਾਂ ਦੇ ਵਿੱਚ ਜਿਹੜੇ ਹੈਗੇ ਫਿਰ ਜਿਹੜੇ ਕਿਰਤ ਕਰਮ ਜਿਹੜੇ ਬਣੀ ਜਾਂਦੇ ਆ, ਤੇ ਇਹਨਾਂ ਦਾ ਹੀ ਜਿਹੜਾ ਭੁਗਤਾਨ ਹੋਈ ਜਾਂਦਾ ਹੈ। ਤੇ ਇਨਸਾਨ ਦੇ ਅੰਦਰ ਦੁੱਖ ਸੁੱਖ ਜਿਹੜੇ ਹੈਗੇ, ਆਪ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ, ਇਹ ਸਿਲਸਿਲਾ ਚੱਲਦੇ ਰਹਿੰਦਾ ਕੋਲੂ ਦੇ ਬੈਲ ਵਾਂਗੂ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਹੁਣ ਕਹਿਣ ਤੋਂ ਭਾਵ ਆ, ਤੁਸੀਂ ਕਿਸੇ ਦੀ ਥਾਲੀ 'ਚ ਚੁੱਕ ਲਿਆਂਦਾ, ਉਹ ਤੇ ਕਿਸੇ ਦੇ ਬੱਚਿਆਂ ਦਾ ਖਾਣਾ ਸੀ। ਹਾਂ, ਤੇ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਖਵਾਓਗੇ, ਫਿਰ ਕੀ ਹੋਊਗਾ?
ਤੁਹਾਨੂੰ ਪਤਾ ਹੀ ਹੈ ਕੀ ਹੋਣਾ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਏਦਾਂ ਨਾ ਕਰੋ। ਠੀਕ ਹੈ, ਆਪਾਂ ਨੂੰ ਕੋਈ ਲੋੜ ਹੀ ਨਹੀਂ ਕਰਨ ਦੀ। ਬਾਕੀ ਰਿਜ਼ਕ ਰੱਬ ਨੇ ਆਪੇ ਦੇਣਾ। ਤੇ ਉਹ ਜੇ ਤੁਸੀਂ ਕੰਮ ਕਰੋਗੇ ਤੇ ਰਿਜ਼ਕ ਆਊਗਾ, ਜੇ ਤੁਸੀਂ ਕੰਮ ਨਹੀਂ ਕਰੋਗੇ ਤੇ ਰਿਜ਼ਕ ਨਹੀਂ ਆਵੇ। ਠੀਕ ਹੈ ਜੀ ਨਿੱਜਾ ਸਾਹਿਬ, ਤੇ ਅੱਗੇ ਚਲੀਏ। ਹਾਂਜੀ, ਮਹਲਾ ਤੀਜਾ। ਭੈ ਵਿਣ ਜੀਵੇ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਭੈ ਤੋਂ ਬਗੈਰ ਆਪ ਹੁਦਰਾ ਜਿਹੜਾ ਹੈਗਾ, ਇਹ ਮਨ ਨੂੰ ਜਿਹੜਾ ਹੈਗਾ, ਮਨ ਪਤੰਦਰ ਨੂੰ ਜਿਹੜਾ ਹੈਗਾ, ਇਹਦੇ ਹੱਥ ਦੇ ਵਿੱਚ ਸਟੀਅਰਿੰਗ ਫੜਾ ਕੇ ਤੇ ਖੁਸ਼ੀਆਂ ਹੀ ਖੁਸ਼ੀਆਂ। ਇਹਨੇ ਤਾਂ ਕਹਿਣਾ ਵੀ ਆ ਵੀ ਦੇ, ਆ ਵੀ ਦੇ। ਜਿਹੜੀ ਆ ਗਈ ਇਹਨੇ ਉਹਨੂੰ ਉੱਤੇ ਤਾਂ ਸੈਟਿਸਫਾਈ ਹੋਣਾ ਨਹੀਂ। ਉਹਨੇ ਕਿਹਾ ਹੋਰ ਦੇ, ਹੋਰ ਆ ਦੇ, ਆ ਦੇ। ਬਸ ਇਵੇਂ ਕਰਦੇ ਕਰਦੇ ਖੁਸ਼ੀਆਂ ਖੁਸ਼ੀਆਂ, ਮਨ ਦੀਆਂ ਖੁਸ਼ੀਆਂ ਕਰਕੇ ਇਹ ਸਵਾਦ ਲੈ ਲੈ ਕੇ ਜੀਵਨ ਗੁਜ਼ਾਰ ਦਿੱਤਾ। ਭੈ ਵਿਣ ਜੀਵੇ ਬਹੁਤ ਬਹੁਤ, ਜਿੰਨਾ ਮਰਜ਼ੀ ਜੇ ਵੱਡਾ ਜੀਵਨ ਲੈ ਲਾ ਤੇ ਖੁਸ਼ੀਆਂ ਖੁਸ਼ੀ ਕਮਾਈ ਗਿਆ। ਤੇ ਨਾਨਕ ਭੈ ਵਿਣ ਜੇ ਮਰੈ, ਮੂੰਹ ਕਾਲੇ ਉੱਠ ਜਾਏ। ਕਹਿੰਦੇ ਫਿਰ ਤੂੰ ਭੈ ਤੋਂ ਬਗੈਰ ਹੀ ਜਿਹੜਾ ਹੈਗਾ, ਮਨ ਨੂੰ ਕੰਟਰੋਲ ਕੀਤੇ ਬਗੈਰ ਹੀ ਮਰ ਗਿਆ। ਤੇ ਫਿਰ ਕਾਲਕ ਵਧਾ ਲਈ ਤੇਰਾ ਤਾਂ ਪਤਾ ਵੀ ਨਹੀਂ ਲੱਗਣਾ ਤੈਨੂੰ ਜਿਹੜਾ ਹੈਗਾ। ਆਤਮਾ ਦੇ ਬਾਰੇ ਤਾਂ ਗਿਆਨ ਹੀ ਨਹੀਂ ਹੋਣਾ ਤੈਨੂੰ ਬਿਲਕੁਲ। ਇੰਨੀ ਕਾਲਕ ਲੱਗ ਜਾਣੀ ਹੈ ਤੇਰੇ, ਔਰ ਇੰਨੇ ਸੰਸਕਾਰ ਬਣ ਜਾਣੇ ਆ। ਫਿਰ ਪਤਾ ਨਹੀਂ ਕਦ ਤੱਕ ਤੈਨੂੰ ਬਾਰੀ ਉਡੀਕਣੀ ਪੈਣੀ ਹੈ ਭਾਈ। ਹਾਂਜੀ ਵੀਰ ਜੀ। ਹਾਂ, ਤੇ ਜੇ ਕਹਿੰਦੇ ਆ ਕਿ ਭੈ ਨਹੀਂ ਹੈਗਾ ਤੇ ਕਹਿਣ ਤੋਂ ਭਾਵ ਕਿ ਤੇਰੀ ਜ਼ਿੰਦਗੀ 'ਚ ਧਰਮ ਨਹੀਂ ਹੈਗਾ। ਤੇ ਜੇਕਰ ਤੂੰ ਏਦਾਂ ਜਾਵੇਂਗਾ ਤੇ ਉਹ ਕਹਿੰਦੇ ਕੋਈ ਵਧੀਆ ਚੀਜ਼ ਨਹੀਂ ਆ, ਉਹ ਬਹੁਤ ਮਾੜੀ ਚੀਜ਼ ਹੈ। ਕਿਉਂਕਿ ਤੇਰੀ ਜ਼ਿੰਦਗੀ 'ਚ ਧਰਮ ਹੀ ਨਹੀਂ ਹੈਗਾ। ਤੈਨੂੰ ਪਤਾ ਹੀ ਨਹੀਂ ਤੇਰਾ ਕੀ ਆ, ਬਗਾਨੇ ਦਾ ਕੀ ਹੈ। ਤੂੰ ਜੋ ਤੇਰਾ ਦਿਲ ਕੀਤਾ ਹੈ। ਹੁਣ ਵੇਖੋ ਲੋਕੀ ਮੋਸਟਲੀ ਉਹਨਾਂ ਦਾ ਜੀਵਨ ਕੀ ਹੈ, ਠੱਗੀਆਂ। ਉਹ ਸਵੇਰ ਤੋਂ ਇਹ ਚੱਕਰ 'ਚ ਤੁਰ ਪੈਂਦੇ ਨੇ, ਪਤਾ ਨਹੀਂ ਮੈਂ ਇੰਨੇ ਕਮਾ ਲਏ। ਕੋਈ ਕਹਿੰਦਾ ਮੈਂ 20,000 ਦੀ ਦਿਹਾੜੀ ਬਣਾ ਲਈ, ਕਹਿੰਦਾ ਮੈਂ ਉੱਪਰੋਂ 50,000 ਦੀ ਬਣਾ ਲਈ। ਤੂੰ ਕਹਿਣ ਤੋਂ ਭਾਵ ਹੈ ਕਿ ਉਹ ਵਿਚਾਰਦੇ ਹੀ ਨਹੀਂ ਹੈ ਕਿ ਜਿਹੜਾ ਪੈਸਾ ਤੇਰਾ ਨਹੀਂ ਆ, ਤੂੰ ਕਿਉਂ ਖੜ ਰਿਹਾ ਘਰ ਇਹਨੂੰ। ਇਹ ਜ਼ਹਿਰ ਹੈਗਾ ਔਰ ਇਹਨੇ ਤੈਨੂੰ ਸੁੱਖ ਨਹੀਂ ਦੇਣਾ। ਬਿਲਕੁਲ। ਮੁੜ ਕੇ ਉਹ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਬੜੀਆਂ ਖਤਰਨਾਕ ਚੀਜ਼ਾਂ ਹੁੰਦੀਆਂ ਨੇ। ਇੱਕ ਸਮਾਂ ਆਊਗਾ ਤੁਹਾਨੂੰ ਪਤਾ ਲੱਗੂਗਾ ਮੈਂ ਕੀ ਕਹਿ ਰਿਹਾ। ਇਹ ਜਿਹੜਾ ਅੰਨ ਹੁੰਦਾ ਨਾ, ਇਹ ਬਾਹਰ ਦਾ ਮਾੜਾ ਅੰਨ ਹੈ। ਇਹ ਗੁਰਦਰਿਆਂ ਦਾ ਅੰਨ ਵੀ ਹੈ ਤੇ ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ। ਬਿਲਕੁਲ ਮੱਤ ਬੁੱਧੀ ਹੋ ਜੂਗੀ। ਕਿਉਂਕਿ ਲੋਕਾਂ ਨੇ ਚੜਾਵਾ ਚੜਾਇਆ, ਕਿਸੇ ਦੀ ਲੱਤ ਦੁਖੀ ਉਹਨੇ ਚੜਾਤਾ, ਕਿਸੇ ਦੇ ਢਿੱਡ 'ਚ ਪੱਥਰੀ ਉਹਨੇ ਚੜਾਤਾ। ਤੇ ਕਈਆਂ ਨੂੰ ਕੁਝ ਬਿਮਾਰੀ ਤੇ ਕਈਆਂ ਨੂੰ ਕੁਝ ਬਿਮਾਰੀ। ਇਹ ਦਾਨ ਤੇ ਲੈਣਾ ਨਹੀਂ ਚਾਹੀਦਾ। ਉਹ ਲੋਕੀ ਚੁੱਕ ਲਿਆਉਂਦੇ ਆ, ਚੁੱਕ ਕੇ ਲੈ ਆਉਂਦੇ। ਫਿਰ ਉਹ ਤੁਹਾਨੂੰ ਪਤਾ ਹੈ ਸਮੇਂ ਨਾਲ ਉਹ ਜਿਹੜੀ ਚੀਜ਼ ਫਲੀ ਭੂਤ ਹੁੰਦੀ ਹੈ, ਉਹ ਫਿਰ ਤੁਹਾਨੂੰ ਉਹ ਗਲਤ ਰਸਤੇ ਤੇ ਲੈ ਜਾਂਦੀ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਕਹਿੰਦੇ ਆ ਬਾਣੀ 'ਚ ਇਹ ਕਹਿ ਰਹੇ ਨੇ ਕਿ ਜੇ ਤੇਰੇ ਜੀਵਨ 'ਚ ਭੈ ਹੀ ਨਹੀਂ ਹੈਗਾ ਤੇ ਫਿਰ ਧਰਮ ਨਹੀਂ ਹੈਗਾ। ਫਿਰ ਤੇ ਤੈਨੂੰ ਪਤਾ ਹੀ ਨਹੀਂ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਫਿਰ ਕੀ ਹੋਊਗਾ ਜੇ ਤੈਨੂੰ ਨਹੀਂ ਪਤਾ ਲੱਗਿਆ? ਫਿਰ ਕਿਤੇ ਤੂੰ ਆਉਂਦਾ ਜਾਂਦਾ ਰਹੇਗਾ। ਇਹਦੇ ਵਿੱਚ ਕੋਈ ਦੂਜਾ ਤੇ ਕੋਈ ਹੈ ਨਹੀਂ ਆ ਰਸਤਾ ਕਿ ਤੂੰ ਮਾੜੇ ਕਰਮ ਵੀ ਕਰੇ ਤੇ ਤੈਨੂੰ ਜਮਰਾਜ ਵੀ ਕੁਛ ਨਾ ਕਵੇ। ਸਹੀ ਹੈ ਨਾ ਸਾਹਿਬ? ਬਿਲਕੁਲ ਠੀਕ ਹੈ ਗੋਲਕੀ ਸਾਹਿਬ। ਤੇ ਬਾਕੀ ਦੂਜੀ ਤਰਫ ਕਹਿੰਦੇ ਜੇ ਤੂੰ ਭੈ ਦੇ ਵਿੱਚ ਜੀਵਨ ਬਤੀਤ ਕਰੇਗਾ ਤੇ ਤੈਨੂੰ ਖੁਦ ਪਤਾ ਲੱਗ ਜਾਣਾ ਕਿ ਅੰਦਰ ਖੁਸ਼ੀ ਆ ਗਈ, ਖੇੜਾ ਆ ਗਿਆ। ਜਿਹੜੇ ਬੰਦੇ ਮਾੜਾ ਕੰਮ ਕਰਦੇ ਆ ਉਹਨਾਂ ਦੀ ਆਤਮਾ ਖਤਮ ਹੋ ਜਾਂਦੀ ਆ, ਅੰਦਰ ਪ੍ਰਕਾਸ਼ ਨਹੀਂ ਹੁੰਦਾ। ਉਹ ਮੁਰਦੇ ਨੇ। ਬਿਲਕੁਲ। ਮੁਰਦੇ ਦੇ ਗਲ 'ਚ ਵੇਖੋ ਹੀਰੇ ਪਾ ਦੋ, ਸੋਨਾ ਪਾ ਦੋ, ਜਵਾਹਰਾਤ ਪਾ ਦੋ, ਉਹਨੂੰ ਵੱਡੀ ਮਹਿੰਗੀ ਗੱਡੀ 'ਚ ਪਾ ਦੋ, ਮੁਰਦਾ ਤੇ ਮੁਰਦਾ ਹੀ ਹੈ ਨਾ। ਕੁਛ ਖੇੜਾ ਨਹੀਂ ਹੈਗਾ। ਆਤਮਾ ਦਾ ਖੇੜਾ ਤੇ ਉੱਥੇ ਪ੍ਰਕਾਸ਼ ਪ੍ਰਗਟ ਹੋਣਾ ਹੈ ਜਿੱਥੇ ਸੱਚ ਆ। ਬਿਲਕੁਲ। ਤੇ ਜਿੱਥੇ ਸੱਚ ਆ ਫਿਰ ਉਹ ਉੱਪਰ ਲਿਖਿਆ ਉਹਨਾਂ ਨੇ ਥੁੱਕੀ, ਉਹ ਕਹਿੰਦੇ ਬਹੁਤ ਖੁਸ਼ੀਆਂ ਉਹ ਖੇੜੇ। ਬਾਣੀ ਫਿਰ ਕਹਿੰਦੀ ਨਾਮ ਖੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਹੁਣ ਜੇ ਮਾੜੇ ਕਰਮ ਕਰੀ ਜਾਵਾਂ ਖੁਮਾਰੀ ਕਿੱਥੋਂ ਚੜਨੀ ਆ? ਉਹ ਖੁਮਾਰੀ ਉੱਡ ਜਾਣੀ ਆ। ਬਿਲਕੁਲ ਉੱਡ ਜਾਣੀ ਆ। ਹਾਂ, ਤੇ ਜੇ ਸੱਚ ਦੇ ਨਾਲ ਮੈਂ ਜੀਵਨ ਬਤੀਤ ਕਰੂੰਗਾ, ਬੇਸ਼ੱਕ ਮੇਰੇ ਵਿੱਚ 100 ਰੁਪਇਆ ਵੀ ਨਹੀਂ ਹੈਗਾ, ਪਰ ਉਹ ਖੇੜਾ ਜਿਹੜਾ ਨਾ ਬੜਾ ਉੱਚੇ ਲੈਵਲ ਦਾ ਖੇੜਾ ਹੈ। ਉਹਨੂੰ ਕਿਸੇ ਦੀ ਲੋੜ ਹੀ ਨਹੀਂ। ਆਤਮਾ ਨੂੰ ਤੇ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਬਸ ਆਤਮਾ ਨੂੰ ਜਦੋਂ ਅਸੀਂ ਢੱਕ ਦਿੰਦੇ ਆ, ਉਹ ਮਨ ਕਾਲਾ ਕਰ ਲੈਂਦੇ ਆ ਤੇ ਉਹ ਫਿਰ ਆਤਮਾ ਨੂੰ ਕਵਰ ਕਰ ਲੈਂਦਾ ਵਿਚਾਰਾ। ਜਿੱਦਾਂ ਛੱਪੜ ਤੇ ਵੇਖੇ ਕਾਈ ਜੀ ਆ ਜਾਂਦੀ ਆ, ਥੱਲੇ ਤੇ ਪਾਣੀ ਆ। ਬਿਲਕੁਲ। ਉਹ ਨਿਰਮਲ ਧਾਰਾ ਆਪਾਂ ਕਵਰ ਕਰ ਲਈਏ, ਗੱਲ ਖਤਮ ਹੋ ਗਈ। ਕਾਈ ਪਰੇ ਕਰ ਲਓ ਤੇ ਚੰਦਰਮਾ ਦਿਖਣ ਡਿਆ ਆਪਣਾ। ਆਤਮਾ ਕਹਿਣ ਤੋਂ ਭਾਵ ਹੈ ਕਾਈ ਪਰੇ ਹੋਣ ਦੇ ਨਾਲ ਚੰਦਰਮਾ ਆਉਂਦਾ ਨਹੀਂ ਹੈ। ਚੰਦਰਮਾ ਤਾਂ ਹੈਗਾ ਸੀ ਪਰ ਉਹ ਕਾਈ ਕਰਕੇ ਦਿਖਦਾ ਨਹੀਂ ਸੀ। ਬਿਲਕੁਲ। ਉਹ ਸਾਡੇ ਗੰਦੇ ਕਰਮਾਂ ਕਰਕੇ ਤੇ ਉਹ ਆਤਮਾ ਦਿਖਦੀ ਨਹੀਂ ਪਈ। ਆਤਮਾ ਤੇ ਸੱਚ ਚਿੱਤ ਆਨੰਦ ਆ, ਉਹਨੂੰ ਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ। ਬਿਲਕੁਲ। ਹਾਂ, ਤੇ ਇਸ ਕਰਕੇ ਫਿਰ ਉਹ ਗਲਤ ਕੰਮ ਸ਼ੁਰੂ ਹੋ ਜਾਂਦੇ ਆ। ਜੀਵਨ 'ਚ ਬੁਰਾਈ ਆ ਜਾਂਦੀ ਆ, ਕਾਲਖ ਆ ਜਾਂਦੀ ਆ। ਤੇ ਜਦੋਂ ਤੁਸੀਂ ਨਿਰਮਲ ਹੋ ਜਾਂਦੇ ਜੋ, ਗੱਲ ਖਤਮ। ਫਿਰ ਰਾਮ ਕਬੀਰ ਆਏ ਕਿ ਭਏ ਕੋਈ ਨਾ ਸਕੇ ਪਛਾਣੀ। ਫਿਰ ਦੋਨੇ ਇੱਕ ਹੋ ਜਾਂਦੇ ਆ।
ਵੀ ਰਾਮ ਤੇ ਕਬੀਰ ਦੇ ਵਿੱਚ ਕੋਈ ਭੇਦ ਨਹੀਂ ਹੈ। ਇਸੇ ਹੀ ਤਰ੍ਹਾਂ ਜਦੋਂ ਤੁਸੀਂ ਇਹ ਆਪਣੇ ਥੋੜੇ ਬਹੁਤੇ ਵੇਖ ਲੈਂਦੇ ਜੋ ਮਸਲੇ ਜਿਹੜੇ ਹੈਗੇ ਆ, ਉੱਥੇ ਕੰਮ ਕਰਨਾ ਸ਼ੁਰੂ ਕਰੋ ਤੇ ਉਹ ਆਟੋਮੈਟਿਕਲੀ ਕੰਮ ਹੋ ਜਾਣਾ ਵਾ। ਕਿਉਂਕਿ ਜਿਹੜਾ ਵੀ ਆਪਾਂ ਕੰਮ ਕਰਨਾ ਚਾਹਾਂਗੇ ਹੋ ਜਾਣਾ ਹੈ, ਚਾਹੇ ਚੰਗਾ ਹੈ ਤੇ ਚਾਹੇ ਬੁਰਾ। ਹਾਂ, ਜਿੱਥੇ ਸਵਾਸ ਲਗਾਵਾਂਗੇ, ਜਿੱਥੇ ਧਿਆਨ ਲਗਾਵਾਂਗੇ, ਉਹ ਕੰਮ ਹੀ ਹੋਣਾ ਹੈ। ਹਾਂਜੀ ਗੁਰੂ ਜਿੱਦਾਂ ਲਾਈਟ ਜਗਦੀ ਆ, ਤੁਸੀਂ ਭਾਵੇਂ ਉਸ ਚਾਨਣ ਦੇ ਵਿੱਚ ਜੂਆ ਖੇਡ ਲਓ ਤੇ ਭਾਵੇਂ ਕੋਈ ਬਾਣੀ ਦੀ ਕਿਤਾਬ ਪੜ੍ਹ ਲਓ। ਬਿਲਕੁਲ, ਇਹ ਉਹ ਲਾਈਟ ਨੇ ਮਨਾ ਨਹੀਂ ਕਰਨਾ, ਪਰ ਲਾਈਟ ਵੇਖਦਾ ਪਿਆ ਜੋ ਤੁਸੀਂ ਕੀ ਕਰਨ ਦੇ ਜੋ, ਪਰ ਉਹ ਇੰਟਰਫੇਰੈਂਸ ਨਹੀਂ ਕਰੂਗਾ। ਬਿਲਕੁਲ ਸਹੀ ਹੈ ਜੀ। ਜੇ ਉਹ ਇੰਟਰਫੇਰੈਂਸ ਕਰੂਗਾ ਤੇ ਫਿਰ ਕੀ ਹੋਊਗਾ, ਤੇ ਫਿਰ ਉਹ ਜ਼ਿੰਮੇਵਾਰ ਆ, ਪਰ ਉਹਨੂੰ ਕੀ ਲੋੜ ਵੀ ਜ਼ਿੰਮੇਵਾਰੀ ਲੈਣ ਦੀ। ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਬਿਲਕੁਲ ਸਹੀ ਆ। ਬਿਲਕੁਲ ਠੀਕ। ਹੁਣ ਜਿਹੜਾ ਹੈਗਾ ਪੌੜੀ ਆ ਗਈ ਵੀਰ ਜੀ। ਹਾਂਜੀ, ਇੱਕ ਮਿੰਟ, ਸੌਰੀ ਟੂ ਇੰਟਰਪਟ। ਮੈਂ ਕਿਹਾ ਇਹ ਗੁਰਬਾਣੀ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਵਾਰ ਇੱਕੋ ਹੀ ਸ਼ਬਦ ਆਇਆ, ਕਬੀਰਾ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਹੋਰ ਨਾ ਮਰਨਾ ਹੋਏ। ਇਹ ਸ਼ਬਦ ਉਸੇ ਦੀ ਐਕਸਟੈਂਸ਼ਨ ਹੈ। ਦੇਖੋ ਬਿਲਕੁਲ ਹੈਗੀ। ਤੇ ਹੁਣ ਜਿਹੜਾ ਹੈਗਾ ਆਪਾਂ ਨੇ ਮਨ ਨੂੰ ਮਾਰਨਾ ਕਿਵੇਂ ਹੈਗਾ। ਹਾਂ, ਹੁਣ ਮਨ ਨੂੰ ਮਾਰਨਾ ਕਿਵੇਂ ਹੈਗਾ, ਇਹ ਭੈ ਜਿਹੜਾ ਹੈ ਕਿਵੇਂ ਆਊਗਾ। ਮਹਾਰਾਜ ਨੇ ਪਹਿਲੇ ਸ਼ਲੋਕ ਦੇ 2 ਸ਼ਲੋਕਾਂ ਦੇ ਵਿੱਚ ਦੱਸਤਾ ਵੀ ਪਰਮਾਤਮਾ ਦਾ ਭੈ ਲੈਣਾ ਹੈ। ਹੁਣ ਪਰਮਾਤਮਾ ਕਿੱਥੇ ਹੈਗਾ ਜਿਹਦਾ ਉਹਦਾ ਭੈ ਲਈਏ ਭਾਈ। ਵੀ ਪਰਮਾਤਮਾ ਦਾ ਭੈ ਸਾਡੇ ਅੰਦਰ ਕਿਵੇਂ ਆਊਗਾ। ਆਹ ਚੀਜ਼ ਜਿਹੜਾ ਮਸਲਾ ਜਿਹੜਾ ਹੈਗਾ ਆਪਾਂ ਨੇ ਕੱਲ ਜਿਹੜਾ ਹੈਗਾ ਆਹ ਚੀਜ਼ ਨਹੀਂ, ਆਪਾਂ ਇਹ ਇੱਥੇ ਤੱਕ ਨਹੀਂ ਪਹੁੰਚ ਪਾਏ ਸੀਗੇ ਵੀ ਭੈ ਆਊਗਾ ਕਿਵੇਂ ਪਰਮਾਤਮਾ ਦਾ ਭੈ। ਆਹ ਪੌੜੀ ਆਪਾਂ ਨੇ ਜਿਹੜੀ ਹੈਗੀ ਇਹਦੀ ਹੁਣ ਵਿਚਾਰ ਕਰਦੇ ਹਾਂ। ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਤਾਂ ਭੈ ਆਊਗਾ ਭਾਈ ਜੇ ਤੇਰੇ ਕੋਲ ਗਿਆਨ ਆਏਗਾ। ਤੇ ਤੇਰੇ ਕੋਲ ਬ੍ਰਹਮ ਗਿਆਨ ਆਏਗਾ, ਬ੍ਰਹਮ ਗਿਆਨ ਦੇ ਨਾਲ ਲੱਗੇਗਾ, ਰੱਬ ਦੀ ਗੱਲ ਸੁਣੇਗਾ, ਤਾਂ ਤੇਰੇ ਅੰਦਰ ਭੈ ਆ ਜਾਏਗਾ ਮਾਲਕ ਦਾ। ਇਹ ਬਾਣੀ ਨੇ ਭੈ ਹੀ ਦੇਣਾ ਹੈ ਆਪਾਂ ਨੂੰ। ਬਾਣੀ ਭੈ ਹੀ ਦੱਸ ਰਹੀ ਹੈ ਵੀ ਭਾਈ ਦੇਖ, ਜੇ ਤੂੰ ਆਹ ਰਸਤੇ ਤੇ ਜਾਏਗਾ ਤੇ ਆ ਤੇਰੀ ਮੰਜ਼ਿਲ, ਜੇ ਇਸ ਰਸਤੇ ਤੇ ਜਾਏਗਾ ਤੇ ਤੇਰਾ ਘੁੰਮਣ ਘੇਰੀ ਚੱਲਦੀ ਰਹਿਣੀ ਹੈ ਭਾਈ। ਇੱਕ ਰਸਤਾ ਪਰਮਾਤਮਾ ਕੋਲ ਜਾ ਰਿਹਾ, ਦੂਜਾ ਰਸਤਾ ਜਿਹੜਾ ਹੈ ਘੁੰਮਣ ਘੇਰੀ ਦੇ ਵਿੱਚ ਵਾਪਸ ਘੁੰਮ ਰਿਹਾ ਕੋਲੂ ਦੇ ਬੈੜ ਵਾਂਗੂ। ਸਤਿਗੁਰ ਹੋਏ ਦਿਆਲ, ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ। ਦੇਖ ਲੈ ਲਾ ਗੁਰੂ ਦਾ ਗਿਆਨ, ਗੁਰੂ ਤਾਂ ਦਿਆਲ ਹੈ ਸਾਰਿਆਂ ਦੇ ਉੱਤੇ। ਤੂੰ ਗੁਰੂ ਦੀ ਮੱਤ ਲੈ ਨਹੀਂ ਰਿਹਾ, ਗੁਰੂ ਦਾ ਗਿਆਨ ਲੈ ਨਹੀਂ ਰਿਹਾ। ਤੇ ਜੇ ਤੂੰ ਲੈ ਲੇਗਾ ਭੈ ਆ ਜਾਏਗਾ ਤੇਰੇ ਅੰਦਰ ਤੇ ਤੇਰੀ ਸ਼ਰਧਾ ਪੂਰੀ ਹੋ ਜਾਏਗੀ। ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ। ਜਿਹਨੂੰ ਮਾਲਕ ਦਾ ਭੈ ਹੈਗਾ ਉਹ ਮਾੜੇ ਕੰਮ ਕਿਉਂ ਕਰੂਗਾ, ਉਹ ਕਿਉਂ ਝੁਰੂਗਾ ਭਾਈ। ਉਹਨੂੰ ਪਤਾ ਹੈ ਮਾਲਕ ਪਰਮਾਤਮਾ ਜਿਹੜਾ ਹੈਗਾ ਜੋ ਕਰ ਰਿਹਾ ਹੈ ਮਾਲਕ ਕਰ ਰਿਹਾ ਔਰ ਮੇਰੇ ਭਲੇ ਵਾਸਤੇ ਕਰ ਰਿਹਾ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਉਹਨੂੰ ਸੁੱਖ ਦੁੱਖ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਉਹ ਦੁੱਖ ਨੂੰ ਦੁੱਖ ਜਾਣਦਾ ਹੀ ਨਹੀਂ। ਨਾ ਦੁੱਖ ਦੇ ਵਿੱਚ ਜਿਹੜਾ ਹੈ, ਨਾ ਸੁੱਖ ਦੇ ਵਿੱਚ ਫੁੱਲਦਾ ਹੈ ਤੇ ਨਾ ਦੁੱਖ ਦੇ ਵਿੱਚ ਦੁਖੀ ਹੁੰਦਾ ਹੈ। ਦੋਨਾਂ ਦੇ ਵਿੱਚ ਸਮ ਰਹਿ ਕੇ ਜਿਹੜਾ ਹੈਗਾ ਉਹ ਭਗਤੀ ਜਾਰੀ ਰੱਖਦਾ ਹੈ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਤਾਂ ਜਿਹੜਾ ਹੈਗਾ ਇਹ ਪਰਮੇਸ਼ਰ ਦਾ ਰੰਗ ਜਿਹੜਾ ਹੈਗਾ, ਇਸ ਭਗਤੀ ਦਾ ਰੰਗ ਜਿਹੜਾ ਹੈਗਾ, ਇਹ ਖੁਸ਼ੀ ਜਿਹੜੀ ਹੈਗੀ ਆ ਉਹਦੇ ਅੰਦਰ ਆਉਂਦੀ ਆ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ। ਫਿਰ ਹੁਣ ਜਿਹੜਾ ਮਾਇਆ ਦਾ ਭੈ ਕਾਹਦਾ ਹੈ ਭਾਈ। ਹੁਣ ਜੂਨਾਂ ਦਾ ਭੈ ਕਾਹਦਾ ਹੈਗਾ, ਹੁਣ ਕਰਮਾਂ ਦਾ ਭੈ ਕਾਹਦਾ ਹੈਗਾ। ਜਦ ਜਿਹੜਾ ਹੈਗਾ ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ, ਤੇ ਜਮ ਦਾ ਕਾਹਦਾ ਡਰ। ਫਿਰ ਸਤਿਗੁਰ ਹੋਏ ਦਿਆਲ ਤਾਂ ਸਦੀ ਸੁਖ ਦੇਹਾ। ਕਹਿੰਦੇ ਹਮੇਸ਼ਾ ਆ ਜੀਵਨ ਦੇ ਵਿੱਚ ਵੀ ਸੁਖੀ ਰਹੇਗਾ ਭਾਈ। ਇੱਥੇ ਲੋਕ ਵੀ ਸੁਹੇਲੇ ਪਰਲੋਕ ਵੀ ਇਹ ਲੋਕ ਪਰਲੋਕ ਦੋਨੋਂ ਹੀ ਸੁਹੇਲੇ ਹੋ ਗਏ। ਸਤਿਗੁਰ ਹੋਏ ਦਿਆਲ ਤਾਂ ਨੌ ਨਿਤ ਪਾਈਏ। ਸਾਰਾ ਮਾਲਕ ਦਾ ਪੁੱਤਿਆ, ਮਾਲਕ ਦੇ ਗਲ ਨਾਲ ਚਿੰਬੜ ਜਾਏਗਾ ਜਾ ਕੇ, ਤੇ ਕਿਹੜੀ ਚੀਜ਼ ਦੀ ਕਮੀ ਰਹਿ ਜਾਊਗੀ ਭਾਈ। ਕਿਹੜੀ ਚੀਜ਼ ਤੇਰੇ ਕੋਲ ਨਹੀਂ ਆਊਗੀ। ਸਤਿਗੁਰ ਹੋਏ ਦਿਆਲ ਤਾਂ ਨੌ ਨਿਤ ਪਾਈਏ। ਸਤਿਗੁਰ ਹੋਏ ਦਿਆਲ ਤਾਂ ਸੱਚੇ ਸਮਾਈਏ। ਬਸ ਆਹੀ ਹੈਗਾ ਭੈ। ਸਤਿਗੁਰੂ ਤੋਂ ਗੁਰੂ ਤੋਂ ਗਿਆਨ ਲੈ ਕੇ ਪਰਮਾਤਮਾ ਦੇ ਭੈ ਦੇ ਵਿੱਚ ਜੀਵਨ ਗੁਜ਼ਾਰਨਾ, ਔਰ ਜਿਹੜਾ ਹੈਗਾ ਆਪਣੇ ਮਨ ਨੂੰ ਜਿਹੜਾ ਹੈਗਾ ਪਤੰਦਰ ਨੂੰ ਔਗੁਣਾ ਤੋਂ ਬਚਾਉਣਾ। ਤੇ ਭਾਈ ਆਹੀ ਸੱਚ ਦੇ ਨਾਲ ਜੁੜਨਾ ਹੈਗਾ। ਤੇ ਜਿਹੜਾ ਸੱਚ ਦੇ ਨਾਲ ਜੁੜ ਗਿਆ ਤੇ ਉਹ ਸੱਚ ਦੇ ਵਿੱਚ ਸਮਾ ਜਾਏਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਕੀ ਕਹਿ ਰਹੇ ਨੇ। ਪਹਿਲਾਂ ਇੱਕ ਚੀਜ਼ ਦੇਖੋ, ਆਪ ਨਾਲ ਪਹਿਲਾਂ ਵੀ ਕਈ ਵਾਰ ਵਿਚਾਰ ਕੀਤੀ ਹੈ ਕਿ ਜਦੋਂ ਆਪਾਂ ਟੂਟੀ ਚਾਲੂ ਕਰ ਦਈਏ
ਤੇ ਗੰਦੀ ਬਾਲਟੀ ਜਿਹਦੇ 'ਚ ਗੰਦਾ ਪਾਣੀ ਹੈ ਉਹ ਥੱਲੇ ਰੱਖ ਦਈਏ, ਕੇਵਲ ਉਹ ਦੋਨਾਂ ਦਾ ਸੰਪਰਕ, ਨਵਾਂ ਪਾਣੀ ਪਈ ਜਾਂਦਾ ਹੈ, ਪੁਰਾਣਾ ਪਾਣੀ ਨਿਕਲੀ ਜਾਂਦਾ ਹੈ। ਇੱਕ ਸਮਾਂ ਆਊਗਾ ਉਹ ਗੰਦਾ ਪਾਣੀ ਸਾਰਾ ਬਾਹਰ ਤੇ ਉਹ ਜਿੰਨਾ ਨਿਰਮਲ ਜਾਲਿਆ ਉਹ ਬਾਲਟੀ 'ਚ ਪ੍ਰਵੇਸ਼ ਕਰ ਜਾਏਗਾ। ਠੀਕ ਹੈ ਜੀ। ਇਹ ਕਿਰਿਆ ਹੈ ਸੰਗਤ ਦੀ। ਜਦੋਂ ਆਪ ਇਕਾਗਰ ਹੋ ਕੇ ਉੱਥੇ ਬਾਣੀ ਦੀ ਵਿਚਾਰਧਾਰਾ ਸੁਣਦੇ, ਜੋ ਇਹ ਨਿਰਮਲ ਧਾਰਾ ਜਿਹੜੀ ਬਾਣੀ ਦੀ ਹੈ ਨਾ ਤੁਹਾਡੇ ਅੰਦਰ ਪ੍ਰਵੇਸ਼ ਕਰਦੀ ਪਈ ਹੈ, ਤੁਹਾਡੇ ਸੂਖਮ ਜਗਤ ਨੂੰ ਪਵਿੱਤਰ ਕਰ ਰਹੀ ਹੈ। ਬਾਣੀ 'ਚ ਕਹਿੰਦੀ ਹੈ ਸੁਣੇ ਮੂੜ ਚਤੁਰਤਾ ਆਵੇ। ਸੁਣੇ ਮੂੜ ਚਿੱਤ ਲਾਏ ਚਤੁਰਤਾ ਆਵੇ। ਹਾਂਜੀ ਵਿੱਚ ਹਾਂ, ਉਹਨੂੰ ਜੇ ਚਿੱਤ ਲਾ ਕੇ ਧਿਆਨ ਇਕਾਗਰ ਕਰਕੇ ਸੁਣਦਾ ਤੇ ਮੂੜ ਦਾ ਮਤਲਬ ਕਿ ਮੂਰਖ, ਉਹ 'ਚ ਚਤੁਰਤਾ ਆ ਜਾਂਦੀ ਹੈ, ਗਿਆਨ ਆ ਜਾਂਦਾ, ਇਹਨੂੰ ਸਹੀ ਗਲਤ ਦਾ ਪਤਾ ਲੱਗ ਜਾਂਦਾ ਹੈ। ਜਿੱਦਾਂ ਆਪਾਂ ਕਾਲਜ ਜਾਂਦੇ ਹਾਂ ਤੇ ਗਿਆਨ ਕਿਹਨੂੰ ਮਿਲਦਾ ਹੈ? ਜਿਹੜਾ ਕਾਲਜ ਜਾਂਦਾ ਹੈ, ਜਿਹੜਾ ਪੜ੍ਹਦਾ ਹੈ। ਤੇ ਜਿਹੜਾ ਮੇਰੇ ਵਰਗਾ ਇੱਥੇ ਘਰੇ ਬੈਠਾ ਹੈ, ਸਕੂਲੇ ਗਿਆ ਹੀ ਨਹੀਂ, ਉਹਨੂੰ ਕਿੱਥੋਂ ਗਿਆਨ ਮਿਲੂਗਾ? ਨਹੀਂ ਮਿਲੇਗਾ। ਇਸੇ ਤਰ੍ਹਾਂ ਭਗਤੀ ਦਾ ਅਸਰ ਵੀ ਉਸ ਬੰਦੇ ਤੇ ਹੋਊਗਾ। ਤੁਸੀਂ ਜਦੋਂ ਉੱਥੇ ਜਾਂਦੇ ਜੋ ਲਗਾਤਾਰ ਉਸ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ, ਫਿਰ ਕੀ ਪ੍ਰਕਿਰਤੀ ਦਾ ਇੱਕ ਨਿਯਮ ਹੈ। ਪ੍ਰਕਿਰਤੀ ਇਹ ਨਹੀਂ ਪ੍ਰਵਾਹ ਕਰਦੀ ਕਿ ਤੁਸੀਂ ਪਾਤਰ ਹੈ ਜਾਂ ਨਹੀਂ। ਕੋਈ ਪਾਤਰ ਤੇ ਨਹੀਂ ਆਪਾਂ ਹੈਗੇ, ਮੈਂ ਵੀ ਕਹਿੰਦਾ ਕਿ ਅਸੀਂ ਪਾਤਰ ਹੈਗੇ ਹਾਂ, ਪਰ ਇਹ ਆ ਕਿ ਜਾਣੇ ਜ਼ਰੂਰ ਹੈ ਮੰਗਣ। ਕਿਉਂਕਿ ਪਾਤਰ ਤਾਂ ਨਿੱਜਾ ਸਾਹਿਬ ਉਹ ਤੇ ਕੁਆਲੀਫਿਕੇਸ਼ਨ ਸਾਡੇ 'ਚ ਤਾਂ ਹੈ ਨਹੀਂ ਨਾ। ਬਿਲਕੁਲ ਕਿਹੜੇ ਬ੍ਰਹਮ ਗਿਆਨੀ ਆ? ਨਹੀਂ। ਪਰ ਆਪਾਂ ਜਾਣੇ ਜ਼ਰੂਰ ਮੰਗਣ, ਹਰ ਦਿਨ ਮੰਗਣ ਨੇ। ਆ ਤੁਹਾਡੇ ਨਾਲ ਬਹਿ ਕੇ ਆਪਾਂ ਮੰਗਦੇ ਹਾਂ। ਮੈਂ ਆਪਣੀ ਅਰਦਾਸ ਕਰਦਾ ਪਿਆ। ਕਿਉਂ ਮੰਗਦੇ ਹਾਂ? ਕਿਉਂਕਿ ਉਸ ਦੇ ਦਰ ਤੇ ਅਜੇ ਤੱਕ ਐਸਾ ਮਨੁੱਖ ਨਹੀਂ ਗਿਆ ਜਿਹੜਾ ਖਾਲੀ ਆ ਗਿਆ ਹੋਵੇ। ਬਿਲਕੁਲ ਸਹੀ। ਜਿੰਦਾ ਉਹ ਪ੍ਰਮਾਤਮਾ ਹੈ, ਉਹਦੇ ਦਰ ਤੇ ਕੋਈ ਜਾਂਦਾ ਨਹੀਂ ਜੇ। ਕੋਈ ਬਾਬੇ ਦੇ ਪਿੱਛੇ, ਕੋਈ ਮਾਤਾ ਦੇ ਪਿੱਛੇ, ਕੋਈ ਗੁਰਦੁਆਰੇ, ਕੋਈ ਮੰਦਿਰ ਦੇ ਪਿੱਛੇ ਜ਼ਰੂਰ ਜਾਂਦੀ ਹੈ ਦੁਨੀਆ, ਪਰ ਪ੍ਰਮਾਤਮਾ ਦੇ ਕੋਲ ਕੋਈ ਨਹੀਂ ਜਾਂਦਾ। ਇਸੇ ਕਰਕੇ ਉਹ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂਕਿ ਉਹ ਪ੍ਰਮਾਤਮਾ ਦੇ ਕੋਲ ਜਾਂਦਾ ਨਹੀਂ ਹੈ ਕੋਈ। ਨਿਰਗੁਣ ਬ੍ਰਹਮ, ਇਹ ਜਿੰਨੀ ਵੀ ਤੁਹਾਡੇ ਨਾਲ ਕਥਾ ਚੱਲਦੀ ਹੈ, ਇਹ ਕੇਵਲ ਨਿਰਗੁਣ ਪ੍ਰਮਾਤਮਾ ਦੀ ਕਥਾ ਚੱਲਦੀ ਹੈ, ਜਿਹਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਕੋਈ ਰੇਖ ਨਹੀਂ ਹੈ। ਜਿਹੜੀ ਅਦ੍ਰਿਸ਼ ਸ਼ਕਤੀ ਹੈ, ਇਹ ਜਿਹੜਾ ਸੰਸਾਰ ਚਲਾ ਰਹੀ ਹੈ, ਗੁਪਤ, ਉਹਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਸਾਡੀ ਸਮਰਥ ਹੈ। ਪਤਾ ਉਹਨੂੰ ਵੀ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਕਹਾਣੀ ਉਹਦੀ ਹੈ। ਅਸੀਂ ਤੇ ਕੇਵਲ ਸਭ ਛੋਟੇ ਮੋਟੇ ਅਸੀਂ ਪਿਆਦੇ ਹੈਗੇ ਹਾਂ, ਕਿਉਂਕਿ ਉਹਦੀ ਇੱਕ ਲੀਲਾ ਹੈ। ਉਹ ਸੰਸਾਰ ਨੂੰ ਰਚ ਕੇ ਬੈਠਾ ਹੈ ਤੇ ਦੂਜੀ ਤਰਫ ਉਹਨੇ ਇੱਕ ਹੋਰ ਕਲਾਉਜ਼ ਰੱਖੀ ਹੈ ਕਿ ਮੇਰੇ ਕੁਛ ਐਸੇ ਬੱਚੇ ਵੀ ਹੋਣ ਜੋ ਮੈਨੂੰ ਪ੍ਰਗਟ ਕਰਨ, ਮੇਰੀ ਭਗਤੀ ਕਰਨ। ਅਸਲ ਚ ਚਾਹੁੰਦਾ ਇਹੋ ਹੀ ਆ, ਹੋਰ ਕੁਛ ਨਹੀਂ ਜੇ ਚਾਹੁੰਦੇ ਹੋ। ਸੰਸਾਰ ਦੇ ਵੱਲ ਉਹਦਾ ਬਹੁਤਾ ਇੰਟਰਸਟ ਨਹੀਂ ਆ, ਉਹਦਾ ਇਸ ਚੀਜ਼ 'ਚ ਬੜਾ ਇੰਟਰਸਟ ਆ, ਖਾਸ ਕਰਕੇ ਕਿ ਇਸ ਮਾਇਆ ਚੋਂ ਜਿਹੜੀ ਇੰਨੀ ਮੈਂ ਚਲਾਕੀ ਨਾਲ ਰਚੀ ਆ, ਕੋਈ ਇੱਥੋਂ ਨਿਕਲ ਵੀ ਸਕਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਉਹ ਜਿਹੜੇ ਗਵਾਚੇ ਉਹਨਾਂ ਦਾ ਉਹਦਾ ਕੋਈ ਇੰਟਰਸਟ ਨਹੀਂ ਆ, ਬਿਲਕੁਲ ਇੰਟਰਸਟ ਨਹੀਂ ਆ। ਹੀ ਡੋਂਟ ਕੇਅਰ। ਪਰ ਜੇ ਉਹਦੇ ਚਰਨਾਂ ਦੇ ਲਾਗੇ ਕੋਈ ਪਹੁੰਚ ਜਾਂਦਾ ਹੈ, ਉਹ ਬੜਾ ਹੈਰਾਨ ਹੁੰਦਾ ਹੈ ਕਿ ਇਹ ਲੋਕ ਬੜੇ ਖਤਰਨਾਕ ਲੋਕ ਮੈਨੂੰ ਲੱਭ ਕਿੱਦਾਂ ਲਿਆ ਇਹਨਾਂ ਨੇ। ਇੱਥੇ ਸਾਇੰਟਿਸਟ ਨਹੀਂ ਮੈਨੂੰ ਲੱਭ ਸਕਦਾ। ਐਡੇ ਵੱਡੇ ਦਿਮਾਗ ਉਹਨਾਂ ਨੇ ਪਤਾ ਨਹੀਂ ਕੀ ਕੋਈ ਲਿਖਿਆ, ਕੋਈ ਕਿੱਥੇ ਤੁਰਿਆ ਫਿਰਦਾ, ਕੋਈ ਕਿੱਥੇ ਤੁਰਿਆ ਫਿਰਦਾ। ਇਹ ਬੰਦੇ ਭਗਤ ਜੀ ਕਿੱਥੋਂ ਆ ਗਏ, ਮੈਨੂੰ ਕਿੱਥੋਂ ਲੱਭ ਰਹੇ ਨੇ। ਬੜਾ ਖੁਸ਼ ਹੁੰਦਾ ਹੈ। ਕਿਉਂ ਖੁਸ਼ ਹੁੰਦਾ? ਕਿਉਂਕਿ ਦੇਖੋ ਤਾਰੀਫ ਕਿਹਨੂੰ ਚੰਗੀ ਨਹੀਂ ਲੱਗਦੀ ਨਿੱਜਰ ਸਾਹਿਬ। ਬਿਲਕੁਲ। ਭਾਵੇਂ ਰੱਬ ਹੀ ਹੋਵੇ, ਮੈਂ ਵੀ ਕਹਾਂ ਮੇਰੀ ਦੋ ਕੁ ਤਾਰੀਫ ਕਰੋ। ਮੇਰੇ ਨਾਲ ਤੁਸੀਂ ਮੈਨੂੰ ਕਹੋ ਨਾ ਚਰਨਜੀਤ ਬੜਾ ਵਧੀਆ, ਮੇਰਾ ਲੱਕ ਸਿੱਧਾ ਹੋ ਜਾਣਾ। ਰੀੜ ਦੀ ਹੱਡੀਆਂ ਦੀਆਂ ਗੋਟੀਆਂ ਸਿੱਧੀਆਂ ਹੋਣੀਆਂ। ਮੈਂ ਮਹਿਸੂਸ ਕਰਨਾ ਯਾਰ ਮੈਂ ਵੀ ਬੰਦਾ ਕੁਛ ਹੈ ਵਾਂ। ਉਹ ਰੱਬ ਵੀ ਚਾਹੁੰਦਾ ਤਾਰੀਫ ਹੋਵੇ ਮੇਰੀ, ਭਾਵੇਂ ਨਿਰਗੁਣ ਆ, ਪਰ ਤਾਰੀਫ ਉਹ ਚਾਹੁੰਦਾ ਜ਼ਰੂਰ ਆ। ਕਿਉਂਕਿ ਇਹਦੀ ਭਗਤੀ ਦਾ ਮਤਲਬ ਹੀ ਉਹਦੀ ਤਾਰੀਫ ਹੀ ਕਰ ਰਹੇ ਸੀ। ਖੇਡ ਇਹੀ ਪਾਈ, ਤੈਨੂੰ ਲੱਭ ਲਿਆ, ਤੈਨੂੰ ਪ੍ਰਗਟ ਕਰਕੇ ਰੱਖ ਦਾਂਗੇ ਅਸੀਂ। ਪ੍ਰਗਟ ਵੀ ਉਹਦੀ ਇੱਛਾ ਹੈ, ਉਹ ਵੀ ਚਾਹੁੰਦਾ ਮੈਨੂੰ ਪ੍ਰਗਟ ਕਰੋ। ਕਿਉਂਕਿ ਕੋਈ ਮਾਇਆ ਏਡੀ ਖਤਰਨਾਕ ਰਚ ਲਈ ਆ, ਇਹ ਮਾਇਆ ਚ ਉਹਨੂੰ ਪ੍ਰਗਟ ਕਰਨਾ ਬੜਾ ਔਖਾ ਬੰਦਾ ਤੇ ਆ। ਬਿਲਕੁਲ। ਪਰ ਜੇ ਕੋਈ ਪ੍ਰਗਟ ਕਰਦੇ ਤੇ ਕਾਫੀ ਵੱਡੀ ਗੱਲ ਹੋ ਗਈ। ਬ੍ਰਹਮ ਦੇ ਉੱਤੇ ਐਸੀ ਛਲ ਪੈਦਾ ਹੋ ਜਾਂਦੀ, ਫਿਰ ਪਤਾ ਨਹੀਂ ਕਿੰਨੇ ਲੰਘ ਜਾਂਦੇ ਇੱਥੋਂ। ਠੀਕ ਹੈ, ਇੱਕ ਚੀਜ਼ ਨੂੰ ਸਮਝੋ, ਨਿਰਮਲ ਧਾਰਾ ਚੱਲਦੀ ਆ ਤੇ ਫਿਰ ਕੀ ਹੁੰਦਾ, ਫਿਰ ਸ਼ਰਧਾ ਪੂਰੀ ਹੋ ਜਾਂਦੀ ਹੈ। ਕਿਉਂਕਿ ਫਿਰ ਸ਼ਰਧਾ ਤੇ ਹੁੰਦੀ ਹੈ ਨਾ, ਸ਼ਰਧਾ ਤੇ ਸਾਰੇ ਦੀ ਹੁੰਦੀ ਹੈ, ਪਰ ਪੂਰੀ ਸ਼ਰਧਾ ਬਣ ਜਾਂਦੀ ਹੈ। ਉਹ ਆ ਜਿਹੜਾ ਤੁਸੀਂ ਗੁਰਦੁਆਰੇ ਮੱਥਾ ਟੇਕਦੇ ਜੋ ਨਾ, ਇਹ ਅਧੂਰੀ ਸ਼ਰਧਾ ਵਾ। ਬਿਲਕੁਲ। ਉਹ ਤੇ ਮਾੜਾ ਜਿਹਾ ਦੁੱਖ ਨੇ ਚਪੇੜ ਮਾਰੀ ਤੇ ਸਾਰੀ ਸ਼ਰਧਾ ਸ਼ੁਰਧਾ ਹੋ ਗਈ। ਸਹੀ ਨਿਜਰ ਸਾਹਿਬ। ਬਿਲਕੁਲ। ਭਗਤੀ ਜਿਹੜੀ ਲਾਸਟ ਤੇ ਆ ਜਾਂਦੀ ਹੈ, ਭਗਤੀ ਇੱਕਦਮ ਲਾਸਟ ਤੇ ਉਹ ਬੰਦ ਹੀ, ਉਹ ਕੱਟ ਹੀ ਕਰ ਦਿੰਦੇ ਆਪਣੇ ਸ਼ੈਡਿਊਲ ਦੇ ਵਿੱਚੋਂ ਨਾ,
ਜਦ ਮਾੜਾ ਜਿਹਾ ਦੁੱਖ ਆਇਆ, ਮਾੜਾ ਜਿਹਾ ਵੱਲੋਂ ਜੀ ਮੇਰਾ ਤੇ ਜ਼ੁਕਾਮ ਹੋਇਆ ਪਿਆ, ਮੈਨੂੰ ਤਾਂ ਬੁਖਾਰ ਹੋ ਗਿਆ, ਹੁਣ ਨਹੀਂ ਮੈਂ ਉੱਠਦਾ, ਹੁਣ ਨਹੀਂ, ਬਸ ਸ਼ੁਰੂ। ਇਸ ਕਰਕੇ ਦੁੱਖ ਦੇ ਵਿੱਚ ਵੀ ਜਦੋਂ ਸਾਡਾ ਸ਼ਰਧਾ ਬਣੀ ਰਹਿੰਦੀ ਆ ਤੇ ਸਮਝ ਲਓ ਤੁਹਾਡੀ ਸ਼ਰਧਾ ਪੂਰੀ ਆ। ਜਦੋਂ ਤੁਸੀਂ ਸੁਖੀ ਜੋ ਨਾ, ਮੇਰੀ ਗੱਲ ਅੰਡਰਸਟੈਂਡ ਕਰਿਓ, ਸੁਖੀ ਦੇ ਵਿੱਚ ਤੇ ਸਾਰੀ ਦੁਨੀਆ ਰੱਬ ਰੱਬ ਕਰਨ ਦੀ ਆ। ਹਾਂ, ਉਹ ਜਦੋਂ ਤੁਹਾਡਾ ਇਮਤਿਹਾਨ ਹੋਣਾ ਹੈ ਉਦੋਂ ਵੀ ਪਲੀਜ਼ ਏਦਾਂ ਹੀ ਚੱਲਿਓ, ਡਰਿਓ ਨਾ, ਕਿਉਂਕਿ ਤੁਹਾਡੀ ਸ਼ਰਧਾ ਪੂਰੀ ਚਾਹੀਦੀ ਆ। ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਕਿਸ਼ਤੀ ਡੁੱਬਣੀ ਨਹੀਂ ਆ। ਤੇ ਜੇ ਤੁਹਾਡੇ ਮਨ 'ਚ ਸ਼ਰਧਾ ਨਹੀਂ ਆ ਤੇ ਫਿਰ ਤੇ ਡਾਵਾਂਡੋਲ ਜੋ ਨਾ, ਫਿਰ ਹੋਵੇਗਾ ਕਿ ਨਹੀਂ ਹੋਵੇਗਾ, ਉਹ ਗੱਲ ਹੋ ਗਈ ਖਰਗੋਸ਼ ਵਾਲੀ ਗੱਲ, ਫਿਰ ਮੁਸ਼ਕਲ ਹੋ ਜਾਏਗੀ ਗੱਲ। ਠੀਕ ਹੈ ਜੀ। ਫਿਰ ਕਹਿੰਦੇ ਜਦੋਂ ਤੁਸੀਂ ਸੰਗਤ 'ਚ ਬੈਠੇ, ਫਿਰ ਉਹ ਤੁਹਾਡਾ ਤੁਹਾਡੇ ਅੰਦਰ ਇੰਨੀ ਪਕਿਆਈ ਕਰ ਦਿੰਦੇ ਆ, ਪਹਾੜ ਦੇ ਵਾਂਗੂ, ਹਿਮਾਲਿਆ ਪਰਬਤ ਵਾਂਗੂ, ਤੁਸੀਂ ਫਿਰ ਝੂਰੋਗੇ ਨਹੀਂ। ਬਿਲਕੁਲ। ਉਹ ਤਾਂ ਬੰਦਾ ਝੂਰਦਾ ਨਾ, ਨਿੱਜਾ ਸਾਹਿਬ, ਕੀ ਪਤਾ ਹੈ ਜਾਂ ਨਹੀਂ ਹੈ, ਅਗਲਾ ਸੋਚਦਾ ਹੀ ਆ। ਮਾੜਾ ਜਿਹਾ ਮਾਇਆ ਵੱਧ ਗਈ ਤੇ ਜਦੋਂ ਹੀ ਮਾਇਆ ਨੇ ਮਾੜਾ ਜਿਹਾ ਝਟਕਾ ਦਿੱਤਾ ਤੇ ਜਦੋਂ ਹੀ ਝੁਰਨ ਲੱਗ ਜਾਂਦਾ। ਹਾਂ, ਤੇ ਇਸ ਕਰਕੇ ਉਹ ਕਹਿੰਦੇ ਆ ਕਿ ਬਈ ਇਹ ਵੀ ਗੱਲਬਾਤ ਹੈਗੀ ਆ। ਠੀਕ ਹੈ ਜੀ। ਅਗਲੀ ਬੰਨੇ ਦੇਖੋ, ਫਿਰ ਅਗਲੇ ਕਹਿੰਦੇ ਆ ਤੇ ਸਤਿਗੁਰੂ ਹੋਵੇ ਦਿਆਲ ਤੇ ਫਿਰ ਦੁੱਖ ਨਾ ਜਾਣਗੇ। ਦੁੱਖ ਤੇ ਹੈ ਹੀ ਨਹੀਂ ਆ, ਕਿਉਂਕਿ ਦੁੱਖ ਜਿਹੜਾ ਹੈ, ਦੁੱਖ ਬਾਣੀ ਕਹਿੰਦੀ ਦੁੱਖ ਦਾਰੂ, ਸੁੱਖ ਰੋਗ ਪਿਆ। ਸੁੱਖ 'ਚ ਤੂੰ ਰੱਬ ਨੂੰ ਭੁੱਲ ਜਾਣਾ ਤੇ ਦੁੱਖ 'ਚ ਕੀ ਹੋਊਗਾ, ਤੈਨੂੰ ਰੱਬ ਦੇ ਕਰੀਬ ਆਉਣ ਦਾ ਮੌਕਾ ਮਿਲੂਗਾ। ਪਰ ਬਾਣੀ 'ਚ ਪਹਿਲਾਂ ਵੀ ਤੁਕ ਆਈ ਸੀ, ਕਹਿੰਦੀ ਸੀ ਕਿ ਤੂੰ ਦੁੱਖ 'ਚ ਕਿਉਂ ਰੱਬ ਨੂੰ ਯਾਦ ਕਰਦਾ, ਤੂੰ ਓਦਾਂ ਕਿਉਂ ਨਹੀਂ ਯਾਦ ਕਰਦਾ ਰੱਬ, ਜਦੋਂ ਤੈਨੂੰ ਲੋੜ ਹੁੰਦੀ ਤੈਨੂੰ ਉਦੋਂ ਕਿਉਂ ਪਿਓ ਚੇਤੇ ਆਉਂਦਾ। ਬਿਲਕੁਲ। ਓਦਾਂ ਕਿਉਂ ਨਹੀਂ ਚੇਤੇ ਆਉਂਦਾ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿੰਦੇ ਆ ਤੇ ਕਹਿੰਦੇ ਸਤਿਗੁਰੂ ਹੋਵੇ ਦਿਆਲ, ਤੇ ਫਿਰ ਜਦੋਂ ਤੁਹਾਨੂੰ ਉਹ ਸੰਗਤ ਮਿਲ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ, ਮਨ ਤੁਹਾਡਾ ਸ਼ੁੱਧ ਹੋ ਜਾਂਦਾ ਹੈ, ਚਿੱਤ ਸ਼ੁੱਧ ਹੋ ਜਾਂਦਾ ਹੈ, ਤੇ ਫਿਰ ਹਰ ਦਾ ਰੰਗ ਤੁਸੀਂ ਲੱਗ ਜਾਂਦਾ, ਤੁਹਾਡੇ ਤੇ ਆਤਮਾ ਦਾ ਰੰਗ ਚੜ ਜਾਂਦਾ। ਬਿਲਕੁਲ ਚੜ ਜਾਂਦਾ। ਫਿਰ ਰਾਮ ਕਬੀਰਾ ਇੱਕ ਭਏ ਤੇ ਕੋਈ ਨਾ ਸਕੇ ਪਛਾਣੀ, ਉਹ ਅਵਸਥਾ ਬਣ ਜਾਏਗੀ ਜੀ ਤੁਹਾਡੇ ਅੰਦਰ। ਫਿਰ ਤੁਸੀਂ ਕਿੱਦਾਂ, ਮੈਂ ਤੁਹਾਨੂੰ ਇਹ ਬਿਆਨ ਕਰਦਾ, ਫਿਰ ਪਤਾ ਕਿ ਤੁਸੀਂ ਬਿਲਕੁਲ ਸੈਂਟਰਲਾਈਜ਼ ਹੋ ਜਾਣਾ। ਮੈਨੂੰ ਦੱਸਣਾ ਪਊ ਤੁਹਾਨੂੰ, ਨਹੀਂ ਦੱਸਾਂਗਾ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਉਹ ਅਵਸਥਾ ਕਿੱਦਾਂ ਦੀ ਹੈ। ਹੁਣ ਮੈਂ ਆਪਣੀ ਅਵਸਥਾ ਦੱਸਾਂ, ਮੈਂ ਪਤਾ ਕੀ ਆ, ਮੈਂ ਇੱਥੇ ਬੈਠਾ ਨਾ, ਮੈਂ ਇਕੱਲਾ ਵਾਂ, ਮੇਰੇ 'ਚ ਸੰਸਾਰ ਨਹੀਂ ਹੈਗਾ। ਜਦੋਂ ਮੈਂ ਕਲੀਨਿਕ 'ਚ ਚੱਲ ਗਿਆ, ਮੈਂ ਉੱਥੇ ਹੀ ਬੈਠਾ ਵਾਂ, ਇਹ ਮੇਰਾ ਘਰ ਨਹੀਂ ਹੈਗਾ ਉੱਥੇ। ਹੁਣ ਮੈਂ ਇੱਥੇ ਬੈਠਾ, ਮੇਰੀ ਕੋਈ ਨੌਕਰੀ ਨਹੀਂ ਹੈਗੀ, ਮੇਰੀ ਪਤਨੀ ਵੀ ਨਹੀਂ ਹੈਗੀ, ਇੱਥੇ ਬੈਠਾ ਮੈਂ 100% ਤੁਹਾਡੇ ਨਾਲ। ਤੁਸੀਂ ਜਿੱਥੇ ਜਾਓਗੇ ਤੁਸੀਂ ਆਪਣਾ ਸੰਸਾਰ ਨਾਲ ਲੈ ਕੇ ਚੱਲੋਗੇ, ਨਾ ਤੁਸੀਂ ਅੱਗੇ ਨਾ ਤੁਸੀਂ ਪਿੱਛੇ। ਨਿੱਜਰ ਸਾਹਿਬ ਬਹੁਤ ਵਧੀਆ, ਬਿਲਕੁਲ ਸਹੀ ਹੈ ਜੀ। ਇਹ ਦੱਸਣਾ ਜ਼ਰੂਰੀ ਸੀ, ਨਹੀਂ ਦੱਸਦਾ ਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੀ। ਕਿਉਂ? ਉਹ ਕਹਿੰਦਾ ਸੰਤ ਨੂੰ ਕਿ ਸੰਤ ਤੂੰ ਕੀ ਕਰਦਾ? ਉਹ ਕਹਿੰਦਾ ਜਦੋਂ ਪਾਣੀ ਪੀਂਦਾ ਮੈਂ ਪਾਣੀ ਪੀਂਦਾ, ਮੈਂ ਜਦੋਂ ਨਹਾਉਂਦਾ ਮੈਂ ਨਹਾਉਂਦਾ ਵਾਂ, ਜਦੋਂ ਮੈਂ ਰੋਟੀ ਖਾਂਦਾ ਤੇ ਮੈਂ ਰੋਟੀ ਖਾਂਦਾ, ਜਦੋਂ ਮੈਂ ਲੱਕੜ ਵੜਦਾ ਤੇ ਮੈਂ ਲੱਕੜ ਵੜਦਾ, ਜਦੋਂ ਮੈਂ ਤੁਰਦਾ ਤੇ ਮੈਂ ਤੁਰਦਾ। ਕਹਿਣ ਤੋਂ ਭਾਵ ਅੰਦਰ ਸਭ ਕੁਝ ਰੁਕ ਗਿਆ ਤੇ ਜੋ ਮੈਂ ਕਰੂੰਗਾ ਮੈਂ ਉੱਥੇ ਆ, ਨਾ ਮੈਂ ਅੱਗੇ ਨਾ ਮੈਂ ਪਿੱਛੇ। ਸਵੈ ਅਸਤ, ਸਵੈ ਚ ਅਸਤ ਹੋ ਗਈ ਹੈ ਚੇਤਨਾ, ਹੁਣ ਨਹੀਂ ਗਾਹ ਜਾਂਦੀ। ਕਿੱਥੇ ਜਾਣਾ ਹੈ? ਜਿੱਥੇ ਜਾਣਾ ਉੱਥੇ ਪਹੁੰਚ ਚੁੱਕੀ ਹੈ। ਅੱਗੇ ਪਿੱਛੇ ਵਾਲਾ ਸਿਸਟਮ ਬੰਦ। ਨਾ ਤੇ ਵਰਤਮਾਨ ਦੀ ਧਾਰਾ ਟੁੱਟਦੀ ਹੈ, ਨਾ ਭਵਿੱਖ ਚ ਜਾਂਦਾ ਹੈ ਬੰਦਾ, ਨਾ ਭੂਤਕਾਲ ਚ ਜਾਂਦਾ। ਮੈਂ ਜਾ ਸਕਦਾ ਵਾਂ, ਮੈਂ ਦੇਖ ਸਕਦਾ ਵਾਂ, ਮੈਨੂੰ ਲੋੜ ਪਵੇ ਨਾ। ਹੁਣ ਨਿੱਜਰ ਸਾਹਿਬ ਨਾਲ ਮੈਨੂੰ ਕੋਈ ਕੰਮ ਆ, ਮੈਂ ਇੱਕ ਪਹਾੜ ਦੀ ਚੋਟੀ ਤੇ ਖਲੋ ਕੇ ਦੇਖਦਾ ਵਾਂ, ਮੈਂ ਪਿੱਛੇ ਨਹੀਂ ਜਾਂਦਾ। ਨਿੱਜਰ ਸਾਹਿਬ ਜਾਣ ਚ ਤੇ ਵੇਖਣ ਚ ਬੜਾ ਫਰਕ ਜੇ। ਮੈਂ ਇੱਥੋਂ ਨਜ਼ਰ ਮਾਰ ਕੇ ਪਿੱਛੇ ਦੀ ਸੜਕ ਦੇਖ ਸਕਦਾ। ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਨਾ, 25-30 ਸਾਲ ਮੈਂ ਪਿੱਛੇ ਜਾ ਸਕਦਾ, ਪਰ ਮੈਂ ਦੇਖੂੰਗਾ ਇੱਥੋਂ ਖਲੋ ਕੇ ਦੇਖੂੰਗਾ। ਮੈਨੂੰ ਪਿੱਛੇ ਜਾਣ ਦੀ ਲੋੜ ਨਹੀਂ ਆ। ਇਹ ਆਪ ਹੀ ਅੰਡਰਸਟੈਂਡ ਕਰੋ। ਫਿਰ ਬਰੀਕ ਗੱਲ ਆ, ਬਿਲਕੁਲ। ਹਾਂ, ਬੇਵਿਚਾਰਾਂ ਦੇ ਵਿੱਚ ਮੈਂ ਨਹੀਂ ਜਾਂਦਾ, ਬਸ ਜੋ ਦੇਖਿਆ ਦੇਖ ਕੇ ਉਸੇ ਵੇਲੇ ਡਿਸੀਜਨ ਲੈ ਕੇ ਤੇ ਵਾਪਸ ਪ੍ਰੈਜ਼ੈਂਟ ਵਾਪਸ। ਹਾਂ, ਮੈਂ ਇੱਥੋਂ ਖਲੋ ਕੇ ਦੇਖਦਾ, ਮੈਂ ਪਿੱਛੇ ਤੁਰ ਨਹੀਂ ਜਾਂਦਾ। ਆਮ ਬੰਦਾ ਪਿੱਛੇ ਚੱਲ ਜਾਂਦਾ ਹੈ। ਮੈਂ ਖਲੋਤਾ ਇੱਥੇ ਹੀ ਆ, ਪਰ ਮੈਂ ਇੱਥੋਂ ਪਿੱਛੇ ਵੇਖ ਰਿਹਾ, ਬੜੀ ਦੂਰ ਤੱਕ ਦੇਖ ਸਕਦਾ। ਤੁਸੀਂ ਵੀ ਇਸੇ ਅਵਸਥਾ ਨੂੰ ਇੱਕ ਦਿਨ ਮਾਣੋਗੇ। ਰਹੋਗੇ ਤੁਸੀਂ ਟਿੱਲੇ ਤੇ, ਇੱਕ ਪਹਾੜ ਦੀ ਚੋਟੀ ਤੇ, ਜਿੱਧਰ ਮਰਜ਼ੀ ਦੇਖੀ ਜਾਓ, ਪਰ ਤੁਸੀਂ ਨਾਲ ਨਹੀਂ ਜਾਓਗੇ। ਠੀਕ ਹੈ ਜੀ। ਬਿਲਕੁਲ। ਜਿੱਦਾਂ ਲਾਈਟ ਮਾਰ ਕੇ ਚੀਜ਼ ਵੇਖ ਲਈਦੀ, ਮੈਂ ਨਾਲ ਨਹੀਂ, ਮੈਂ ਲਾਈਟ ਦੇ ਨਾਲ ਨਹੀਂ ਜਾਂਦਾ। ਠੀਕ ਹੈ ਜੀ। ਹੁਣ ਇੱਥੇ ਚੀਜ਼ ਜਿੱਦਾਂ ਪ੍ਰੋਜੈਕਟਰ ਔਨ ਕੀਤਾ ਤੇ ਉਹਨੂੰ ਆਫ ਕਰਤਾ ਹਨਾ। ਹਾਂ, ਦੇਖਿਆ ਤੇ ਮੈਂ ਆਪ ਨਹੀਂ ਜਾਊਂਗਾ, ਆਪ ਨਹੀਂ ਮੈਂ ਜਾਊਂਗਾ ਉੱਥੇ। ਬਿਲਕੁਲ ਠੀਕ ਹੈ ਜੀ। ਇਹ ਤੁਹਾਨੂੰ ਪਤਾ ਲੱਗੂਗਾ ਜੇ ਤੁਸੀਂ ਇਹ ਚੀਜ਼ ਨੂੰ ਮੰਨੋਗੇ। ਠੀਕ ਹੈ ਜੀ। ਫਿਰ ਅਗਲੇ ਬੰਨੇ ਬੋਲੋ। ਇਹ ਨਿੱਜਰ ਸਾਹਿਬ ਨਵਨਿੱਧ
ਹਾਂ ਸਤਿਗੁਰ ਹੋਏ ਦਿਆਲ ਤਾਂ ਨੌ ਨਿਧ ਪਾਈਏ। ਆਹੀ ਜਿਹੜੀ ਹੈਗੀ ਫਿਰ ਨੌ ਨਿਧੀਆਂ 18 ਸਿੱਧੀਆਂ। ਫਿਰ ਕਿਹੜੀ ਚੀਜ਼ ਦੀ ਕਮੀ ਹੈ? ਮਾਇਆ ਜਿਹੜੀ ਜਾਲ ਭਰਮ ਪਾਇਆ ਸੀ ਮਾਲਕ ਨੇ, ਭਰਮ ਖਤਮ ਹੋ ਗਿਆ। ਹੁਣ ਤਾਂ ਮਾਲਕ ਦੇ ਨਾਲ ਹੈਗਾ ਭਾਈ, ਜੋਤ ਦੇ ਨਾਲ ਜੋਤ ਰਲੀ ਹੋਈ ਹੈ। ਕਿਹੜੀ ਚੀਜ਼ ਦੀ ਕਮੀ ਰਹਿ ਜਾਏਗੀ ਫਿਰ? ਹਾਂ ਉੱਥੇ ਨਿੱਜਰ ਸਾਹਿਬ ਕੋਈ ਪਦਾਰਥ ਨਹੀਂ ਹੈਗਾ। ਇਹ ਨਾ ਸੋਚਿਓ ਕਿ ਤੁਸੀਂ ਕਿਤੇ ਪਦਾਰਥ ਦੇ ਬੜੇ ਤੁਹਾਡੇ ਕੋਲ ਭੰਡਾਰ ਲੱਗ ਜਾਣਗੇ। ਉਹ ਨਹੀਂ, ਤੁਹਾਨੂੰ ਚਾਹੀਦੇ ਨਹੀਂ ਆ। ਜੇ ਤੁਸੀਂ ਉੱਥੇ ਪਹੁੰਚ ਜਾਓਗੇ ਨਾ, ਯੂ ਡੋਂਟ ਨੀਡ ਦੋਸ ਥਿੰਗ। ਪਦਾਰਥ ਤਾਂ ਹੈ ਹੀ ਝੂਠ ਕੋਰ ਕਿਤਾਬ। ਹਾਂ ਇਹਦੇ ਚ ਸੁੱਖ ਨਹੀਂ ਹੈਗਾ। ਜੇ ਸੁੱਖ ਹੁੰਦਾ ਤੇ ਬਾਣੀ ਚ ਲਿਖ ਜਾਂਦੇ ਕਿ ਉਹ ਇਹ ਚ ਬੜਾ ਸੁੱਖ ਹੈ। ਉਹ ਕਹਿੰਦੇ ਨਹੀਂ, ਨੌ ਨਿਧ ਦਾ ਮਤਲਬ ਉਹ ਤੁਹਾਡੇ ਅੰਦਰ ਦਾ ਖਜ਼ਾਨਾ, ਪ੍ਰਮਾਤਮਾ ਦਾ ਖਜ਼ਾਨਾ ਜਿਹੜਾ ਟੁੱਟਦਾ ਨਹੀਂ, ਖਵਾਜਦਾ ਨਹੀਂ, ਉਹ ਤੁਹਾਡੇ ਨਾਲ ਜਾਊ। ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਡਿਮਾਂਡ ਕੀਤੀ ਸੀ ਨੌ ਨਿਧ ਦਾ ਮਤਲਬ, ਕਹਿੰਦੇ ਸੀ ਕਿ ਮੈਨੂੰ ਐਸਾ ਜਨੇਊ ਪਾ ਦੇ ਮੇਰੀ ਨਾਲ ਜਾਵੇ ਉਹ ਜਦੋਂ ਮੈਂ ਮਰ ਜਾ। ਹੈਂ ਤੇ ਨੌ ਨਿਧ ਦਾ ਖਜ਼ਾਨਾ ਜਿਹੜਾ ਹੈ ਉਹ ਤੁਹਾਡੀ ਆਤਮਾ। ਤੁਸੀਂ ਜਿਉਂਦੇ ਜੀ ਉਹਨੂੰ ਜਾਣ ਲਿਆ, ਬਸ ਗੱਲ ਖਤਮ ਹੋ ਗਈ। ਉਹਨੂੰ ਜਾਣਨ ਵਾਸਤੇ ਹੀ ਜਨਮ ਸੀ, ਬਸ ਖਤਮ ਹੋ ਗਿਆ ਸਭ ਕੁਛ। ਹੁਣ ਕੁਛ ਜਾਣਾ ਕਿੱਥੇ? ਹੁਣ ਜਿੱਥੇ ਜਾਣਾ ਸੀ ਤੁਸੀਂ ਪਹੁੰਚ ਚੁੱਕੇ, ਉੱਥੋਂ ਬਾਹਰ ਨਹੀਂ ਆ ਸਕਦੇ ਤੁਸੀਂ। ਤੇ ਉਹ ਨੌ ਨਿਧ ਖਜ਼ਾਨਾ ਉਸ ਪ੍ਰਮਾਤਮਾ ਫਿਰ ਸਭ ਤੋਂ ਮਹਿੰਗਾ ਖਜ਼ਾਨਾ ਕੀ ਦਿੰਦਾ ਹੈ? ਉਹ ਆਪਣਾ ਨਾਮ ਦੇ ਦਿੰਦਾ ਹੈ। ਪ੍ਰਗਟ ਹੋ ਜਾਂਦਾ ਤੁਹਾਡੇ ਚ, ਨਿੱਕਾ ਜਿਹਾ ਰੱਬ ਪੈਦਾ ਹੋਏਗਾ ਤੁਹਾਡੇ ਅੰਦਰ। ਸੱਚ ਪ੍ਰਗਟ ਹੋ ਗਿਆ, ਬੜੀ ਵੱਡੀ ਗੱਲ ਹੋ ਗਈ। ਸੱਚ ਨੂੰ ਪ੍ਰਗਟ ਕਰਨਾ ਹੀ ਤਾਂ ਸਭ ਤੋਂ ਔਖਾ ਕੰਮ ਹੈ। ਫਿਰ ਅਗਲੇ ਬੰਨੇ ਦੇਖੋ ਨਹੀਂ ਜੈਸਾ ਅਗਲੀ ਤੋਂ ਬੋਲੋ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਸੱਚ ਦੇ ਵਿੱਚ ਸਮਾ ਗਏ, ਫਿਰ ਸੱਚ ਅੰਦਰ ਪ੍ਰਗਟ ਹੋ ਗਿਆ ਆਪਣੇ, ਤੇ ਸੱਚ ਦੇ ਵਿੱਚ ਸਮਾਏ ਆ। ਹਾਂ ਤੇ ਫਿਰ ਉਹ ਕਹਿੰਦੇ ਤੁਸੀਂ ਸੱਚ ਸਮਾਰੋ ਜੋਗੇ। ਰਾਮ ਕਬੀਰਾ ਇੱਕ ਬੇ ਤੇ ਕੋਈ ਨਾ ਸਕੇ ਪਛਾਣ। ਤੁਸੀਂ ਤੇ ਪ੍ਰਮਾਤਮਾ ਇੱਕ ਹੋ ਗਏ। ਆਤਮਾ ਤੱਤ ਚ ਤੁਹਾਡੀ ਪਹੁੰਚ ਹੋ ਗਈ, ਗੱਲ ਖਤਮ। ਬਿਲਕੁਲ। ਫਿਰ ਉਹ ਰਾਮਾਨੰਦ ਜੀ ਕਹਿੰਦੇ ਇਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਬਿਓ ਪੰਗ। ਕਿੱਥੇ ਜਾਣਾ ਹੁਣ? ਬਿਲਕੁਲ। ਕਬੀਰ ਸਾਹਿਬ ਵੀ ਉਹੀ ਗੱਲ ਕਹਿ ਰਹੇ ਨੇ। ਕਬੀਰ ਸਾਹਿਬ ਕਹਿ ਰਹੇ ਰਾਮ ਕਬੀਰਾ ਇੱਕ ਭੇਦ ਤੇ ਕੋਈ ਨਾ ਸਕੇ ਪਛਾਣੀ। ਉਹ ਕਹਿੰਦੇ ਕਿੱਥੇ ਜਾਵਾਂ ਹੁਣ ਮੈਂ ਟਿਕ ਗਿਆ, ਮੈਂ ਪਹੁੰਚ ਗਿਆ। ਹੁਣ ਕਿੱਥੇ ਜਾਣਾ? ਆਤਮਾ ਚ ਬਹਿ ਗਿਆ ਮੈਂ। ਘਰ ਲਾਗੋ ਰੰਗ, ਮੇਰੇ ਅੰਦਰ ਹੀ ਰੰਗ ਲੱਗ ਗਿਆ। ਪਾਣੀ ਚ ਵੀ ਆਏ ਉਦੋਂ ਕਹਿੰਦੇ ਕਿ ਅੰਦਰ ਤੇਰੀ ਆਤਮਾ ਚ ਹੈਗਾ, ਉਹ ਪ੍ਰਗਟ ਹੋ ਜਾਂਦਾ ਹੈ ਸੱਚ। ਤੇ ਫਿਰ ਜਦੋਂ ਸੱਚ ਪ੍ਰਗਟ ਹੁੰਦਾ ਤੇ ਫਿਰ ਹਨੇਰਾ ਕਿੱਥੇ? ਝੂਠ ਤੇ ਆ ਹੀ ਨਹੀਂ ਸਕਦਾ ਉਹਦੇ ਗਾੜੀ। ਸੱਚ ਪੈਦਾ ਹੋ ਗਿਆ। ਉੱਥੇ ਸੂਰਜ ਦੇ ਗਾੜੀ ਕਿਸੇ ਦੀ ਔਕਾਤ ਹੈਗੀ ਹੈ? ਕੋਈ ਬਲਬ ਲੈ ਆਓ, ਕਹੋ ਇਹ ਸੂਰਜ ਨੂੰ ਕੋਈ ਲੈ ਆਓ ਧਰਤੀ ਤੇ, ਜਿੰਨੇ ਮਰਜ਼ੀ ਤੁਹਾਡੇ ਕੋਲ ਬਲਬ ਆ ਉਹਨੂੰ ਚਾਲੂ ਕਰੋ ਸੂਰਜ ਦੇ ਗਾੜੀ, ਕੋਈ ਇਹਦੀ ਔਕਾਤ ਨਹੀਂ ਹੈ। ਤੇ ਆਪ ਸਮਝਦੇ ਹੋ ਉਹ ਸੂਰਜ ਨਹੀਂ ਹੈ, ਉਹ ਸੂਰਜ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ। ਬਿਲਕੁਲ ਸਹੀ ਹੈ। ਉਹਦੇ ਗਾੜੀ ਬਹੁਤ ਔਖਾ ਹੈ, ਕਾਫੀ ਔਖਾ। ਉਹਦੇ ਗਾੜੀ ਕੋਈ ਜਾ ਹੀ ਨਹੀਂ ਸਕਦਾ। ਉਹਦੇ ਗਾੜੀ ਇੱਕ ਭਗਤ ਜਾ ਸਕਦਾ ਹੈ। ਆਪ ਜਸਟ ਸੋਚ ਲਓ ਕਿ ਕਿੱਡੀ ਵੱਡੀ ਗੱਲ ਹੋ ਗਈ। ਠੀਕ ਹੈ ਜੀ। ਪਰਮਾਤਮਾ ਨਿਰਗੁਣ ਬ੍ਰਹਮ ਜਿਹਨੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਦਾ ਕੀ ਕੁਝ ਬਣਾ ਦਿੰਦਾ ਹੈ क्षण ਚ, ਔਰ ਤੁਸੀਂ ਉਹਨੂੰ ਲੱਭ ਲਿਆ। ਕਿੱਡੀ ਵੱਡੀ ਗੱਲ ਹੋ ਗਈ। ਔਰ ਲੱਭੇ ਵੀ ਉਹਦੀ ਕਿਰਪਾ ਨਹੀਂ ਹੈ, ਰਸਤਾ ਉਹਦਾ ਹੀ ਹੈ। ਨਾਨਕ ਤਪੇ ਦਾ ਘਰ ਕਿੱਥੇ? ਉਹ ਆਪ ਹੀ ਫੜ ਕੇ ਖੜਿਆ ਨਾ ਲਗਾਮ, ਤੈਨੂੰ ਮੈਂ ਲੈ ਕੇ ਚੱਲਦਾ, ਆ ਜਾ। ਤੇ ਫਿਰ ਉਹ ਜਦੋਂ ਕੋਈ ਪੁੱਛਣ ਜਾਂਦਾ ਹੈ ਪ੍ਰਮਾਤਮਾ ਦਾ ਰਸਤਾ, ਤੇ ਫਿਰ ਉਹ ਤੁਹਾਡੀ ਕਿਸ਼ਤੀ ਚੁੱਕ ਲੈਂਦਾ, ਕਹਿੰਦਾ ਆ ਜਾ ਤੈਨੂੰ ਮੈਂ ਲੈ ਜਾਣਾ। ਤੇਰੇ ਵਾਸ ਦੀ ਗੱਲ ਨਹੀਂ, ਕਿਉਂਕਿ ਮੇਰੇ ਘਰ ਦਾ ਪਤਾ ਕੇਵਲ ਮੈਨੂੰ ਹੀ ਆ, ਕਿਸੇ ਨੂੰ ਨਹੀਂ ਪਤਾ। ਫਿਰ ਪ੍ਰਮਾਤਮਾ ਤੁਹਾਨੂੰ ਖੜਦਾ ਹੌਲੀ ਹੌਲੀ, ਇੱਕਦਮ ਨਹੀਂ ਖੜ ਸਕਦਾ। ਤੁਸੀਂ ਪ੍ਰਮਾਤਮਾ ਦੇ ਸਾਹਮਣੇ ਜਾ ਨਹੀਂ ਸਕਦੇ, ਉਹ ਚੇਤਨਾ ਹੈ। ਔਰ ਉੱਥੇ ਵਰਤਮਾਨ ਕਾਲ ਰੂਪੀ ਧਾਰਾ ਜਾਣ ਦੇ ਲਈ 2.5 ਸਾਲ ਦਾ ਟਾਈਮ ਲੱਗਦਾ ਹੈ, ਕਿਉਂਕਿ ਹਰ ਦਿਨ ਜਾਂਦੇ ਜੋ। ਔਰ ਸਰੀਰ ਦੇ ਵਿੱਚ ਕਿੰਨੇ ਅਨੁਭਵ ਹੁੰਦੇ ਆ, ਫਿਰ ਸਰੀਰ ਦੀ ਤਿਆਰੀ, ਕਿੰਨਾ ਕੁਝ ਆ। ਜਿੱਦਾਂ ਤੁਸੀਂ ਇੱਕ ਸੂਰਜ ਨੂੰ ਦੇਖੋ, ਕਿੱਦਾਂ ਅੱਖਾਂ ਦੇ ਗੜੀਆਂ ਹਨੇਰਾ ਨਹੀਂ ਆ ਜਾਂਦਾ, ਦਿਖਣੋਂ ਬੰਦ ਹੋ ਜਾਂਦਾ। ਇਸੇ ਤਰ੍ਹਾਂ ਆਤਮਾ ਦੇ ਵਿੱਚ ਜਾਣਾ ਆਸਾਨ ਨਹੀਂ ਆ। ਜਦੋਂ ਬੰਦਾ ਜਾਂਦਾ ਹੈ ਰਾਤ ਨੂੰ ਸੁੱਤਿਆਂ ਜਾਂਦਾ ਹੈ, ਵਿਚਾਰੇ ਨੂੰ ਪਤਾ ਥੋੜੀ ਲੱਗਦਾ। ਹੁਣ ਮੈਨੂੰ ਬੇਹੋਸ਼ ਕਰਕੇ ਲੈ ਜਾਓ, ਮੈਨੂੰ ਕੀ ਪਤਾ, ਮੈਂ ਤੇ ਬੇਹੋਸ਼ ਹਾਂ। ਬਿਲਕੁਲ। ਪਰ ਜਦੋਂ ਮੈਂ ਹੋਸ਼ ਚ ਜਾਵਾਂਗਾ ਤੇ ਕਾਫੀ ਵੱਡੀ ਗੱਲ ਹੈ। ਠੀਕ ਹੈ ਜੀ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਦੇਖ ਲਓ ਗੋਰਕੀ ਸਾਹਿਬ, ਜਿਹੜਾ ਹੈਗਾ ਕੱਲ ਰਿਕਾਰਡਿੰਗ ਮਿਸ ਹੋਈ ਆ, ਤੇ ਕੋਈ ਪਰਪਸ ਹੈਗਾ ਤਾਂ ਹੀ ਮਿਸ ਹੋਈ ਆ। ਆਹੋ, ਅੱਜ ਜਿਹੜੀ ਤੁਹਾਨੂੰ ਮੈਂ ਕੰਮ ਦੀ ਗੱਲ ਕਰ ਦਿੱਤੀ ਸਾਰੀ, ਉਹ ਜੋ ਹੁੰਦਾ ਨਾ, ਦੇਖੋ ਕਿਤੇ ਨਿੱਜਰ ਸਾਹਿਬ ਗਲਤ ਥੋੜੀ ਹੁੰਦਾ। ਗਲਤ ਤੇ ਹੋਇਆ ਹੀ ਨਹੀਂ। ਬਿਲਕੁਲ। ਜੋ ਵੀ ਹੁੰਦਾ ਉਹਦੇ ਪਿੱਛੇ ਬੜਾ ਪਰਪਸ ਆ। ਹਾਂਜੀ। ਅੱਗੇ ਜਿਹੜਾ ਹੈਗਾ ਅਗਲਾ ਸ਼ਲੋਕ ਆ ਗਿਆ, ਅਗਲੀ ਪੌੜੀ। ਇਹ ਜਿਹੜਾ ਹੈਗਾ ਇਹ ਕਰਮ ਕਾਂਡ ਦੇ ਉੱਤੇ ਹੈਗਾ। ਇਹ ਜਿਹੜੇ ਹੈਗੇ ਜੈਨ ਧਰਮ ਦੇ ਜਿਹੜੇ ਹੈਗੇ ਉਹਨਾਂ ਦੇ ਬਾਰੇ ਮਹਾਰਾਜ ਨੇ ਜਿਹੜਾ ਹੈਗਾ ਉਹਦਾ ਵਿਸ਼ਲੇਸ਼ਣ ਕੀਤਾ ਹੈ ਪੂਰਾ
ਬਈ ਦੇਖੋ ਮੈਂ ਤੁਹਾਨੂੰ ਇਹਦੇ ਬਾਰੇ ਪੂਰਾ ਦਾ ਪੂਰਾ ਜਾਣਕਾਰੀ ਦੇ ਦਿੰਦੇ ਆ। ਪਹਿਲੀ ਪਾਤਸ਼ਾਹੀ ਨੇ ਕੀਤਾ ਹੈ ਭਾਈ, ਉਹਨਾਂ ਦੇ ਸਾਹਮਣੇ ਹੀ ਸੀਗਾ ਇਹ ਸਾਰਾ। ਸ਼ਲੋਕ ਮਹਲਾ ਪਹਿਲਾ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਅਸੀਂ 149 ਅੰਗ ਤੇ ਹੀ ਹੈਗੇ ਹਾਲੇ। ਕਹਿੰਦੇ ਸਿਰ ਖੁਹਾਏ ਪੀਏ ਮਲਵਾਣੀ। ਇਹ ਲੋਕ ਕੀ ਕਰਦੇ ਆ? ਇਹ ਲੋਕ ਜਿਹੜੇ ਆ ਨਾ ਬਾਲ ਜਿਹੜੇ ਹੈਗੇ ਉਸਤਰੇ ਨਾਲ ਕੈਂਚੀ ਨਾਲ ਨਹੀਂ ਮੁੰਨਦੇ। ਇਹ ਜਿਹੜੇ ਬਾਲ ਪੁੱਟ ਕੇ ਜਿਹੜੇ ਹੈਗੇ ਸੁਆਹ ਲਾ ਕੇ ਗਿੱਲੇ ਕਰ ਕਰਕੇ ਉਹਨਾਂ ਨੂੰ ਸੁਆਹ ਦੇ ਨਾਲ ਖਿੱਚ ਕੇ ਬਾਲ ਪੁੱਟਦੇ ਆ, ਖੋ ਕੇ ਬਾਲ ਪੁੱਟਦੇ ਆ, ਜਿਵੇਂ ਖੋਂਦੇ ਆ ਕਿਸੇ ਕੋਲੋਂ ਕੋਈ ਚੀਜ਼। ਸਿਰ ਖੁਆਏ ਪੀਏ ਮਲਵਾਣੀ। ਔਰ ਪੀਂਦੇ ਕੀ ਆ? ਕਹਿੰਦੇ ਗੰਦਾ ਮੰਦਾ ਪਾਣੀ ਪੀਂਦੇ ਆ। ਝੂਠਾ ਮੰਗ ਖਾਈ। ਕਹਿੰਦੇ ਝੂਠਾ ਹੀ ਮੰਗਦੇ ਆ ਜਾ ਕੇ ਕਿਸੇ ਦੇ ਘਰੋਂ ਵੀ। ਕਹਿੰਦੇ ਆਪਣੀ ਝੂਠ ਮੂਠ ਦੇ ਦਿਓ ਸਾਨੂੰ। ਆਪਣੇ ਆਪ ਨੂੰ ਸਮਝਦੇ ਵੀ ਅਸੀਂ ਬਿਲਕੁਲ ਨੀਵੇਂ ਹੈਗੇ, ਸਭ ਤੋਂ ਥੱਲੇ ਹੈਗੇ ਆ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਖਾਹੀ। ਫੋਲ ਫਦੀਅਤ ਮੋਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਹੋਰ ਕੀ ਕਰਦੇ ਆ? ਪਹਿਲਾਂ ਜਿਹੜੇ ਹੈਗੇ ਆ ਲੈਟਰਿਨ ਨਹੀਂ ਹੁੰਦੀ ਸੀ, ਫਲਸ਼ ਵਗੈਰਾ, ਬਾਹਰ ਲੈਟਰਿਨ ਕਰਦੇ ਸੀਗੇ। ਲੈਟਰਿਨ ਕਰਕੇ ਜਿਹੜਾ ਹੈਗਾ ਫਿਰ ਉਹਨੂੰ ਜਿਹੜਾ ਹੈਗਾ ਫੋਲਦੇ ਸੀਗੇ। ਫੋਲਦੇ ਕਿਉਂ ਸੀਗੇ? ਕਿਉਂਕਿ ਉਹਦੇ ਅੰਦਰ ਜਿਹੜੇ ਹੈ ਬਰੀਕ ਕੀਟਾਣੂ ਹੁੰਦੇ ਆ, ਚਿੱਟੇ ਕਿਤੇ ਉਹ ਮਰ ਨਾ ਜਾਣ। ਕਹਿੰਦੇ ਗੰਦਗੀ ਦੀ ਪੜਾਸ ਲੈਂਦੇ ਆ। ਕਹਿੰਦੇ ਫੋਲ ਫਦੀਅਤ ਮੋਹ ਲੈਣ ਪੜਾਸਾਂ, ਪਾਣੀ ਦੇਖ ਸੰਗਾਈ। ਪਾਣੀ ਨੂੰ ਦੇਖ ਕੇ ਸੰਗਦੇ ਆ। ਪਾਣੀ ਨਹਾਉਂਦੇ ਨੂੰਦੇ ਹੈ ਹੀ ਨਹੀਂ। ਭੇਡਾਂ ਵਾਂਗੀ ਸਿਰ ਖੁਆਇਨ। ਕਹਿੰਦੇ ਭੇਡਾਂ ਦੇ ਵਾਂਗੂ। ਭੇਡ ਨੂੰ ਕਿਵੇਂ ਮੁੰਨ ਲਈਦਾ ਹੈ? ਇਸ ਤਰੀਕੇ ਦੇ ਨਾਲ। ਕਹਿੰਦੇ ਬਿਲਕੁਲ ਸਿਰ ਨੂੰ ਰੋੜ ਮੋੜ ਕਰ ਦਿੰਦੇ ਆ, ਖੋ ਕੇ। ਭਰੀਅਨ ਹੱਥ ਸੁਆਹੀ। ਔਰ ਹੱਥ ਜਿਹੜੇ ਆ ਸੁਆਹ ਨਾ ਭਰ ਲੈਂਦੇ ਆ। ਮਾਓ ਪਿਓ ਕਿਰਤ ਗਵਾਇਨ, ਟੱਬਰ ਰੋਵਨ ਤਾਹੀ। ਔਰ ਕੰਮ ਕਰਦੇ ਨਹੀਂ ਆ, ਬਸ ਤੁਰ ਪੈਂਦੇ ਆ ਮੰਗਣ ਦੇ ਉੱਤੇ। ਮਾਂ ਪਿਓ ਦਾ ਜਿਹੜਾ ਫਰਜ਼ ਹੈਗਾ, ਕਿਰਤ ਜਿਹੜੀ ਮਾਂ ਪਿਓ ਦੀ ਕਰਨੀ ਸੀ, ਬੱਚਿਆਂ ਨੂੰ ਸੰਭਾਲਣਾ ਸੀ, ਬੱਚਿਆਂ ਨੂੰ ਪਾਲਣਾ ਸੀਗਾ, ਉਹ ਤਾਂ ਗਵਾ ਦਿੱਤੀ। ਕਹਿੰਦੇ ਟੱਬਰ ਰੋਵਨ ਤਾਹੀ। ਔਰ ਟੱਬਰ ਜਿਹੜਾ ਹੈਗੇ ਉਹ ਧਾਂ ਮਾਰ ਕੇ ਰੋਂਦੇ ਇਹਨਾਂ ਦੇ ਨਾਮ ਨੂੰ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਿਥਾਹੂ ਪਾਹੀ। ਕਹਿੰਦੇ ਦੇਖੋ ਜਿਹੜਾ ਬੰਦੇ ਨੇ ਦੁਨੀਆ ਦੇ ਵਿੱਚ ਆ ਕੇ ਕਿਸੇ ਦਾ ਕੁਝ ਕੀਤਾ ਹੀ ਨਹੀਂ ਹੈਗਾ, ਉਹਨਾਂ ਦੀ ਪਿੰਡ ਪੱਤਲ ਕਿਰਿਆ, ਉਹਨਾਂ ਨੂੰ ਕਿਹਨੇ ਜਿਹੜੀ ਹੈਗੀ, ਉਹਨਾਂ ਨੂੰ ਕਿਹਨੇ ਯਾਦ ਕਰਨਾ ਹੈ ਭਾਈ? ਉਹਨਾਂ ਦੇ ਨਾਮ ਦਾ ਦੀਵਾ ਕਿਹਨੇ ਬਾਲਣਾ ਹੈ ਭਾਈ? ਉਹਨਾਂ ਦੀ ਕਬਰ ਦੇ ਉੱਤੇ ਕੌਣ ਜਾ ਕੇ ਬਾਲੂਗਾ ਦੀਵਾ? ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਿਥਾਹੂ ਪਾਹੀ। 68 ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ। ਕਹਿੰਦੇ 68 ਤੀਰਥ ਬਣੇ ਹੋਏ ਆ। ਕੋਈ ਭਗਤ ਹੋਇਆ, ਕੋਈ ਨਾ ਕਿਸੇ ਨੇ ਭਗਤੀ ਕੀਤੀ ਆ, ਤੇ ਤਾਂ ਉਹਦੇ ਨਾਮ ਦੇ ਉੱਤੇ ਤੀਰਥ ਬਣੇ ਹੋਏ ਆ। ਦਰਿਆਵਾਂ ਦੇ ਕੰਢਿਆਂ ਤੇ ਕਿਤੇ ਨਾ ਕਿਤੇ ਤੀਰਥ ਬਣੇ। 68 ਤੀਰਥ ਆ। ਕਹਿੰਦੇ ਉਹਨਾਂ ਤੇ ਜਾਂਦੇ ਹੀ ਨਹੀਂ ਹੈਗੇ। ਉੱਥੇ ਢੋ ਹੀ ਨਹੀਂ ਲੈਂਦੇ। ਉਹ ਤੀਰਥਾਂ ਤੇ ਵੀ ਜਾ ਕੇ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਪਰਮਾਰਥ ਦੀ ਜਾਂ ਕੋਈ ਗਿਆਨ ਦੀ ਗੱਲ ਕੁਛ ਸੁਣਦੇ ਹੀ ਨਹੀਂ ਹੈ। ਬ੍ਰਾਹਮਣ ਅੰਨ ਨਾ ਖਾਹੀ। ਔਰ ਬ੍ਰਾਹਮਣ ਜਿਹੜਾ ਹੈਗੇ ਇਹਨਾਂ ਦਾ ਅੰਨ ਨਹੀਂ ਖਾਂਦੇ ਪਾਏ। ਕਹਿੰਦੇ ਇਹ ਮੰਗ ਕੇ ਲਿਆਏ ਹੋਏ ਆ, ਉਹ ਬ੍ਰਾਹਮਣ ਕਿਉਂ ਖਾ ਲੂਗਾ ਇਹਨਾਂ ਦਾ ਅੰਗ? ਬ੍ਰਾਹਮਣ ਅੰਨ ਨਾ ਖਾਹੀ, ਸਦਾ ਕੁਚੀਲ ਰਹੇ ਦਿਨ ਰਾਤੀ, ਮੱਥੇ ਟਿੱਕੇ ਨਾਹੀ। ਕਹਿੰਦਾ ਇਹ ਤਾਂ ਹਮੇਸ਼ਾ ਹੀ ਗੰਦੇ ਰਹਿੰਦੇ ਆ, ਇਹ ਤਾਂ ਨਹਾਉਂਦੇ ਧੋਂਦੇ ਹੈ ਹੀ ਨਹੀਂ। ਮੱਥੇ ਤੇ ਜਿਹੜੇ ਹੈਗੇ ਕਹਿੰਦੇ ਕੋਈ ਇਹਨਾਂ ਦੇ ਨਹਾ ਧੋ ਕੇ ਕੋਈ ਟਿੱਕਾ ਵੀ ਨਹੀਂ ਹੈ ਕੁਛ। ਔਰ ਪਰਮੇਸ਼ਰ ਦੇ ਦਰ ਦੇ ਉੱਤੇ ਮਾਲਕ ਦਾ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਉਹ ਨਿਸ਼ਾਨ ਤਾਂ ਇਹਨਾਂ ਦੇ ਹੁੰਦਾ ਹੀ ਨਹੀਂ। ਭਗਤੀ ਤਾਂ ਕਰਦੇ ਹੀ ਨਹੀਂ। ਝੁੰਡੀ ਪਾਏ ਬਹਿਨ ਨਿਤ ਮਰਨਾ, ਦੜ ਦੀਵਾਨ ਨਾ ਜਾਹੀ। ਕਹਿੰਦੇ ਇਸ ਤਰ੍ਹਾਂ ਝੁੰਡੀ ਜਿਹੜੀ ਹੈਗੀ ਆ, ਜਿਵੇਂ ਗਰਦਨ ਥੱਲੇ ਨੂੰ ਸੁੱਟ ਕੇ ਜਿਹੜੇ ਬਹਿੰਦੇ ਆ ਭਾਈ। ਝੁੰਡੀ ਪਾਏ ਬਹਿਨ ਨਿਤ ਮਰਨਾ, ਜਿਵੇਂ ਕੋਈ ਮਰਨ ਹੋ ਗਿਆ ਹੋਏ, ਐਨੀ ਉਦਾਸੀ ਦੇ ਵਿੱਚ ਰਹਿੰਦੇ ਆ। ਦੜੇ ਦੀਵਾਨ ਨਾ ਜਾਈ। ਕਿਸੇ ਦੀਵਾਨ ਦੇ ਦਰ ਦੇ ਉੱਤੇ ਜਿੱਥੇ ਸਤਸੰਗ ਹੁੰਦਾ ਹੋਏ ਉੱਥੇ ਵੀ ਨਹੀਂ ਜਾਂਦੇ। ਹੋਰ ਕੀ ਕਰਦੇ ਆ? ਲੱਕੀ ਕਾਸੇ। ਲੱਕ ਦੇ ਨਾਲ ਜਿਹੜਾ ਹੈਗਾ ਉਹ ਕਾਸਾ ਹੁੰਦਾ ਇਹਨਾਂ ਦਾ ਭਾਂਡਾ ਜਿਹੜਾ ਹੈਗਾ, ਮੱਗ ਲੱਕ ਨਾਲ ਬੰਨਿਆ ਹੁੰਦਾ ਹੈ, ਉਹਦੇ 'ਚ ਪਾਉਣ ਵਾਸਤੇ ਪਾਣੀ ਜਾਂ ਹੋਰ ਲੈਣਾ। ਹੱਥੀ ਫੁੰਮਣ। ਹੱਥ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੇ ਕੋਲ ਧਾਗਾ ਹੁੰਦਾ, ਫੁੰਮਣ ਹੁੰਦਾ, ਰੂੰ ਦਾ ਧਾਗਾ ਕਹਿ ਲਓ ਜਾਂ ਜੋ ਵੀ ਧਾਗਾ। ਉਹਦੇ ਨਾਲ ਜਿਹੜਾ ਹੈਗਾ ਉਹ ਜੀਵ ਜਿਹੜੇ ਮਾੜੇ ਜੀਵ ਹਟਾਏ ਜਾਂਦੇ ਆ।
ਤੇ ਅੱਗੋਂ ਪਿੱਛੀ ਜਾਹੀਂ ਜਾਂਦੇ ਇੱਕ ਕਤਾਰ ਦੇ ਵਿੱਚ ਹੈਗੇ ਆ ਬਈ ਅੱਗੇ ਜਿਹੜਾ ਹੈਗਾ ਅਗਲਾ ਜੀਵ ਨੂੰ ਹਟਾ ਦਿੰਦਾ ਹੈ, ਉਹਦੇ ਪਿੱਛੇ ਉੱਥੇ ਪੈਰ ਰੱਖ ਕੇ ਸਾਰੇ ਇੱਕ ਕਤਾਰ 'ਚ ਜਾਂਦੇ, ਔਰ ਜੁੱਤੀ ਵੀ ਨਹੀਂ ਪਾਉਂਦੇ। ਨਾ ਹੋਏ ਜੋਗੀ, ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ। ਕਹਿੰਦੇ ਨਾ ਤਾਂ ਕੋਈ ਜੋਗੀਆਂ ਵਰਗੇ ਹੈਗੇ ਆ, ਨਾ ਜਿਹੜੇ ਹੈਗੇ ਜੰਗਮ ਹੈਗੇ ਜਿਹੜੇ ਤੀਰਥਾਂ ਤੇ ਜਾਂਦੇ ਆ, ਤੇ ਨਾ ਹੀ ਉਹ ਕਾਜੀ ਹੈਗੇ ਆ, ਕਾਜੀ ਮੁੱਲਾ ਵੀ ਨਹੀਂ ਹੈਗੇ, ਮੁਸਲਮਾਨਾਂ ਵਾਂਗੂ ਵੀ ਨਹੀਂ ਕੁਛ ਕਰਦੇ ਪਾਏ। ਦਈ ਵਿਗੋਏ ਫਿਰੇ ਵਿਗੂਤੇ, ਫਿੱਟਾਂ ਵੱਤੇ ਗੱਲਾਂ। ਜਸਵਿੰਦਰ ਜੀ ਤੁਹਾਡਾ ਬੰਦ ਕਰ ਦਿਓ ਜੀ, ਦੇਖੋ ਇਸ ਤਰ੍ਹਾਂ ਨਾ ਕਰੋ। ਜਸਵਿੰਦਰ, ਸੁਖਵਿੰਦਰ ਜੀ ਤੁਸੀਂ ਕਰ ਦਿਓ ਇਹਨਾਂ ਦਾ ਬੰਦ। ਸੁਖਵਿੰਦਰ ਜੀ ਤੁਸੀਂ ਬੰਦ ਕਰ ਦਿਓ ਇਹਨਾਂ ਦਾ, ਜਸਵਿੰਦਰ ਦਾ। ਦਈ ਵਿਗੋਏ ਫਿਰੇ ਵਿਗੂਤੇ, ਫਿੱਟਾਂ ਵੱਤੇ ਗੱਲਾਂ। ਕਹਿੰਦੇ ਪਰਮਾਤਮਾ ਵੱਲੋਂ ਹੀ ਜਿਹੜੇ ਹੈਗੇ ਕਹਿੰਦੇ ਵਿਗੋਏ ਕਹਿੰਦੇ ਆ ਬਿਲਕੁਲ ਗਲਤ ਪਾਸੇ ਨੂੰ ਤੁਰ ਰਹੇ ਆ ਭਾਈ। ਫਿਰੇ ਵਿਗੂਤੇ ਕਹਿੰਦੇ ਖੁਆਰ ਹੋਏ ਫਿਰ ਰਹੇ ਆ। ਫਿੱਟਾਂ ਵੱਤੇ ਗੱਲਾਂ ਨਹੀਂ ਗੱਲਾਂ। ਕਹਿੰਦੇ ਇਹ ਤਾਂ ਪੂਰਾ ਦਾ ਪੂਰਾ ਕਹਿੰਦੇ ਗੱਲਾਂ ਹੀ ਖਰਾਬ ਹੋ ਗਿਆ ਭਾਈ, ਆਵਾ ਹੀ ਉਤਿਆ ਪਿਆ ਆ। ਦਈ ਵਿਗੋਏ ਫਿਰੇ ਵਿਗੂਤੇ, ਫਿੱਟਾ ਵੱਤੇ ਗੱਲਾਂ। ਜੀਆਂ ਮਾਰ ਜੀਵਾਲੇ ਸੋਈ, ਅਵਰ ਨਾ ਕੋਈ ਰੱਖੈ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਾਂ ਨੂੰ ਜੀਵ ਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਜੀਵਨ ਦਿੰਦਾ ਹੈ ਤੇ ਪੈਦਾ ਕਰਦਾ ਹੈ ਤੇ ਮਾਰਦਾ ਵੀ ਮਾਲਕ ਪਰਮਾਤਮਾ ਹੈ, ਔਰ ਉਹੀ ਰੱਖਦਾ ਹੈ ਦੁਨੀਆ ਦੇ ਵਿੱਚ, ਹੋਰ ਕੋਈ ਨਹੀਂ ਰੱਖਦਾ ਪਾਏ। ਦਾਨੋ ਤੈ ਇਸ਼ਨਾਨੋ ਵੰਜੇ, ਪਸ ਪਈ ਸਿਰ ਖੁੱਤੈ। ਕਹਿੰਦੇ ਕੀ ਕੀਤਾ ਇਹਨਾਂ ਨੇ? ਕਹਿੰਦੇ ਦਾਨੋ ਕੀ ਮਤਲਬ? ਦਾਨਵ ਮਤਲਬ ਰਾਖਸ਼ ਨਹੀਂ, ਦਾਨੋ ਮਤਲਬ ਦਾਨ ਵੀ ਨਹੀਂ ਕਰਦੇ ਕਿਸੇ ਨੂੰ, ਕਿਤੇ ਪੱਲੇ ਹੀ ਹੈ ਨਹੀਂ ਕੁਛ ਤੇ ਦਾਨ ਕੀ ਕਰਨਗੇ। ਦਾਨੋ ਤੇ ਇਸ਼ਨਾਨੋ ਵੰਜੇ, ਨਾ ਤਾਂ ਇਸ਼ਨਾਨ ਕਰਦੇ ਆ, ਦਾਨ ਤੇ ਇਸ਼ਨਾਨ ਦੋਨਾਂ ਤੋਂ ਵਾਂਝੇ ਰਹਿ ਗਏ ਭਾਈ। ਪਸ ਪਈ ਸਿਰ ਖੁੱਤੈ, ਔਰ ਪਸ ਸੁਆਹ ਪਾਈ ਹੋਈ ਆ, ਸਿਰ ਜਿਹੜਾ ਹੈ ਖੁਆਇਆ ਹੋਇਆ, ਇਹਨਾਂ ਨੇ ਆਪਣਾ ਜਿਹੜਾ ਹੈਗਾ ਖੋ ਕੇ। ਪਾਣੀ ਹੁਣ ਕਹਿੰਦੇ ਆ ਪਾਣੀ ਤੋਂ ਇੰਨਾ ਸੰਗਦੇ ਆ, ਪਾਣੀ ਨਾਲ ਨਹਾਉਂਦੇ ਨਹੀਂ ਆ। ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਧਾਣੀ। ਕਹਿੰਦੇ ਪਾਣੀ ਦੇ ਵਿੱਚੋਂ ਇੰਨੇ ਸੋਹਣੇ ਰਤਨ ਪੈਦਾ ਹੁੰਦੇ ਆ, ਦੇਵਤਿਆਂ ਨੇ ਉਹਨੂੰ ਜਿਹੜਾ ਹੈਗਾ ਉਹ ਜਿਹੜਾ ਸ਼ੇਸ਼ ਨਾਗ ਦੇ ਨਾਲ ਮੇਰ ਪਰਬਤ ਦੇ ਨਾਲ ਜਿਹੜਾ ਹੈਗਾ ਉਹਨੂੰ ਮਧਾਣੀ ਬਣਾ ਕੇ ਰਿੜਕਿਆ। 68 ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ। ਕਹਿੰਦੇ 68 ਤੀਰਥ ਹੈਗੇ ਆ ਉਹ ਜਿਹੜੇ ਹੈਗੇ ਜਿਨ੍ਹਾਂ ਨੇ ਦੇਵਤਿਆਂ ਵਾਲੇ ਜਿਹੜੇ ਹੈਗੇ ਕਰਮ ਕੀਤੇ, ਜਿਨ੍ਹਾਂ ਨੇ ਭਗਤੀ ਕੀਤੀ ਆ, ਉਹਨਾਂ ਦੇ ਨਾਂ ਦੇ ਉੱਤੇ ਤੀਰਥ ਬਣੇ ਹੋਏ ਆ। 68 ਥੱਪ ਗਏ ਤੇ ਤੀਰਥ ਥਾਪੇ ਹੋਏ ਆ। ਉੱਥੇ ਜਾ ਕੇ ਜਿਹੜਾ ਹੈਗਾ ਕੋਈ ਸਤਸੰਗ ਦੀ ਗੱਲ ਹੁੰਦੀ ਹੈ ਤੀਰਥਾਂ ਤੇ। ਪੁਰਬੀ ਲੱਗੇ ਬਾਣੀ, ਉੱਥੇ ਉਹਨਾਂ ਦਾ ਜਿਹੜਾ ਪੁਰਬ ਹੁੰਦਾ ਹੈ, ਕਿਸੇ ਦਾ ਜਨਮ ਦਿਹਾੜਾ ਹੁੰਦਾ ਹੈ, ਕਿਸੇ ਦਾ ਕੁਛ ਹੁੰਦਾ ਹੈ, ਤੀਰਥ ਹੁੰਦਾ ਹੈ ਉਸ ਜਗ੍ਹਾ ਦੇ ਉੱਤੇ। ਉਸ ਜਗ੍ਹਾ ਤੇ ਕੋਈ ਰੱਬ ਦੀ ਗੱਲ ਹੁੰਦੀ ਹੈ, ਉੱਥੇ ਵੀ ਨਹੀਂ ਜਾਂਦੇ। ਕਹਿੰਦੇ 68 ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ। ਨਾਏ ਨਿਵਾਜਾ ਨਾਤੇ ਪੂਜਾ, ਨਾਵਨ ਸਦਾ ਸੁਜਾਣੀ। ਕਹਿੰਦੇ ਸੁਜਾਨ ਲੋਕ, ਚੰਗੇ ਲੋਕ ਰੋਜ਼ ਨਹਾਉਂਦੇ ਆ ਨਾ, ਔਰ ਮੁਸਲਮਾਨ ਵੀ ਨਹਾ ਕੇ ਨਮਾਜ਼ ਪੜ੍ਹਦੇ ਆ, ਤੇ ਹਿੰਦੂ ਵੀ ਨਹਾ ਕੇ ਪੂਜਾ ਕਰਦੇ ਆ, ਤੇ ਸੁਜਾਨ ਲੋਕ ਰੋਜ਼ ਹੀ ਨਹਾਉਂਦੇ ਆ। ਨਾਵਨ ਸਦਾ ਸੁਜਾਣੀ, ਕਿਉਂਕਿ ਸਰੀਰ ਜਿਹੜਾ ਹੈਗਾ ਨਹੀਂ ਤਾਂ ਜਿਹੜਾ ਬਿਮਾਰ ਹੋ ਜਾਏਗਾ। ਮੂਹਿਆਂ ਜੀਵਨ ਦੀਆਂ ਗਤ ਹੋਵੇ, ਜਾਂ ਸਿਰ ਪਾਈਏ ਪਾਣੀ। ਕਹਿੰਦੇ ਮਰਨ ਤੋਂ ਲੈ ਕੇ ਜਿਉਣ ਤੱਕ ਸਾਰੇ ਜਿਹੜਾ ਹੈਗਾ ਨਹਾਤੇ ਬਗੈਰ ਤਾਂ ਕਹਿੰਦੇ ਇਨਸਾਨ ਜਿਹੜਾ ਹੈਗਾ ਵੈਸੇ ਹੀ ਜਿਹੜਾ ਹੈਗਾ ਬਿਮਾਰੀਆਂ ਨਾਲ ਹੀ ਘਿਰ ਜਾਏਗਾ। ਕਹਿੰਦੇ ਸਿਰ ਤੇ ਪਾਣੀ, ਕਹਿੰਦੇ ਨਹਾਵਾਂਗੇ ਤਾਂ ਜਿਹੜਾ ਹੈਗਾ ਆਪਣਾ ਸਰੀਰ ਸਵਸਥ ਰਹਿੰਦਾ ਹੈ। ਨਾਨਕ ਸਿਰ ਖੁੱਤੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਕਹਿੰਦੇ ਇਹ ਸਿਰ ਖੁੱਤੇ ਜਿਹੜੇ ਹੈਗੇ, ਇਹਨਾਂ ਨੇ ਸਿਰ ਖੋ ਕੇ ਜਿਹੜੇ ਹੈਗੇ ਇਹਨਾਂ ਨੇ ਆਪਣੇ ਝੁੰਡ ਕੀਤੀ ਹੋਈ ਆ, ਆਪਣੇ ਟਿੰਡ ਕੀਤੀ ਹੋਈ ਆ। ਇਹ ਸ਼ੈਤਾਨ ਕਹਿੰਦੇ ਆ, ਇਹ ਤਾਂ ਸ਼ੈਤਾਨ ਹੈ ਇਹਨਾਂ ਦੇ ਅੰਦਰ। ਇਹਨਾਂ ਗੱਲ ਨਾ ਪਾਣੀ, ਇਹਨਾਂ ਨੂੰ ਪਾਣੀ ਵਾਲੀ ਗੱਲ, ਇਹ ਪਾਣੀ ਵਾਲੀ ਗੱਲ ਪਾਉਂਦੀ ਨਹੀਂ ਆ, ਚੰਗੀ ਨਹੀਂ ਲੱਗਦੀ ਵੀ ਪਾਣੀ ਤੋਂ ਇੰਨਾ ਡਰਦੇ ਆ, ਇੰਨਾ ਪਾਣੀ ਨੂੰ ਜਿਹੜਾ ਹੈਗਾ ਚੰਗਾ ਨਹੀਂ ਸਮਝਦੇ। ਉੱਠੇ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ। ਕਹਿੰਦੇ ਪਾਣੀ ਤੋਂ ਬਗੈਰ ਇਨਸਾਨ ਖੁਸ਼ ਹੋ ਹੀ ਨਹੀਂ ਸਕਦਾ। ਕਹਿੰਦੇ ਦੱਸੋ ਕੀ ਖਾਊਗਾ?
ਉੱਠੇ ਹੋਏ ਪਾਣੀ ਦੇ ਨਾਲ ਹੀ ਤਾਂ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਵੈਜੀਟੇਸ਼ਨ ਹੁੰਦੀ ਆ। ਪਾਣੀ ਉੱਠੇ ਹੋਏ ਪਾਣੀ ਦੇ ਨਾਲ, ਜਦ ਪਾਣੀ ਹੁੰਦਾ ਹੈ ਤੇ ਹੋਏ ਬਿਲਾਵਲ ਸਾਰਿਆਂ ਦੇ ਵਿੱਚ ਖੁਸ਼ੀ ਆ ਜਾਂਦੀ ਆ। ਜੀਆਂ ਜੁਗਤ ਸਮਾਣੀ, ਜੀਵ ਜਿੰਨੇ ਆ ਉਹਨਾਂ ਦੀ ਜੁਗਤੀ ਪਾਣੀ ਦੇ ਵਿੱਚ ਤਾਂ ਹੈਗੀ ਆ। ਪਵਨ ਗੁਰੂ ਪਾਣੀ ਪਿਤਾ, ਪਾਣੀ ਤਾਂ ਪਿਓ ਹੈਗਾ ਜਗਤ ਦਾ। ਉੱਠੇ ਅੰਨ ਕਮਾਦ ਕਪਾਹਾਂ ਸਭ ਸੇ ਪੜਦਾ ਹੋਵੇ। ਕਹਿੰਦੇ ਪਾਣੀ ਦੇ ਨਾਲ ਤਾਂ ਅੰਨ ਪੈਦਾ ਹੁੰਦਾ ਹੈ, ਪਾਣੀ ਦੇ ਨਾਲ ਤਾਂ ਗੰਨਾ ਪੈਦਾ ਹੁੰਦਾ ਹੈ, ਕਿੰਨਾ ਮਿੱਠਾ ਹੈ, ਕਿੰਨੇ ਮਿੱਠੇ ਚੀਜ਼ਾਂ ਬਣਦੀਆਂ। ਪਾਣੀ ਦੇ ਨਾਲ ਕਪਾਹ ਪੈਦਾ ਹੁੰਦੀ ਹੈ, ਜਿਹਦੇ ਨਾਲ ਕਿ ਸਾਰਿਆਂ ਨੂੰ ਕੱਪੜਾ ਮਿਲਦਾ ਹੈ, ਸਾਰਿਆਂ ਦੇ ਪਰਦੇ ਕੱਜੇ ਜਾਂਦੇ ਆ। ਉੱਠੇ ਘਾਹ ਚਰੇ ਨਿਤ ਸੁਰਹੀ, ਪਾਣੀ ਦੇ ਨਾਲ ਘਾਹ ਪੈਦਾ ਹੁੰਦਾ ਹੈ, ਸਾਰੇ ਜਿਹੜੇ ਹੈਗੇ ਗਊਆਂ ਮੱਝਾਂ ਜਿਹੜੀਆਂ ਹੈਗੀਆਂ ਚਰਦੀਆਂ ਹੈ। ਸਾਹ ਤਨ ਦਹੀਂ ਬੁਲੋਵੇ, ਔਰ ਜੀਵ ਇਸਤਰੀ ਆਪਾਂ ਜਿਹੜੇ ਦਹੀਂ ਦੁੱਧ ਜਿਹੜੇ ਹੈਗੇ ਚੰਗੀ ਤਰ੍ਹਾਂ ਖਾਂਦੇ ਆ, ਬੁਲਾਉਂਦੇ ਆ, ਮੱਖਣ ਕੱਢਦੇ ਆ। ਤਿਤ ਕੈ ਹੋਮ ਜਗ ਸਦ ਪੂਜਾ, ਔਰ ਘਿਓ ਦੇ ਨਾਲ ਦੇਖੋ ਕਿੰਨੇ ਕਿੰਨੇ ਪਵਿੱਤਰ ਜਿਹੜੇ ਕੜਾਹ ਪ੍ਰਸ਼ਾਦ ਬਣਦਾ ਹੈ, ਹੋਰ ਜਿਹੜੇ ਹੋਮ ਕਰਦੇ ਆ, ਇਹਦੇ ਪੂਜਾ ਕਰਦੇ ਆ। ਤੇ ਪਏ ਕਾਰਜ ਸੋਏ, ਸਾਰੇ ਕਾਰਜ ਵਿਆਹ ਸ਼ਾਦੀਆਂ ਜਿਹੜੀਆਂ ਹੈਗੀਆਂ ਇਹ ਘਿਓ ਦੇ ਨਾਲ ਹੀ ਸੋਭਦੀਆਂ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਹਾਤੇ ਜਿਤ ਵਡਿਆਈ। ਕਹਿੰਦੇ ਗੁਰੂ ਸਮੁੰਦਰ ਹੈਗਾ ਭਾਈ, ਨਦੀਆਂ ਜਿਹੜੀਆਂ ਹੈਗੀਆਂ ਸਾਰੀ ਸਿੱਖੀ ਜਿਹੜੀਆਂ ਹੈਗੀਆਂ ਉਹਦੇ ਤੋਂ ਸ਼ਾਖਾਵਾਂ ਹੈਗੀਆਂ। ਗਿਆਨ ਗੁਰੂ ਤੋਂ, ਬ੍ਰਹਮ ਗਿਆਨੀਆਂ ਤੋਂ ਗਿਆਨ ਨਿਕਲਦਾ ਹੈ, ਪਰਮਾਤਮਾ ਤੋਂ ਗਿਆਨ ਬ੍ਰਹਮ ਗਿਆਨੀਆਂ ਨੂੰ ਆਉਂਦਾ ਹੈ, ਬ੍ਰਹਮ ਗਿਆਨੀ ਤੋਂ ਸੰਸਾਰ ਨੂੰ ਦਿੰਦੇ ਆ। ਨਹਾਤੇ ਜਿਤ ਵਡਿਆਈ, ਉਹਦੇ ਵਿੱਚ ਨਹਾਉਣ ਦੇ ਨਾਲ ਵਡਿਆਈ ਮਿਲਦੀ ਆ, ਉੱਚਾ ਜੀਵਨ ਹੁੰਦਾ ਹੈ। ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀ, ਤਾਂ ਸੱਤ ਚੱਟੇ ਸਿਰ ਛਾਈ। ਕਹਿੰਦੇ ਇਹ ਪਾਣੀ ਜਿਹੜਾ ਹੈ ਗੁਰੂ ਹੈਗਾ, ਗੁਰੂ ਸਮੁੰਦ, ਪਾਣੀ ਸਮੁੰਦ ਹੈ, ਗੁਰੂ ਹੈਗਾ। ਨਦੀਆਂ ਸਾਰੀਆਂ ਸਿੱਖੀ ਹੈਗੀਆਂ, ਉਹਦੇ ਨਾਲ ਨਹਾਉਣ ਦੇ ਨਾਲ ਵਡਿਆਈ ਮਿਲਦੀ ਹੈ। ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀ, ਜੇ ਜਿਹੜੇ ਸਿਰ ਖੁਆਏ ਹੋਏ ਜਿਹੜੇ ਇਹ ਨਹਾਉਂਦੇ ਨਹੀਂ ਹੈਗੇ, ਕਹਿੰਦੇ ਜੇ ਹਾਲੇ ਵੀ ਇਹ ਨਹੀਂ ਸਮਝਦੇ ਇਸ ਗੱਲ ਨੂੰ, ਤਾਂ ਸੱਤ ਚੱਟੇ ਸਿਰ ਛਾਈ। ਕਹਿੰਦੇ 7 ਸਵਾਹ ਦੀਆਂ ਬੁੱਕਾਂ ਉਹਨਾਂ ਦੇ ਸਿਰ ਤੇ ਪਾ ਦਿਓ ਭਾਈ, ਫਿਰ ਨਹੀਂ ਸਮਝ ਰਹੇ ਆਹ ਗੱਲ ਨੂੰ, ਨਹੀਂ ਪੜ੍ਹ ਰਹੇ ਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਗੁਰੂਆਂ ਨੇ ਜੈਨ ਧਰਮ ਤੇ ਇੱਕ ਚੋਟ ਕੀਤੀ, ਉਹਨਾਂ ਦੇ ਜਿਹੜੇ ਫਾਲਤੂ ਦੇ ਕਰਮ ਉਹਨਾਂ ਨੂੰ ਰਿਜੈਕਟ ਕੀਤਾ। ਦੇਖੋ ਜੈਨੀ ਲੋਕ ਇੱਥੋਂ ਤੱਕ ਵੀ ਸੋਚਦੇ ਆ, ਜਿੱਦਾਂ ਹਿੰਦੂ ਲੋਕ ਕਹਿੰਦੇ ਨੇ ਕਿ ਸ਼ੂਦਰਾਂ ਦੇ ਹੱਥੋਂ ਕੋਈ ਚੀਜ਼ ਖਾਣੀ ਨਹੀਂ ਆ, ਪਰ ਸ਼ੂਦਰਾਂ ਦੇ ਹੱਥੋਂ ਜਿਹੜੀ ਕਣਕ ਤਿਆਰ ਕੀਤੀ ਉਹ ਲੈ ਆਉਣੀ। ਬਿਲਕੁਲ ਉਹ ਨਹੀਂ, ਉਹ ਚ ਨਹੀਂ ਕੋਈ ਫਰਕ ਪੈਂਦਾ। ਬਾਕੀ ਇਹ ਚੀਜ਼ ਜਿਹੜੀ ਇਹ ਨਹੀਂ ਸਹੀ। ਇਸੇ ਤਰ੍ਹਾਂ ਹੀ ਜੈਨੀ ਆ, ਜੈਨੀ ਜਿਹੜੇ ਫਸਲ ਨਹੀਂ ਬੀਜਦੇ, ਤੁਹਾਨੂੰ ਪਤਾ ਹੈ, ਸਾਰੇ ਬਿਜ਼ਨਸਮੈਨ ਇਹ ਬਹੁਤ ਪਾਵਰਫੁਲ ਹੋ ਗਏ ਨੇ ਲੋਕ। ਪਤਾ ਨਹੀਂ ਇੰਡੀਆ ਦੀ ਕਿੰਨੇ % ਜਿਹੜੀ ਸੰਪੱਤੀ ਇਹਨਾਂ ਕੋਲ ਹੈ ਜੈਨੀਆਂ ਕੋਲ, ਬਹੁਤ ਅਮੀਰ ਨੇ, ਖਾਸ ਕਰਕੇ ਗੁਜਰਾਤ ਦੇ ਵਿੱਚ ਬਹੁਤ ਤਗੜੇ ਬਿਜ਼ਨਸਮੈਨ, ਕਿਉਂਕਿ ਖੇਤੀ ਕੀਤੀ ਨਹੀਂ, ਸਿੱਧਾ ਬਿਜ਼ਨਸ ਚ ਦਿਮਾਗ ਲਾਇਆ। ਦੇਖੋ ਖੇਤੀ ਕਰਨੀ ਇੱਕ ਅਲੱਗ ਚੀਜ਼ ਹੈ, ਪਰ ਬੰਦੇ ਨੇ ਆਪਣਾ ਨਵਾਂ ਹੀ ਰਸਤਾ ਕੱਢ ਲਿਆ। ਹੁਣ ਦੇਖੋ ਇਹਨਾਂ ਜੈਨੀਆਂ ਦਾ ਇੰਨਾ ਸਿਸਟਮ ਖਰਾਬ ਆ ਕਿ ਬਾਣੀ ਚ ਵੀ ਲਿਖਿਆ ਵਾ, ਇਹ ਮੈਂ ਤੁਹਾਡੀ ਆਵਾਜ਼ ਬੰਦ ਹੋ ਗਈ। ਹਾਂ ਉਹ ਵਿੱਚ ਫੋਨ ਕਰਨ ਦਿਆ ਕੋਈ। ਹਾਂਜੀ ਤੇ ਨਜ਼ਰ ਮਾਰ ਕੇ ਸਾਨੂੰ ਸਮਝਾਇਆ ਹੈ ਕਿ ਦੇਖੋ ਇਹ ਲੋਕ ਕੀ ਕਰ ਰਹੇ ਨੇ। ਦੇਖੋ ਆਪਣੇ ਧਰਮ ਦੇ ਵਿੱਚ ਜਿਹੜਾ ਗੁਰੂਆਂ ਨੇ ਨਾ ਬੜਾ ਜ਼ਬਰਦਸਤ ਰਸਤਾ ਸੀ, ਬੜੀ ਸਮਦ੍ਰਿਸ਼ਟੀ। ਆਪ ਜਸਟ ਸੋਚੋ, ਮੁਸਲਮਾਨ ਤਾਂ ਤੁਹਾਡੀ ਕੋਈ ਲਾਈਨ ਲਿਖਣਗੇ ਆਪਣੇ ਗ੍ਰੰਥ ਚ? ਦੱਸੋ। ਨਹੀਂ। ਪਰ ਸਾਡੇ ਗੁਰੂਆਂ ਨੇ ਸਾਰਿਆਂ ਦੀ ਲਿਖੀ ਹੈ। ਪਰ ਸਾਡੇ ਜਿਹੜੇ ਸ਼ਦਾਈ ਹੈਗੇ ਆ, ਇਹਨਾਂ ਨੇ ਕੋਈ ਨਵਾਂ ਹੀ ਜੁਗਾੜ ਕੱਢ ਛੱਡਿਆ। ਹਾਂ ਸਾਰਿਆਂ ਦੇ ਕਿੱਥੇ ਬੈਠੇ ਨੇ, ਗੱਲਾਂ ਨਹੀਂ ਕੀਤੀਆਂ। ਹਾਂ ਮਹਾਰਾਜ ਨੇ ਕਮੀਆਂ ਵੀ ਲਿਖੀਆਂ ਹੈ ਗੋਰਖੀ ਸਾਹਿਬ, ਸਾਰੇ ਧਰਮਾਂ ਨੂੰ ਲਿਆ ਹੈ, ਪਰ ਉਹਨਾਂ ਦੀਆਂ ਕਮੀਆਂ ਵੀ ਜ਼ਰੂਰ ਸਾਹਮਣੇ ਕੀਤੀਆਂ। ਡਰੇ ਨਹੀਂ ਹੈ ਕਿਸੇ ਕੋਲੋਂ। ਹਾਂ ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਕਿਹਾ, ਤੇ ਜਿਹੜੀ ਗਲਤ ਹੈ ਤਾਂ ਗਲਤ ਕਹਿਤੀ ਉਹ। ਹਾਂ ਉਹਨੂੰ ਜੇ ਅਗਲੇ ਬੰਨੇ ਪਾਤਰਤਾ ਨਹੀਂ ਹੈਗੀ ਨਾ, ਤੇ ਚਾਹੇ ਉਹਨਾਂ ਦਾ ਆਪਣਾ ਬੱਚਾ ਹੋ ਤੇ ਉਹਨੂੰ ਵੀ ਮਨਾ ਕਰ ਦਿੰਦੇ ਆ। ਕਿਉਂ ਕਰਦੇ ਆ? ਕਿਉਂਕਿ ਦੇਖੋ ਗੱਲ ਸਹੀ ਗਲਤ ਨਹੀਂ ਹੈਗੀ, ਗੱਲ ਹੈ ਕਿ ਤੁਸੀਂ ਜਿਹੜਾ ਗਲਤ ਨੂੰ ਗਲਤੀ ਕਹਿਣਾ ਵਾ, ਭਾਵੇਂ ਕੋਈ ਵੀ ਹੋਵੇ, ਇਹੋ ਹੀ ਸੱਚ ਆ। ਜੇ ਤੁਹਾਡੇ ਚ ਕੋਈ ਔਗਣ ਹੈ ਤੇ ਬਾਣੀ ਕਹਿੰਦੀ ਆ ਔਗਣ ਹੈਗਾ, ਜੇ ਤੁਹਾਡੇ ਚ ਕੋਈ ਚੰਗਾ ਗੁਣ ਹੈਗਾ ਬਾਣੀ ਕਹਿੰਦੀ ਚੰਗਾ ਗੁਣ ਹੈਗਾ। ਸਾਨੂੰ ਥੋੜੀ ਕੋਈ ਪ੍ਰੋਬਲਮ ਹੈਗੀ ਹੈ।
ਤੇ ਇਹ ਚੀਜ਼ ਹੈਗੀ ਆ। ਫਿਰ ਵੇਖੋ ਇਹ ਧਰਮ ਦੇ ਵਿੱਚ ਇਹ ਬ੍ਰਸ਼ ਨਹੀਂ ਕਰਦੇ ਜਿਹੜੇ ਇਹਨਾਂ ਦੇ ਦਿਗੰਬਰ ਹੁੰਦੇ ਆ ਨਾ। ਦੋ ਤੱਤ ਦੋ ਹੈਗੇ ਨੇ, ਇੱਕ ਦਿਗੰਬਰ ਹੈ, ਇੱਕ ਸ਼ੈਤੰਬਰ ਹੈ। ਤੇ ਦਿਗੰਬਰ ਤੇ ਸਤੰਬਰ ਉਹ ਮਤਲਬ ਆਪਸ ਜਿਹਨਾਂ ਦਾ ਚੱਲਦਾ ਰਹਿੰਦਾ ਤਾਲਮੇਲ। ਅਜੇ ਤੱਕ ਇਹ ਨਹੀਂ ਮੰਨਦੇ ਕਿ ਔਰਤ ਵੀ ਜਿਹੜੀ ਹੈ ਉਹ ਬ੍ਰਹਮ ਗਿਆਨੀ ਹੋ ਸਕਦੀ ਹੈ। ਇਸ ਕਰਕੇ ਇੱਕ ਮੱਲੀ ਨਾਥ ਕਰਤਾ। ਪਹਿਲਾਂ ਮੱਲੀ ਬਾਈ ਸੀ, ਉਹ ਔਰਤ ਸੀ, ਤੇ ਇਹਨਾਂ ਨੇ ਉਹਨੂੰ ਮੱਲੀ ਨਾਥ ਕਰਤਾ ਕਿਉਂਕਿ ਉਹ ਸੋਚਦੇ ਕਿ ਬੇਇੱਜ਼ਤੀ ਵਾਲਾ ਕੰਮ ਹੈਗਾ। ਇਹ ਕਹਿੰਦੇ ਕਿ ਔਰਤ ਪਹਿਲਾਂ ਮਰੂਗੀ, ਫਿਰ ਬੰਦੇ ਦਾ ਜਨਮ ਲਊਗੀ, ਫਿਰ ਮੁਕਤ ਹੋ ਸਕਦੀ ਹੈ। ਔਰਤ ਮੁਕਤ ਨਹੀਂ ਹੋ ਸਕਦੀ। ਇਹ ਇਕੱਲੇ ਆਪਣੇ ਧਰਮ 'ਚ ਹੀ ਬੜੀ ਸੋਭਾ ਮਿਲੀ ਆ, ਪਰ ਇਹਨਾਂ ਨੇ ਆਪਣੇ ਨੇ ਵੀ ਆ ਕੇ ਉਹ ਧਾਰਾ ਨੂੰ ਬਦਲ ਦਿੱਤਾ। ਮਤਲਬ ਕੁਛ ਗੜਬੜ ਕਰ ਦਿੱਤੀ। ਠੀਕ ਹੈ, ਦੇਖੋ ਆਪਾਂ ਕਿਸੇ ਨੂੰ ਜਸਟੀਫਾਈ ਕਿੱਦਾਂ ਕਰ ਸਕਦੇ ਹਾਂ? ਆਪਾਂ ਕਿੱਦਾਂ ਕਹਿ ਸਕਦੇ ਹਾਂ ਅਪਵਿੱਤਰ ਹੈ? ਆਪਾਂ ਕਿੱਦਾਂ ਕਹਿ ਸਕਦੇ ਹਾਂ? ਆਪਣੇ ਕੋਲ ਪਾਵਰ ਕਿੱਥੋਂ ਆਈ? ਨਾ ਜੰਮੇ ਤਾਂ ਆਪਾਂ ਔਰਤ ਤੋਂ ਤਾਂ ਜੰਮੇ ਹੋਏ ਆ। ਪਰ ਬਾਣੀ 'ਚ ਤੇ ਏਦਾਂ ਦੀ ਕੋਈ ਗੱਲ ਲਿਖੀ ਨਹੀਂ ਕਿ ਉਹ ਔਰਤ 'ਚ ਕੋਈ ਕਮੀ ਆ। ਉਹ ਕਹਿੰਦੇ ਤੇ ਨੈਚੁਰਲ ਪ੍ਰੋਸੈਸ ਹੈ। ਜੇ ਉਹਨੂੰ ਉਹ ਆਉਂਦਾ ਵਾ ਉਹ ਤੇ ਬੱਚਾ ਪੈਦਾ ਕਰਨ ਦੀ ਕਿਰਿਆ ਕੁਦਰਤ ਨੇ ਬਣਾਈ ਹੈ। ਫਿਰ ਪਰਮਾਤਮਾ ਹੀ ਗੰਦਾ ਹੋਇਆ। ਫਿਰ ਜੋ ਕਿਰਿਆ ਉਹਦੀ ਗੰਦੀ ਆ। ਪਰਮਾਤਮਾ ਦਾ ਕਾਰਜ ਕੋਈ ਗੰਦਾ ਹੀ ਨਹੀਂ ਹੈ। ਪਰ ਇਹ ਲੋਕ ਉਹ ਚੀਜ਼ ਨੂੰ ਲੈਂਦੇ ਆ, ਪਰ ਉਹ ਕਿਹਨੇ ਬੋਲਣਾ ਹੀ ਨਹੀਂ। ਉਹ ਲਕੀਰ ਦੇ ਫਕੀਰ ਉਹ ਤੁਰੇ ਜਾਣਾ ਕੰਮ ਹੈ। ਇਹ ਤਾਂ ਪਤਾ ਨਹੀਂ ਕਿੱਥੋਂ ਤੱਕ ਤੁਰਿਆ ਜਾਊਗਾ। ਬਾਣੀ ਜਿਹੜੀ ਆ, ਬਾਣੀ ਦੇਖੋ, ਬਾਣੀ ਉਹਨਾਂ ਲਈ ਆ ਬ੍ਰਹਮ ਗਿਆਨੀਆਂ ਦੀ, ਜਿਹੜੇ ਬ੍ਰਹਮ ਨੂੰ ਜਾਣ ਗਏ। ਗੱਲ ਖਤਮ ਹੋ ਗਈ। ਉਹਦੀ ਜਾਤ ਕੀ ਆ, ਪਾਤ ਕੀ, ਉਹ ਕੌਣ ਆ, ਕਿੱਥੋਂ ਦਾ ਵਾ, ਉਹਨਾਂ ਦੀ ਮੈਟਰ ਨਹੀਂ ਕਰਦਾ। ਖਾਸ ਕਰਕੇ ਉਹਨਾਂ ਦੇ ਨਾਂ ਲਿਖੇ ਬਾਣੀ ਦੇ ਵਿੱਚ, ਉਹਨਾਂ ਨੇ ਆਪਣੇ ਨਾਂ ਨਹੀਂ ਲਿਖੇ। ਆਪਣੇ ਤੇ ਗੁਰੂ ਨਾਨਕ ਦਾ ਨਾਂ ਲਈ ਜਾਂਦੇ। ਪਰ ਵੇਖੋ ਬੜੀ ਵੱਡੀ ਗੱਲ ਹੈ। ਠੀਕ ਹੈ ਜੀ। ਹਾਂਜੀ, ਗੱਲਾਂ ਕੀਤੀਆਂ ਨਹੀਂ ਆ, ਗੱਲਾਂ ਕਰਕੇ ਵਿਖਾਈਆਂ। ਇਹਨਾਂ ਲੋਕਾਂ ਕੋਲ ਜਾਓ, ਇਹ ਕਹਿੰਦੇ ਕੇਵਲ ਸਾਡਾ ਮਾਰਗ ਹੈ। ਸਾਡੇ ਮਾਰਗ ਨਾਲ ਤੁਸੀਂ ਰਾਤ ਪਰਮਾਤਮਾ ਕੋਲ ਪਹੁੰਚ ਸਕਦੇ ਜੋ। ਮੁਸਲਮਾਨ ਕਹਿੰਦੇ ਆ ਬਾਕੀ ਸਭ ਨਰਕ ਜਾਣਗੇ, ਇਕੱਲਾ ਅੱਲਾ ਦਾ ਜਿਹੜਾ ਸ਼ਰਨ ਚ ਆਊਗਾ, ਜੋ ਸਾਡਾ ਧਰਮ ਫੋਲੋ ਕਰੇਗਾ, ਉਹੀ ਰੱਬ ਕੋਲ ਜਾਊ। ਕ੍ਰਿਸਚਨ ਵੀ ਇਹੋ ਗੱਲ ਨੂੰ ਮੰਨਦੇ ਆ। ਪਰ ਗੁਰਬਾਣੀ ਗੁਰਬਾਣੀ ਕਹਿੰਦੀ ਆ ਕੋਈ ਵੀ ਧਰਮ ਹੋਏ, ਬਸ ਸਾਰੇ ਧਰਮ ਆਪਣੇ ਵਿਚਾਰ ਬੰਦ ਕਰ ਲਓ। ਕੋਈ ਕਿਸੇ ਦੇ ਧਰਮ 'ਚ ਜਾਣ ਦੀ ਲੋੜ ਨਹੀਂ ਹੈ। ਬਸ ਵਿਚਾਰ ਬੰਦ ਕਰ ਲਏ, ਜਿਹੜਾ ਮਰਜ਼ੀ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ ਪਰਮਾਤਮਾ ਨੂੰ ਮਿਲ ਸਕਦਾ। ਬਸ ਹਾਂ, ਉਹਨਾਂ ਨੇ ਬੜੀ ਤਗੜੀ ਸਟੇਟਮੈਂਟ ਦਿੱਤੀ ਹੈ। ਸੋ ਇਹ ਗੱਲਾਂ ਬਾਤਾਂ ਹੈਗੀਆਂ ਨੇ, ਵਿਚਾਰ ਕਰਿਆ ਕਰੋ ਪਲੀਜ਼। ਹੈ ਸੋ ਅੱਗੇ ਚਲੀ ਨਹੀਂ ਜੀ ਸਾਹਿਬ। ਹਾਂਜੀ ਅੱਗੇ ਹੁਣ ਜਿਹੜਾ ਹੈਗਾ ਮਹਲੇ ਦੂਜੇ ਦਾ ਸ਼ਲੋਕ ਆ ਗਿਆ। ਕਹਿੰਦੇ ਦੇਖ ਲਾ ਪਿਆਰਿਆ, ਉਹ ਮਾਲਕ ਪਰਮਾਤਮਾ ਦੇ ਨਾਲ ਜੁੜੇਗਾ ਨਾ ਤੇ ਤੇਰਾ ਸਾਰਾ ਕੁਝ ਸਹੀ ਹੋਊਗਾ, ਸਾਰੇ ਕਾਰਜ ਸਿੱਧ ਹੋ ਜਾਣਗੇ। ਅੱਗੀ ਪਾਲਾ ਮਹਲਾ ਦੂਜਾ, ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਕਹਿੰਦੇ ਅੱਗ ਜਿਹੜੀ ਹੈਗੀ ਉਹਨੂੰ ਪਾਲਾ ਕੁਛ, ਅੱਗ ਨੂੰ ਪਾਲਾ ਜਿਹੜਾ ਹੈਗਾ ਉਹ ਜਿਹੜਾ ਠੰਡ ਲਵਾ ਸਕਦਾ ਹੈ, ਅੱਗ ਨੂੰ ਪਾਲਾ। ਸੂਰਜ ਨੂੰ ਜਿਹੜੀ ਹੈਗੀ, ਸੂਰਜ ਨੂੰ ਰਾਤ ਜਿਹੜੀ ਹੈਗੀ, ਸੂਰਜ ਨੂੰ ਜਿਹੜੀ ਹੈਗੀ ਬੰਦ ਕਰ ਸਕਦੀ ਹੈ। ਸੂਰਜ ਜਿਹੜਾ ਹੈਗਾ, ਸੂਰਜ ਦਾ ਜਿਹੜਾ ਰੋਸ਼ਨੀ ਬੰਦ ਕਰ ਸਕਦੀ ਹੈ ਰਾਤ। ਸੂਰਜ ਦੀ ਜਿਹੜੀ ਤਾਪ ਆ ਉਹਨੂੰ ਬੰਦ ਕਰ ਸਕਦੀ ਹੈ ਰਾਤ। ਸੂਰਜ ਦੇ ਵਾਸਤੇ ਕਹੀ ਜੀ ਰਾਤ ਕੀ ਚੀਜ਼ ਹੈ? ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਚੰਨ ਨੂੰ ਹਨੇਰਾ ਕੀ ਕਰ ਸਕਦਾ ਹੈ ਪਾਏ? ਔਰ ਪੌਣ ਪਾਣੀ ਜਿਹੜੀ ਹੈਗੀ ਆ, ਇਹਨਾਂ ਦੀ ਜਾਤ ਕਾਹਦੀ ਆ? ਉਹੀ ਪਵਨ ਜਿਹੜਾ ਹਰੇਕ ਲਈ ਜਾ ਰਿਹਾ, ਉਹੀ ਪਾਣੀ ਹੈ, ਸਾਰੇ ਪੀ ਜਾ ਰਹੇ। ਧਰਤੀ ਚੀਜ਼ੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ। ਧਰਤੀ ਦੇ ਵਾਸਤੇ ਕੋਈ ਪਦਾਰਥ ਜਿਹੜਾ ਹੈਗਾ, ਉਹ ਧਰਤੀ ਨੂੰ ਕਿਸੇ ਪਦਾਰਥ ਦੀ ਕਮੀ ਹੈਗੀ ਕੋਈ ਚੀਜ਼ ਦੀ? ਧਰਤੀ ਤੋਂ ਤਾਂ ਸਾਰਾ ਕੁਝ ਮਿਲਦਾ ਹੈ। ਸਾਰਾ ਕੁਝ ਧਰਤੀ ਦੇ ਵਿੱਚੋਂ ਮਿਲਦਾ ਹੈ, ਧਰਤੀ 'ਚ ਹੀ ਸਮਾ ਜਾਂਦਾ ਹੈ ਸਾਰਾ। ਧਰਤੀ ਚੀਜ਼ੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ। ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ। ਇਸ ਕਰਕੇ ਪਿਆਰਿਆ, ਜੇ ਤੈਨੂੰ ਪਤ ਚਾਹੀਦੀ ਆ ਪਰਮਾਤਮਾ ਦੇ ਦਰ ਤੇ, ਲੋਕ ਪਰਲੋਕ ਦੇ ਵਿੱਚ ਇੱਜ਼ਤ ਚਾਹੀਦੀ ਆ, ਤੇ ਉਸ ਮਾਲਕ ਪਰਮਾਤਮਾ ਦੇ ਨਾਲ ਜੋੜਨਾ ਪਊਗਾ। ਉਸੇ ਨੇ ਪਤ ਰੱਖਣੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਕਹਿੰਦੇ ਨੇ ਕਿ ਜਿੱਦਾਂ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਸ਼ਕਤੀਆਂ ਦੀ ਗਾੜੀ ਕੋਈ ਪਾਵਰ ਨਹੀਂ ਹੈ, ਉਸੇ ਹੀ ਤਰ੍ਹਾਂ ਕਹਿੰਦੇ ਨੇ ਕਿ ਦੇਖੋ ਪਰਮਾਤਮਾ ਦੇ ਨਾਲ ਜਦੋਂ ਅਸੀਂ ਜੁੜ ਜਾਂਦੇ ਹਾਂ ਤੇ ਪੱਤ ਤੇ ਤਾਂ ਹੀ ਹੁੰਦੀ ਹੈ ਸਾਡੀ। ਹਾਂ, ਫਿਰ ਮਾਇਆ ਕੀ ਕਰ ਸਕਦੀ ਹੈ ਗੋਰਖੀ ਸਾਹਿਬ? ਧਰਮਰਾਜ ਕੀ ਕਰ ਸਕਦਾ? ਦੱਸਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਕਿ ਉੱਥੇ ਕੋਈ ਜਾ ਨਹੀਂ ਸਕਦਾ ਉਹਦੇ ਗਾੜੀ।
ਇਸੇ ਕਰਕੇ ਤੇ ਬੰਦਾ ਉਹ ਸੱਚ ਚਿੱਤ ਆਨੰਦ ਹੋ ਜਾਂਦਾ, ਉਹ ਵੀ ਬ੍ਰਹਮ ਚ ਬਹਿ ਜਾਂਦਾ, ਕਹਿੰਦਾ ਮੈਂ ਵੀ ਬ੍ਰਹਮ ਤੇ ਤੂੰ ਵੀ ਬ੍ਰਹਮ। ਠੀਕ ਹੈ ਜੀ, ਪਰ ਉੱਥੇ ਪਹੁੰਚਣਾ ਹੀ ਤੇ ਵੱਡੀ ਗੱਲ ਹੈ। ਉੱਥੇ ਤੁਸੀਂ ਸਾਰੇ ਜ਼ਰੂਰ ਪਹੁੰਚੋਗੇ, ਗਰੰਟੀ ਹੈਗੀ। ਠੀਕ ਹੈ ਜੀ, ਜ਼ਰੂਰ ਜਾਓਗੇ ਆਪ। ਅੱਗੇ ਜਿਹੜੀ ਨਿਜਰ ਸਾਹਿਬ। ਹਾਂਜੀ, ਪੌੜੀ ਆ ਗਈ ਜੀ। ਬਸ ਹੁਣ ਦੇਖੋ, ਬਿਲਕੁਲ ਦੱਸਤਾ ਵੀ ਸੱਚ ਦੇ ਨਾਲ ਜੁੜਾਂਗੇ ਤਾਂ ਪੱਤ ਰਹਿਣੀ ਹੈ ਭਾਈ। ਕਰਮ ਕਾਂਡ ਛੱਡ ਦਿਓ। ਆ ਜਿਹੜਾ ਹੈਗਾ ਆ ਸਿਰ ਖੁੱਤਿਆਂ ਦੀ ਗੱਲ ਕੀਤੀ ਹੈ ਮਹਾਰਾਜ ਨੇ, ਉੱਥੋਂ ਐਗਜ਼ਾਮਪਲ ਦਿੱਤਾ ਆਪਾਂ ਨੂੰ, ਸਭ ਤੋਂ ਵੱਡਾ ਕਰਮ ਕਾਂਡ ਲਿਆ ਉਹਨਾਂ ਨੇ। ਹੁਣ ਜਿਹੜਾ ਹੈਗੇ ਪੌੜੀ, ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਕਹਿੰਦੇ ਮਾਲਕਾ ਤੂੰ ਆ ਸੁਭਾਨ, ਤੂੰ ਆ ਸੁਭਾਨ। ਕਿਉਂਕਿ ਮਾਲਕ ਪਰਮਾਤਮਾ, ਸੁਭਾਨ ਮਤਲਬ ਬਈ ਭਗਤੀ, ਤੈਨੂੰ ਮੈਂ ਸੁਭਾਨ ਕਹਿਣਾ ਹੈ। ਸੁਭਾਨ ਅੱਲਾ ਕਹਿੰਦੇ ਆ, ਪਹਿਲਾਂ ਮੁਸਲਮਾਨ ਕਹਿੰਦੇ ਆ। ਸੁਭਾਨ ਦਾ ਮਤਲਬ ਹੁੰਦਾ ਬਈ ਬਹੁਤ ਹੀ ਵਧੀਆ, ਵੰਡਰਫੁਲ। ਇਹ ਅੰਗਰੇਜ਼ੀ 'ਚ ਵੰਡਰਫੁਲ ਆਉਂਦਾ, ਸੁਭਾਨ ਕਹਿੰਦੇ ਆ, ਸੁਭਾਨ ਅੱਲਾ। ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਕਹਿੰਦੇ ਮੈਂ ਤਾਂ ਤੇਰੀ ਵਡਿਆਈ ਕਰਦਾ ਹਾਂ, ਮੈਂ ਤਾਂ ਤੇਰਾ ਹੀ ਜਿਹੜਾ ਹੈਗਾ ਉਹ ਜਿਹੜੇ ਢਾਡੀ ਹੈਗਾ ਆ, ਮੈਂ ਤੇਰਾ ਹੀ ਕਲਾਣ ਕਰਦਾ ਹਾਂ ਮੈਂ। ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਤੇਰਾ ਦੀਵਾਨ ਸੱਚ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ, ਹਰੇਕ ਦੇ ਅੰਦਰ ਹੈਗਾ, ਤੇ ਬਾਕੀ ਸਾਰੀ ਦੁਨੀਆ ਜਿਹੜੀ ਹੈਗੀ ਸ੍ਰਿਸ਼ਟੀ ਆਉਣ ਜਾਣ ਦੇ ਵਿੱਚ ਲੱਗੀ ਹੋਈ ਹੈ। ਸੱਚ ਜੇ ਮੰਗੇ ਦਾਨ ਸੇ ਤੁਦੇ ਜਿਹਾ। ਹੁਣ ਦੇਖ ਲਓ, ਝੂਠ ਦੇ ਬਾਰੇ, ਕਰਮ ਕਾਂਡ ਦੇ ਬਾਰੇ ਮਹਾਰਾਜ ਨੇ ਪੌੜੀਆਂ ਦੇ ਵਿੱਚ ਦੱਸਿਆ ਸੀਗਾ। ਕਹਿੰਦੇ ਜਿਹੜੇ ਸੱਚ ਮੰਗਦੇ ਆ ਜੀਵਨ ਦੇ ਵਿੱਚ, ਸੱਚ ਜੇ ਮੰਗੇ ਦਾਨ, ਮੰਗਣਾ ਆ ਭਾਈ, ਸੱਚ ਦੇਣਾ ਆ ਮਾਲਕ ਨੇ। ਸੱਚ ਜੇ ਮੰਗੇ ਦਾਨ ਸੇ ਤੁਦੇ ਜਿਹਾ, ਉਹ ਕਿਹੋ ਜਿਹੇ ਹੋ ਜਾਣਗੇ ਭਾਈ? ਕਹਿੰਦੇ ਤੇਰੇ ਵਰਗੇ ਹੋ ਜਾਣਗੇ। ਜਿਨ੍ਹਾਂ ਦੇ ਜੀਵਨ ਦੇ ਵਿੱਚ ਸੱਚ ਆ ਗਿਆ, ਤੇਰੇ ਵਰਗੇ ਹੋ ਜਾਣਗੇ ਉਹ। ਸੱਚ ਜੇ ਮੰਗੇ ਦਾਨ ਸੇ ਤੁਦੇ ਜਿਹਾ, ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ। ਕਹਿੰਦੇ ਤੇਰਾ ਫੁਰਮਾਨ ਸੱਚ ਹੈਗਾ, ਔਰ ਸ਼ਬਦ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਜੋ ਗਿਆਨ ਕਹਿ ਰਿਹਾ ਆ ਉਹ ਕਾਰਵਾਈ ਕਰਨ ਦੇ ਨਾਲ ਸੋਹਿਆ ਹੋ ਜਾਏਗਾ, ਜੀਵਨ ਸੋਹਣਾ ਹੋ ਜਾਏਗਾ ਇਨਸਾਨ ਦਾ। ਜੇ ਕਿਤੇ ਮਾਲਕ ਦਾ ਫੁਰਮਾਨ ਸੱਚ, ਜੇ ਸੱਚ ਨੂੰ ਇਨਸਾਨ ਸੱਚ ਦੇ ਨਾਲ ਜੁੜ ਜਾਏਗਾ। ਮੰਨੈ ਗਿਆਨ ਧਿਆਨ ਤੁਧੇ ਤੇ ਪਾਇਆ, ਸਾਰਾ ਗਿਆਨ ਧਿਆਨ ਮਾਲਕ ਪਰਮਾਤਮਾ ਤੋਂ ਮਿਲਦਾ ਆ। ਜਿਹੜਾ ਵੀ ਮੰਨ ਲੈਂਦਾ ਹੈ ਉਹ ਮਾਲਕ ਪਰਮਾਤਮਾ ਵਰਗਾ ਹੋ ਜਾਂਦਾ ਹੈ। ਕਰਮੇ ਪਵੈ ਨਿਸ਼ਾਨ ਨਾ ਚੱਲੇ ਚਲਾਇਆ, ਆ ਕਰਮ ਦੇ ਨਾਲ ਜਿਹੜਾ ਵੀ ਇਨਸਾਨ ਇਸ ਚੀਜ਼ ਨੂੰ, ਜਿਹੜਾ ਸ਼ਬਦ ਦਾ ਗਿਆਨ ਇਹਨੂੰ ਮੰਨ ਲੈਂਦਾ ਹੈ, ਭਗਤੀ ਨੂੰ ਮੰਨ ਲੈਂਦਾ ਹੈ, ਤੇ ਉਹਦੇ ਨਿਸ਼ਾਨ ਪੈ ਜਾਂਦਾ ਹੈ। ਕਰਮੇ ਪਵੈ ਨਿਸ਼ਾਨ, ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਮਾਲਕ ਦੀ ਬਖਸ਼ਿਸ਼ ਦੇ ਨਾਲ ਉਹਦੇ ਨਿਸ਼ਾਨ ਆ ਜਾਂਦਾ ਹੈ ਭਾਈ, ਵੀਜ਼ਾ ਮਿਲ ਜਾਂਦਾ ਹੈ। ਨਾ ਚੱਲੇ ਚਲਾਇਆ, ਹੁਣ ਨਹੀਂ ਉਹ ਗਾਹਾਂ ਜੂਨਾਂ ਦੇ ਵਿੱਚ ਘੁੰਮਦਾ ਭਾਈ, ਹੁਣ ਨਹੀਂ ਉਹ ਜਿਹੜਾ ਕੋਲੂ ਦੇ ਬੈਲ ਵਾਂਗੂ ਚੱਕਰ ਖਾਂਦਾ। ਹੁਣ ਭਾਵੇਂ ਜਿੰਨਾ ਮਰਜ਼ੀ ਮਾਇਆ ਜ਼ੋਰ ਲਾ ਲੇ, ਢਿੱਲ ਲਾ ਲੇ, ਉਹਦੇ ਤੇ ਫਰਕ ਨਹੀਂ ਪੈਂਦਾ। ਤੂੰ ਸੱਚਾ ਦਾਤਾਰ ਨਿਤ ਦੇਵੇਂ ਚੜੇ ਸਵਾਇਆ, ਮਾਲਕ ਪਰਮਾਤਮਾ ਸੱਚਾ ਹਮੇਸ਼ਾ ਰਹਿਣ ਵਾਲਾ ਦਾਤਾ ਹੈਗਾ, ਉਹਨੇ ਸੱਚ ਦੇਣਾ ਹੈਗਾ, ਔਰ ਨਿਤ ਦਿੰਦਾ ਆ। ਔਰ ਨਿਤ ਜਿਹੜਾ ਹੈਗਾ, ਜਿਹੜਾ ਵੀ ਸੱਚ ਲੈਂਦਾ ਹੈ, ਜਿਹੜਾ ਵੀ ਸੱਚ ਦੇ ਨਾਲ ਜੁੜਦਾ ਹੈ, ਉਹਦੇ ਅੰਦਰ ਦਿਨ ਦੁਣੀ ਰਾਤ ਚੌਗਣੀ ਤਰੱਕੀ ਹੁੰਦੀ ਹੈ। ਨਾਨਕ ਮੰਗੈ ਦਾਨ ਜੋ ਤੁਧ ਪਾਇਆ, ਮਾਲਕਾ ਮੈਨੂੰ ਤਾਂ ਉਹ ਦਾਨ ਚਾਹੀਦਾ ਹੈ ਜੋ ਤੈਨੂੰ ਪਾਉਂਦਾ ਹੈਗਾ, ਜੋ ਤੂੰ ਚਾਹੁੰਦਾ ਹੈਗਾ ਆ ਸਾਡੇ ਕੋਲੋਂ, ਜਿਹਦੇ ਵਾਸਤੇ ਤੂੰ ਸ੍ਰਿਸ਼ਟੀ ਬਣਾਈ ਆ। ਮੈਨੂੰ ਉਹ ਸੱਚ ਦਾ ਦਾਨ ਚਾਹੀਦਾ ਹੈ। ਹਾਂਜੀ ਗੋਰਖੀ ਸਾਹਿਬ। ਬਿਲਕੁਲ ਠੀਕ ਹੈ ਜੀ। ਤੇ ਉਹ ਕਹਿੰਦੇ ਆ ਕਿ ਮੈਨੂੰ ਪਤਾ ਕੀ ਚਾਹੀਦਾ, ਮੈਂ ਸ਼ਾਰਟ ਕਰਦਾ, ਮੈਨੂੰ ਉਹ ਦਵੋ ਜੋ ਤੁਹਾਨੂੰ ਚੰਗਾ ਲੱਗੇ, ਜੋ ਤੁਹਾਡੀ ਨਜ਼ਰ 'ਚ ਸਹੀ ਆ। ਬਿਲਕੁਲ, ਕਹਿਣ ਤੋਂ ਭਾਵ ਆ ਜੋ ਤੇਰੇ ਧਰਮ ਦੇ ਅਨੁਸਾਰ ਸਹੀ ਆ, ਮੈਨੂੰ ਉਹ ਚਾਹੀਦਾ। ਤੇ ਜਿਹੜਾ ਪ੍ਰਮਾਤਮਾ ਦੇ ਧਰਮ ਦੇ ਤਰਾਜੂ 'ਚ ਸਹੀ ਆ, ਉਹ ਜਦੋਂ ਸਾਨੂੰ ਮਿਲ ਜਾਂਦਾ, ਗੱਲ ਖਤਮ ਹੋ ਗਈ। ਉਹ ਨਹੀਂ ਕਹਿੰਦੇ ਕਿ ਜੋ ਮੈਨੂੰ ਚੰਗਾ ਲੱਗਦਾ ਮੈਨੂੰ ਉਹ ਦੇ, ਉਹ ਕਹਿੰਦੇ ਜੋ ਤੇਰੇ ਤਰਾਜੂ 'ਚ ਸਹੀ ਹੈ, ਜੋ ਤੇਰੀ ਨਜ਼ਰ 'ਚ ਸਹੀ ਹੈ, ਜੋ ਤੂੰ ਚਾਹੁੰਦਾ ਹੈ, ਮੈਨੂੰ ਦੇ ਦੋ, ਬਸ ਗੱਲ ਖਤਮ। ਮੈਂ ਕੀ ਚਾਹੁੰਦਾ, ਇਟ ਡਜ਼ਨਟ ਮੈਟਰ। ਮੈਂ ਤੇ ਕੀ ਮੰਗ ਲੈਣਾ, ਪਰ ਮੈਂ ਤੇ ਕਹਿੰਦਾ ਕਿ ਮੈਨੂੰ ਉਹ ਦੇ ਜੋ ਤੈਨੂੰ ਪਤਾ ਹੈ। ਜਿੱਦਾਂ ਇੱਕ ਮਾਂ ਬਾਪ ਬੱਚੇ ਕੋਈ ਗਲਤ ਜਿੱਦ ਕਰਦੇ ਨਾ,
ਮੈਨੂੰ ਫਲਾਨੀ ਚੀਜ਼ ਚਾਹੀਦੀ, ਮੈਨੂੰ ਢਿੰਕੀ ਚਾਹੀਦੀ, ਮੈਨੂੰ ਮੋਬਾਈਲ ਲੈ ਦਿਓ, ਮੈਨੂੰ ਆਹ ਲੈ ਦਿਓ, ਮੈਨੂੰ ਉਹ ਲੈ ਦਿਓ। ਤੇ ਮਾਂ ਬਾਪ ਕਹਿੰਦੇ ਪੁੱਤ ਹਜੇ ਨਹੀਂ, ਤੂੰ ਥੋੜਾ ਵੱਡਾ ਹੋ ਜਾ, ਤੈਨੂੰ ਪਤਾ ਨਹੀਂ ਇਹ ਚੀਜ਼ਾਂ ਦਾ ਕੀ ਹੈ, ਤੇਰੇ ਲਈ ਸਹੀ ਨਹੀਂ ਹੈ। ਪਰ ਬੱਚੇ ਨੂੰ ਤਾਂ ਚੰਗੀਆਂ ਲੱਗਦੀਆਂ, ਬੱਚਾ ਤੇ ਮੰਗਦਾ ਹੈ, ਲੋਕਾਂ ਨੂੰ ਵੇਖਦਾ ਹੈ, ਪਰ ਮਾਂ ਬਾਪ ਗਲਤ ਚੀਜ਼ ਨਹੀਂ ਲੈ ਕੇ ਦਿੰਦੇ। ਇਸੇ ਤਰ੍ਹਾਂ ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਸਹੀ ਕੀ ਗਲਤ ਕੀ ਆ, ਮੈਨੂੰ ਤਾਂ ਉਹ ਦਓ ਜੋ ਤੁਹਾਡੀ ਨਜ਼ਰ 'ਚ ਸਹੀ ਹੈ। ਬਿਲਕੁਲ ਜ਼ਿੰਮੇਵਾਰੀ ਨਹੀਂ ਚੁੱਕਣ ਦੇ। A to Z ਰਿਸਪੌਂਸਿਬਿਲਿਟੀ ਪ੍ਰਮਾਤਮਾ ਨੂੰ ਦੇ ਰਿਹਾ, ਔਰ ਇਹੋ ਹੀ ਚੀਜ਼ ਹੈ। ਔਰ ਸਾਨੂੰ ਵੀ ਉਹ ਮੰਗਣਾ ਚਾਹੀਦਾ ਹੈ ਜੋ ਪ੍ਰਮਾਤਮਾ ਨੂੰ ਸਹੀ ਲੱਗਦਾ ਹੈ ਔਰ ਜੋ ਉਹਨੇ ਸਹੀ ਬਣਾਇਆ ਹੈ, ਔਰ ਉਹੀ ਲੈਣ 'ਚ ਫਾਇਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸੱਚ ਲੈਣ 'ਚ ਹੀ ਫਾਇਦਾ ਹੈਗਾ। ਬਿਲਕੁਲ ਸੱਚ ਹੀ ਲਈਏ ਆਪਾਂ, ਸੱਚ ਹੀ ਮੰਗੀਏ ਭਾਈ। ਤੇ ਮੈਨੇਜਰ ਸਾਹਿਬ ਮੈਨੇਜਰ ਦਾ ਪ੍ਰਮਾਤਮਾ ਨੂੰ ਸੱਚ ਹੀ ਭਾਉਂਦਾ ਵਾ। ਹਾਂ ਬਸ ਆਈ ਚੀਜ਼। ਪ੍ਰਮਾਤਮਾ ਥੋੜੀ ਝੂਠ ਚਾਹੁੰਦਾ ਹੈ, ਉਹ ਤੇ ਮਾਇਆ ਦਾ ਵਾ ਖੇਡ। ਹਾਂਜੀ ਇੱਕ ਨਾ ਗੋਰਖੀ ਸਾਹਿਬ ਇੱਕ ਅਰਦਾਸ, 2 ਅਰਦਾਸਾਂ ਕਰਨੀਆਂ ਆਪਾਂ ਨੇ। ਇੱਕ ਹਾਂਜੀ ਫੀਮੇਲ ਦੇ ਵਿੱਚ ਕੋਈ ਵੀ ਬ੍ਰਹਮ ਗਿਆਨੀ ਨਹੀਂ ਹੋਈ, ਜਿਵੇਂ ਬੱਚਿਆਂ ਦੇ ਵਿੱਚ ਵੀ ਜਿਵੇਂ ਧਰੂਮ ਭਗਤ ਹੋਏ ਨੇ ਹਨਾ, ਉਹ ਵੀ ਜੈਂਟਸ ਦੇ ਵਿੱਚ ਜਾਂ ਕਹਿ ਲਓ ਮੇਲ ਦੇ ਵਿੱਚ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਬੀਬੀ, ਇਹੋ ਜੀ ਕੋਈ ਗੱਲ ਨਹੀਂ ਹੈ, ਬਿਲਕੁਲ ਨਹੀਂ ਹੈਗੀ ਆ, ਬਿਲਕੁਲ ਨਹੀਂ ਹੈਗੀ। ਮਾਤਾ ਟੈਨਸ਼ਨ ਨਹੀਂ ਲੈਣੀ, ਇੱਥੇ ਕੋਈ ਵਹਿਮ ਨਹੀਂ ਪੈਦਾ ਕਰਨਾ। ਮੈਂ ਵੈਸੇ ਗੱਲ ਕਰਦਾ ਕਿ ਇਹ ਧਰਮਾਂ ਦੇ ਵਿੱਚ ਲੋਕਾਂ ਨੇ ਏਦਾਂ ਗੇਮਾਂ ਕੀਤੀਆਂ, ਏਦਾਂ ਦਾ ਕੋਈ ਪ੍ਰਮਾਤਮਾ ਦੀ ਨਜ਼ਰ 'ਚ ਕੋਈ ਫੀਮੇਲ ਮੇਲ ਕੋਈ ਹੈ ਨਹੀਂ, ਹੈ ਹੀ ਨਹੀਂ ਹੈ ਗੱਲ। ਤਾਂ ਚਾਹੇ ਮੇਲ ਆ, ਸਾਰੇ ਆਪਾਂ ਇਸਤਰੀ ਲਿੰਗ 'ਚ ਹੀ ਆਉਂਦੇ ਆ। ਬਿਲਕੁਲ ਪੁਰਸ਼ ਇੱਕੋ ਪ੍ਰਮਾਤਮਾ ਹੀ ਆ। ਬਿਲਕੁਲ ਇਹ ਬਾਣੀ ਜਿਹੜੀ ਹੈ ਨਾ ਗੱਲ ਤੋਂ ਥੱਲੇ ਨਹੀਂ ਗਈ ਹੈਗੀ। ਇਹ ਬਾਣੀ ਜਿਹੜੀ ਹੈਗੀ ਆ ਫੀਮੇਲ ਮੇਲ ਦਾ ਕੋਈ ਡਿਫਰੈਂਸ ਨਹੀਂ ਹੈ। ਸਾਰੀ ਬਾਣੀ ਜਿਹੜੀ ਹੈਗੀ ਬਸ ਇਨਸਾਨ ਹੋਣਾ ਚਾਹੀਦਾ ਹੈ ਬਸ। ਹਾਂ ਉੱਥੇ ਨਹੀਂ ਲਿਖਿਆ ਕਿ ਉਹ ਲੇਡੀਜ਼ ਨਹੀਂ ਤੇ ਆਪਣੀ ਬਾਣੀ 'ਚ ਏਦਾਂ ਨਹੀਂ। ਬਾਣੀ ਤਾਂ ਜੀਵ ਇਸਤਰੀ ਕਹਿ ਰਹੀ ਹੈ, ਸਾਰਿਆਂ ਨੂੰ ਜੀਵ ਇਸਤਰੀ ਕਹਿ ਰਹੀ ਹੈ ਬਾਣੀ, ਸਾਰਿਆਂ ਨੂੰ ਜੀਵ ਇਸਤਰੀ ਕਹਿ ਰਹੀ ਹੈ। ਹਾਂ ਠੀਕ। ਹਾਂਜੀ ਗੋਰਖੀ ਸਾਹਿਬ 2 ਅਰਦਾਸ ਕਿਹੜੀਆਂ? ਇੱਕ ਤਾਂ ਜਿਹੜੀ ਹੈ, ਇੱਕ ਤਾਂ ਹਰਮਿੰਦਰ ਹੈਗੇ, ਉਹਨਾਂ ਦੀ ਬੇਟੀ ਜਿਹੜੀ ਹੈਗੀ ਠੀਕ ਹੋਈ ਆ, ਤੇ ਉਹਦੀ ਅਰਦਾਸ ਕਰ ਦੇਣਾ ਜੀ। ਬਹੁਤ ਮੁਸ਼ਕਿਲ ਦੇ ਨਾਲ ਹੀ ਵਿਚਾਰੀ ਜਿਹੜੀ ਹੈਗੀ ਆ, ਮਾਲਕ ਨੇ ਜਿਹੜੀ ਹੈਗੀ ਉਹਦੀ ਛੋਟੀ ਜੀ 4 ਸਾਲ ਦੀ ਕੁੜੀ ਹੈਗੀ, ਤੇ ਉਹਦੀ ਸ਼ੁਕਰੀਆ ਦੀ ਅਰਦਾਸ ਕਰਨੀ ਆ। ਤੇ ਇੱਕ ਜਿਹੜੇ ਹੈਗੇ ਆ, ਇੱਕ ਹੋਰ ਆਪਣੀ ਸਾਧਕ ਹੈਗੇ, ਉਹਨਾਂ ਦੇ ਬ੍ਰਦਰ ਜਿਹੜਾ ਹੈਗਾ ਉਹਨੇ ਕੁਛ ਜਿਹੜਾ ਹੈਗਾ ਪੀ ਲਿਆ ਆ, ਤੇ ਉਹ ਹੌਸਪੀਟਲ ਦੇ ਵਿੱਚ ਹੈਗਾ ਕੋਈ, ਤੇ ਉਹਦੀ ਉਹ ਮਰਨ ਜੀਵਨ ਦੇ ਉਹਦੇ 'ਤੇ ਹੈਗਾ, ਤੇ ਮਾਲਕ ਪਰਮਾਤਮਾ ਉਹਨੂੰ ਸੁਬੁੱਧੀ ਦੇ ਔਰ ਉਹਨੂੰ ਤੰਦਰੁਸਤੀ ਦੇ। ਇਹਦੀ ਅਰਦਾਸ ਕਰ ਦੇਣਾ ਜੀ। ਇੱਕ ਅਰਦਾਸ ਹੋਰ ਆ ਗੁਰਕੀ ਸਾਹਿਬ, ਇੱਕ ਮੇਰੇ ਵੱਲੋਂ ਵੀ ਕਰ ਦਿਓ, ਸਾਰਿਆਂ ਵੱਲੋਂ ਜਿਹੜੇ ਆਪਣਾ ਪਟਿਆਲੇ ਮੰਦਭਾਗੀ ਘਟਨਾ ਹੋਈ ਆ, ਸੱਚੇ ਪਾਤਸ਼ਾਹ ਉਹਨਾਂ ਨੂੰ ਸਮੱਤ ਬਖਸ਼ੇ ਤੇ ਸ਼ਾਂਤੀ ਪ੍ਰਵੇਲ ਹੋਵੇ। ਬਿਲਕੁਲ ਠੀਕ ਹੈ। ਧੰਨਵਾਦ। ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਂ ਕੋਲ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਇੱਕ ਮੇਰੇ ਪਿਤਾ ਅਰਦਾਸ ਹੈ, ਸ਼ੁਕਰਾਨੇ ਦੀ ਅਰਦਾਸ ਬੱਚੀ ਦੀ, ਆਪ ਨੇ ਮਿਹਰ ਕੀਤੀ, ਬਹੁਤ ਅਸੀਂ ਧੰਨਵਾਦੀ ਹਾਂ। ਇੱਕ ਮੇਰੇ ਪਿਤਾ ਇੱਕ ਹੋਰ ਅਰਦਾਸ ਹੈ, ਇੱਕ ਸਾਧਕ ਨੇ, ਉਹਨਾਂ ਦੇ ਰਿਸ਼ਤੇਦਾਰ ਨੇ, ਉਸਨੇ ਕੁਛ ਗਲਤ ਚੀਜ਼ ਪੀ ਲਈ, ਆਪ ਉਹਨਾਂ ਨੂੰ ਜੀਵਨ ਦਾਨ ਬਖਸ਼ੋ ਮੇਰੇ ਮਾਲਿਕ, ਆਪ ਮਿਹਰ ਕਰੋ। ਇੱਕ ਹੋਰ ਅਰਦਾਸ ਹੈ ਮੇਰੇ ਪਿਤਾ, ਉਹ ਜਿਹੜੀ ਲੜਾਈ ਹੋਈ, ਆਪ ਮਿਹਰ ਕਰੋ, ਇਹਨਾਂ ਲੋਕਾਂ ਨੂੰ ਸਮੱਤ ਬਖਸ਼ੋ ਤਾਂ ਜੇ ਲੋਕ ਇਹ ਅਗਿਆਨ ਭਰੀਆਂ ਗੱਲਾਂ ਨਾ ਕਰਨ, ਇੱਕ ਚੰਗਾ ਸਾਫ਼ ਸੁਥਰਾ ਜੀਵਨ ਬਤੀਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।